के बैठ के गुरु ग्रंथ साहब जी के दर्शन कर रही साध संगत जी। वाहिगुरु जी का खालसा, वाहिगुरु जी की फतेह। गुरु ग्रंथ साहब जी की चल रही लड़ीवार विचारां विच अज अंक नंबर 1061 तो अगे पाठ करना है। मारू राग विच तीजी पातशाही धन धन गुरु अमरदास जी के उच्चारण किए हुए सोहलियां दे पाठ चल रहे हैं, जिस विच परसों असी 17वें सोलहे दे पाठ समाप्ति की सी। अज अगों पाठ करना। मारू महला तीजा जुग छती कियो गुबारा, तू आपे जाने सिरजनहारा। होर क्या को कहे के आंख वखाने, तू आपे कीमत पाएंदा। जुग छती कियो गुबारा, तू आपे जाने सिरजनहारा। होर क्या को कहे के आंख वखाने, तू आपे कीमत पाएंदा। जुग छती तो पावे बहुत वड्डे समय तक। कियो गुबारा अंधियारा, गुबारा तो पावे अंधेरा, अंधियारा अंधकार, अंधकार तो की पावे जिस बाबत कुछ बयान ना किया जा सके, जिस बाबत कोई जानकारी ना होए। अरबत नरबत धंधुकारा, ना जाने किन्ने वड्डे समय दे लई धंधुकारा, उस बाबत बयान नहीं किया जा सकता। जुग छती कियो गुबारा, तू आपे जाने सिरजनहारा। उस बाबत हे सिरजनहार, सिरजनहारा तो पावे हे सिरजनहार, हे परमात्मा उस बाबत तू आप ही जानता है। तू आपे जाने सिरजनहारा। होर क्या को कहे के आंख वखाने, इस बाबत होर कौन की कह सकता है। साडी ज्ञान इंद्रियां विच वो समर्था ही नहीं है अकी असी उस बाबत साडी पहुंच हो सके। होर क्या को कहे, को तो पावे कोई और की कह सकता है के आंख वखाने, की बयान करके बोल के बयान करे। और क्या को कहे के आंख वखाने, तू आपे कीमत पाएंदा। ਅਸੀਂ ਜਪਜੀ ਸਾਹਿਬ ਦਾ ਵੀ ਪਾਠ ਕਰਦੇ ਹਾਂ ਨਾ। ਜਪਜੀ ਸਾਹਿਬ ਦੇ ਵਿੱਚ ਅਸੀਂ ਪਾਠ ਕਰਦੇ ਹਾਂ ਕਵਣ ਸੁਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ, ਕਵਣ ਸੀ ਰੁੱਤੀ, ਮਾਹ ਕਵਣ ਜਿਤ ਹੋਵਾ ਆਕਾਰ। ਧਿਆਨ ਦਈਏ ਨਾ, ਸਵਾਲਾਂ ਦੇ ਰੂਪ ਵਿੱਚ ਆਇਆ। ਜਿਸ ਭਾਸ਼ਾ ਵਿੱਚ ਸਵਾਲਾਂ ਦੇ ਰੂਪ ਵਿੱਚ ਆਇਆ, उसी भाषा दे विच जवाब दे रूप विच आया है। कवण सुवेला, वकत वकत कवण सवाल दे रूप विच आया है। ते अगे गुरु साहब अगे जवाब दे रहे हैं। वेल ना पाइया पंडिती, जे होवे लेख पुराण, वकत ना पायो। देखो कवण सुवेला, वकत कवण, वकत ना पायो का दिया, जे लिखन लेख कुरान। कवण थित कवण वार, फिर सवाल है, फिर आगे की कह रहे हैं, थित वार ना जोगी जाने, रुत मान ना कोई, जा करता सिर ठीक हो साजे, आपे जाने सोई। कहते जिसने रचना बनाई है वो आप ही जानता है कि यह रचना कदों रची गई और किस उस तो पहला की सी, वो परमात्मा आप ही जानता है। और क्या को कहे के आंख वखाने, तू आपे कीमत पाएंदा। तू आप ही परमात्मा जानन हार है, तू आप ही बख्शिश करन वाला है, तू आप ही एन समझिए वड्डे आप ही देंदा, उन्होंने समझ आ जाती है, तू आपे कीमत पाएंदा। जी अरविंदर वीर जी। ਵੀਰ ਜੀ ਆਪ ਜੀ ਦੀ ਆਵਾਜ਼ ਜੀ ਅਸੀਂ ਪਹਿਲਾਂ ਵੀ ਇਸ ਜਿਹੜੇ ਵਾਲੇ ਸ਼ਬਦ ਵੀ ਉਹ ਅਰਬਦ ਨਰਬਤ ਧੁੰਦੂਕਾਰਾ, ਧਰਨ ਨਾ ਗਗਨ ਹੁਕਮ ਅਪਾਰਾ, ਇੱਥੇ ਵੀ
ਅਸੀਂ ਕਈ ਵਾਰ ਆਮ ਤੌਰ ਤੇ ਵਿਆਹਾਂ ਤੇ ਜਾਂਦੇ ਆ ਨਾ, ਉੱਥੇ ਕਹਿੰਦੇ ਵੀ 36 ਪ੍ਰਕਾਰ ਦੇ ਭੋਜਨ ਸਨ, ਉਹ ਬਹੁਤ ਵੱਡੀ ਗਿਣਤੀ ਵਿੱਚ। ਜਦੋਂ ਯੁੱਗ ਦਾ ਵੀ ਵਰਡ, ਕਿਉਂਕਿ ਯੁੱਗ ਜਿਹੜਾ ਹੈ ਜਿੱਥੋਂ ਦੀ ਆਇਆ ਹੈ, ਉੱਥੇ ਐਸ ਪਰ ਉਹ ਜਿਹੜੇ 4 ਯੁੱਗਾਂ ਦੀ ਉਮਰ ਜਿਹੜੀ ਉਹ ਤਕਰੀਬਨ 40 ਲੱਖ ਸਾਲ ਗਿਣਦੇ ਨੇ। ਉਹ ਬੜਾ ਵੱਡਾ ਸਮਾਂ, 36 ਯੁੱਗ, ਬੜਾ ਵੱਡੇ ਸਮੇਂ ਤੱਕ ਜਿਹੜਾ ਹੈ ਨਾ ਉਹ ਰੱਬ ਜਿਹੜਾ ਹੈ ਉਹ ਅਰਬਤ ਨਰਬਤ ਧੁੰਦੂਕਾਰਾ। ਇੱਕ ਹੋਰ ਸ਼ਬਦ ਆਉਂਦਾ, ਕਹਿੰਦੇ ਕੇਤੇ ਯੁੱਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਅੱਛਾ, ਉਸ ਤੋਂ ਅੱਗੇ ਇੱਕ ਹੋਰ ਲਾਈਨ ਕਹਿੰਦੇ ਨੇ, ਕਹਿੰਦੇ ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਜਦੋਂ ਪਰਮਾਤਮਾ, ਅਸੀਂ ਜਦੋਂ ਸਾਡੀ ਵਿਚਾਰ ਚੱਲਦੀ ਪਈ, ਅਸੀਂ ਆਪ ਵੀ ਨਾਲ ਨਾਲ ਪੜ੍ਹਨੇ ਪਏ ਹਾਂ, ਅਸੀਂ ਨਾਲ ਨਾਲ ਆਪ ਸਿੱਖਣ ਦੀ ਕੋਸ਼ਿਸ਼ ਵੀ ਕਰਨੇ ਪਏ ਹਾਂ। ਤੋ ਆਈ ਵਾਸ ਟਰਾਈਂਗ ਟੂ, ਇਸ ਗੱਲ ਨੂੰ ਮੈਂ ਜੇ ਸ਼ਬਦ ਸਕਰੀਨ ਤੇ ਆ ਜਾਏ ਤਾਂ ਹੋਰ ਅੱਛਾ ਹੋ ਜਾਏਗਾ, ਵੀ ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਤੇ ਅਸੀਂ ਧੰਦੇ ਦੇ ਵੀ ਅਰਥ 1-2 ਦਿਨ ਪਹਿਲੇ ਹੀ ਕਰਕੇ ਆਏ ਹਾਂ, ਵੀ ਧੰਦਾ ਕਿਹਨੂੰ ਕਹਿੰਦੇ ਪਏ ਆ। ਕਹਿੰਦਾ ਏਕਸ ਬਿਨ ਸਭ ਧੰਦ ਹੈ, ਜਿਸ ਕੰਮ ਵਿੱਚ ਪਰਮਾਤਮਾ ਨਾਲ ਨਾ ਹੋਵੇ, ਹਰ ਕੇ ਨਾਮ ਬਿਨਾ ਜਗ ਧੰਦਾ। ਵੀ ਉਹ ਇੱਥੇ ਲਾਈਨ ਕੀ ਕਹਿੰਦੀ ਹੈ, ਵੀ ਧੁੰਦੂਕਾਰ ਨਿਰਾਲਮ ਬੈਠਾ। ਜਦੋਂ ਜੇ ਅਸੀਂ ਇਹਨੂੰ ਮਨ ਦੇ ਸਤਰ ਦੇ ਉੱਤੇ ਅਰਥ ਕਰਨੇ ਆ, ਕਿ ਜਦੋਂ ਮਨ ਧੁੰਦੂਕਾਰ ਵਿੱਚ ਸੀ, ਧੁੰਦੂਕਾਰ ਵਿੱਚ ਪਾਓ ਅਗਿਆਨਤਾ ਵਾਲੀ ਅਵਸਥਾ ਵਿੱਚ ਸੀ, ਫਿਰ ਸਾਨੂੰ ਇਹ ਅਗਲਾ ਅਰਥ ਹੋ ਜਾਏਗਾ, ਨਾ ਤਦ ਧੰਦ ਪਸਾਰਾ ਹੈ। ਉਸ ਟਾਈਮ ਤੇ ਫਿਰ ਇਹ ਦੁਨਿਆਵੀ ਧੰਦੇ ਉਹਦੇ ਕੋਲ ਨਹੀਂ ਸਨ। ਹਾਲਾਂਕਿ ਸਾਨੂੰ ਇਹ ਮੰਨਣਾ ਪਏਗਾ ਕਿ ਜਦੋਂ ਮਨ ਅਗਿਆਨਤਾ ਵਿੱਚ ਰਹਿੰਦਾ, ਉਸ ਟਾਈਮ ਤੇ ਹੀ ਇਹ ਦੁਨੀਆ ਦੇ ਧੰਦਿਆਂ ਵਿੱਚ ਉਲਝਿਆ ਹੋਇਆ ਰਹਿੰਦਾ। ਇੱਥੇ ਲਾਈਨ ਕਿੰਨਾ ਸਪਸ਼ਟ ਕਹਿ ਰਹੀ ਹੈ, ਧੁੰਦੂਕਾਰ ਨਿਰਾਲਮ ਬੈਠਾ। ਜੇ ਅਸੀਂ ਜੋ ਰੱਬ ਦੀ ਗੱਲ ਕਰਨਾ, ਧੁੰਦੂਕਾਰ ਉਹ ਅਵਸਥਾ ਜਿਹਦੇ ਬਾਰੇ ਸਾਨੂੰ ਪਤਾ ਨਹੀਂ, ਉਹਨੇ ਦੁਨਿਆਵੀ ਧੰਦੇ ਜੇ ਸ਼ੁਰੂ ਹੀ ਨਹੀਂ ਸਨ ਕੀਤੇ ਹੋਏ। ਜਦੋਂ ਅਸੀਂ ਇਹਨੂੰ ਮਨ ਤੇ ਟਿਕਾਉਣ ਦੀ ਕੋਸ਼ਿਸ਼ ਕਰਨੇ ਪਏ ਹਾਂ, ਵੀ ਕਹਿੰਦਾ ਅਸੀਂ ਆਪ ਵੀ ਸਿੱਖਣੇ ਪਏ ਹਾਂ, ਕਹਿੰਦਾ ਧੁੰਦੂਕਾਰ ਨਿਰਾਲਮ ਬੈਠਾ। ਜਦੋਂ ਉਹ ਮਨ, ਜੇ ਅਸੀਂ ਮਨ ਤੇ ਟਿਕਾਣੇ ਆ, ਜਦੋਂ ਮਨ ਧੁੰਦੂਕਾਰ ਵਿੱਚ ਸੀ, ਧੁੰਦੂਕਾਰ ਤੋਂ ਪਾਓ ਅਗਿਆਨਤਾ ਵਾਲੀ ਅਵਸਥਾ ਵਿੱਚ ਸੀ, ਕਹਿੰਦਾ ਉਸ ਟਾਈਮ ਤੇ ਕਹਿੰਦਾ ਨਾ ਤਦ ਧੰਦ ਪਸਾਰਾ ਹੈ। ਉਸ ਟਾਈਮ ਤੇ ਕੇਵਲ ਧੰਦਿਆਂ ਦਾ ਪਸਾਰੇ ਵਿੱਚ ਤੇ ਮਨ ਬੈਠਿਆ ਹੋਇਆ ਸੀ। ਤੇ ਇਸ ਤੋਂ ਅੱਗੇ ਕਹਿੰਦੇ ਨੇ ਵੀ ਤੂੰ ਆਪੇ ਜਾਣੇ ਸਿਰਜਣਹਾਰਾ। ਉਸ ਅਵਸਥਾ ਦੇ ਬਾਰੇ ਜਿਹੜਾ ਹੈ ਨਾ, ਉਹ ਤੂੰ ਆਪ, ਹੋਰ ਕੋਈ ਨਾ ਉਹਦੇ ਬਾਰੇ ਵੀ ਤੂੰ, ਜਦੋਂ ਸ੍ਰਿਸ਼ਟੀ ਸੀ ਨਹੀਂ ਕੋਈ, ਜਦੋਂ ਤੂੰ ਕੋਈ ਰਚਨਾ ਸਾਜੀ ਹੀ ਨਹੀਂ ਸੀ, ਤੂੰ ਆਪੇ ਜਾਣੇ, ਉਹਦੇ ਬਾਰੇ ਤੂੰ ਆਪੇ ਜਾਣਨਾ ਹੈ। ਕਹਿੰਦਾ ਹੋਰ ਕਿਆ ਕੋ ਕਹੈ ਕਿ ਆਖ ਵਖਾਣੇ, ਉਸ ਦੇ ਬਾਬਤ ਹੋਰ ਕੋਈ, ਜਦ ਕੋਈ ਸੀ ਨਹੀਂ। ਅਸੀਂ ਜਦੋਂ ਪਿਤਾ ਕਾ ਜਨਮ ਕੇ ਜਾਣੇ ਪੂਤ, ਜਦੋਂ ਕੋਈ ਸੀ ਨਹੀਂ, ਉਸ ਟਾਈਮ ਤੇ ਰੱਬ ਆਪ ਕੱਲਾ ਸੀ, ਤੇ ਉਹਦੇ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦਾ ਤੂੰ ਆਪੇ ਕੀਮਤ ਪਾਏਂਦਾ, ਤੇਰੀ ਕੀਮਤ ਕਹਿੰਦਾ, ਅਸੀਂ ਕਹਿੰਦਾ ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਢਿਲ ਵਡਿਆਈ। ਵੱਡੇ ਤੋਂ ਵੱਡੇ ਗਿਆਨੀ ਧਿਆਨੀ ਗੁਰੂਆਂ ਦੇ ਗੁਰੂ ਵੀ ਮਿਲ ਜਾਣ, ਤਾਂ ਵੀ ਰੱਬ ਦੀ ਕੀਮਤ ਨਹੀਂ ਪਾ ਸਕਦੇ। ਉਹ ਕਿਤਨਾ ਵੱਡਾ ਹੈ ਨਾ, ਉਹਦੀ ਉਹ ਤਿਲ ਮਾਤਰ ਵਡਿਆਈ ਵੀ ਜਿਹੜੀ ਹੈ ਨਾ, ਉਹ ਨਹੀਂ ਕਰ ਸਕਦੇ। ਹਾਂਜੀ ਵੀਰ जी वीर जी, बहुत अच्छे तरीके नाल आप जी समझा रहे हो। हाँ जी ਭੂਆ ਜੀ। ਹਾਂਜੀ, ਅਖੀਲੀ ਲਾਈਨ ਜਿਹੜੀ ਨਾ, ਹੋਰ ਕਿਆ ਕੋ ਕਹੇ ਕਿ ਆਖ ਵਖਾਣੇ, ਤੂੰ ਆਪੇ ਕੀਮਤ ਪਾਏਦਾ। ਇਹ ਆਪੇ ਜਿਹੜਾ ਹੈ, ਇਹ ਮਨ ਦੀ ਗੱਲ ਕਰ ਰਹੇ, ਜਿਹੜਾ ਮਨ ਹੁਣ ਸਿਰਜਣਹਾਰਾ ਬਣ ਚੁੱਕਾ ਹੈ। ਕਿਉਂਕਿ ਤੁਸੀਂ ਗੁਰੂ ਦੀ ਮੱਤ ਲੈ ਕੇ ਉਸਨੂੰ ਦੀ ਕੀਮਤ ਪਾ ਲਿੱਤੀ ਹੈ। ਉਸਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਜਿਹੜਾ ਮਨ ਇਤਨੇ ਸਮੇਂ ਤੋਂ ਆਪਣੇ ਅੰਦਰ ਦੀ ਸ੍ਰਿਸ਼ਟੀ ਦੇ ਵਿੱਚ ਉਸਨੇ ਕੀ ਪਾਲਿਆ ਹੋਇਆ ਸੀ, ਗੁਬਾਰਾ, ਡਾਰਕਨੈਸ, ਅਗਿਆਨਤਾ, ਮੂਰਤਾ, ਤੰਦੂਕਾਰਾ, ਹਉਮੈ, ਅਹੰਕਾਰ, ਬਿਸ਼ਟਾ। ਹੁਣ ਇਹ ਸਿਰਜਣਹਾਰਾ ਬਣ ਗਿਆ। ਇਸ ਮਨ ਨੇ ਗੁਰੂ ਦੀ ਮੱਤ ਲੈ ਕੇ ਉਸਨੂੰ ਇਸ ਚੀਜ਼ ਦੀ ਸਮਝ ਆ ਗਈ ਕਿ ਕਿਤਨੇ ਸਮੇਂ ਦੇ ਵਿੱਚ ਉਹ ਮਨ ਦੀ ਜਿਹੜੀ ਜਰਨੀ ਸੀ, ਜਿਹੜਾ ਉਹਦਾ ਸੰਸਾਰ ਅੰਦਰ ਦੀ ਜਰਨੀ ਸੀ, ਉਹ ਇਸ ਅੰਧੇਰੇ ਵਿੱਚ ਸੀ। ਹੁਣ ਉਸਨੂੰ ਪਹਿਚਾਣ ਹੋ ਗਈ ਉਸ ਇੱਕ ਦੀ, ਤੇ ਹੁਣ ਉਸਨੇ ਉਹਦੀ ਕੀਮਤ ਪਾ ਲਈ, ਤੇ ਪੂਰੇ ਆਪਣੇ ਅੰਦਰ ਦੀ ਸ੍ਰਿਸ਼ਟੀ, ਆਪਣੇ ਅੰਗਾਂ ਨੂੰ, ਆਪਣੇ ਪਰਿਵਾਰਾਂ ਨੂੰ, ਉਸ ਦੀ ਅਸਲੀਅਤ ਉਸਨੂੰ ਬਿਆਨ ਕਰਕੇ ਉਹਨਾਂ ਨੂੰ ਉਸ ਪਾਸੇ ਟੁਰਾਉਂਦਾ ਹੈ। ਹਾਂਜੀ जी धन्यवाद भूआ जी। हाँ सुखविंदर ਵੀਰ ਜੀ ਪਲੀਜ਼ ਆਪ ਜੀ ਡਿਟੇਲ ਦਿਆ ਜੀ। ਹਾਂਜੀ ਜੀ ਜੀ, ਅੱਜ ਨਾ ਇਹ ਸਤਿਗੁਰੂ ਜੀ ਬਿਲਕੁਲ ਇੱਕ ਨਵਾਂ ਸ਼ਬਦ ਸਟਾਰਟ ਕਰਦੇ ਹਨ। ਬਿਲਕੁਲ, ਤੇ ਉੱਪਰ ਜਿਹੜਾ ਮਾਰੂ ਮਹਿਲਾ ਤੀਜਾ ਲਫ਼ਜ਼ ਆਇਆ ਹੈ, ਇਹ ਉਹ ਅਵਸਥਾ ਦੇ ਵਿੱਚ ਜਿਨ੍ਹਾਂ ਨੇ ਮਹਿਲ ਦੀ ਪ੍ਰਾਪਤੀ ਕੀਤੀ ਹੈ, ਉਸ ਅਵਸਥਾ ਦੇ ਵਿੱਚ ਉਹ ਬੋਲ ਰਹੇ ਹਨ ਕਿ ਸਾਨੂੰ ਇਹ ਮਹਿਲ ਦੀ ਪ੍ਰਾਪਤੀ ਕਿਵੇਂ ਹੋਈ ਹੈ। ਕਿਉਂਕਿ ਇਹ ਮਹਿਲਾ, ਅਸੀਂ ਇਹ ਜਿਹੜਾ ਲਫ਼ਜ਼ ਹੈ ਨਾ ਉੱਪਰਲਾ ਮਹਿਲਾ, ਇਹ ਅਸੀਂ ਨਹੀਂ ਭੁੱਲਣਾ। ਇਹ ਜਿਨ੍ਹਾਂ ਨੇ ਮਹਿਲ ਪ੍ਰਾਪਤ ਕੀਤਾ ਹੈ, ਸਤਿਗੁਰੂ ਜੀ ਦਾ, ਪ੍ਰਮਾਤਮਾ ਜੀ ਦਾ, ਅੰਦਰ ਵਸਦੇ ਰੱਬ ਜੀ ਦਾ,
ਉਹ ਸਾਨੂੰ ਦੱਸ ਰਹੇ ਨੇ ਅੰਦਰ ਜਿਹੜੀ ਸਾਡੀ ਗੁਰਬਾਣੀ ਸ੍ਰਿਸ਼ਟੀ ਕਿਸ ਨੂੰ ਆਖਦੀ ਹੈ। ਕਹਿੰਦੇ ਜਿਹੜਾ ਇਹ ਆਕਾਰ ਹੈ ਨਾ, ਇਹ ਕਾਇਆ ਕੋਟ ਹੈ ਆਕਾਰ। ਆਪਾਂ ਦੋ ਸ਼ਬਦ ਪਹਿਲਾਂ ਇਹ ਸਮਝ ਕੇ ਆਏ ਹਾਂ। ਅਸੀਂ ਜਿਹੜੇ ਟਰਮਸ ਗੁਰਬਾਣੀ ਵਿੱਚ ਆਉਂਦੀ ਹੈ, ਅਸੀਂ ਉਸਨੂੰ ਨੋਟ ਕਰਕੇ ਔਰ ਉਸਨੂੰ ਬਾਰ-ਬਾਰ ਯਾਦ ਕਰਕੇ ਉਸਨੂੰ ਦ੍ਰਿੜ ਕਰਨਾ ਹੈ। ਗੁਰਬਾਣੀ ਕਾਇਆ ਕੋਟ ਹੈ ਆਕਾਰਾ ਬਣਦੀ ਹੈ। ਔਰ ਗੁਰਬਾਣੀ ਦੇ ਵਿੱਚ ਇਹ ਵੀ ਆਇਆ, ਕਹਿੰਦੇ ਨੇ ਜਦੋਂ ਇਹ ਦੇਖੋ ਸਿਰਜਣਹਾਰ ਗੁਰਬਾਣੀ ਦੇ ਵਿੱਚ, ਕਰਤਾ ਗੁਰਬਾਣੀ ਦੇ ਵਿੱਚ ਗੁਰੂ ਜੀ ਨੂੰ ਆਖਿਆ ਗਿਆ ਹੈ। ਓਵੰਗ ਵੀ ਸਤਿਗੁਰੂ ਜੀ ਨੂੰ ਆਖਿਆ ਗਿਆ ਹੈ। ਦੇਖੋ ਓਵੰਗ ਦੀ ਕਾਰ ਵੀ ਹੁੰਦੀ ਹੈ ਤੇ ਇੱਕ ਧੁੰਦੂ ਕਾਰ ਵੀ ਹੁੰਦੀ ਹੈ। ਦੇਖੋ ਜਦੋਂ ਗੁਰਬਾਣੀ ਚ ਆਉਂਦੀ ਹੈ ਨਾ ਓੰਕਾਰ, ਉਹ ਓੰਕਾਰ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਓੰਗ ਸਮਝਣਾ ਪਏਗਾ ਵੀ ਓੰਗ ਗੁਰਬਾਣੀ ਕਿਹਨੂੰ ਆਖਦੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਕੀ ਕਹਿੰਦੇ ਉਚਾਰਨ ਕੀਤਾ, ਉਹਦੇ ਵਿੱਚ ਕਹਿੰਦੇ ਨੇ ਓੰਗ ਆਦ ਓੰਗ ਸਾਧ ਸਤਿਗੁਰੂ ਨਮਸਕਾਰ। ਓੰਗ ਨੂੰ ਹੀ ਸਾਧ ਆਖਿਆ ਗਿਆ ਗੁਰਬਾਣੀ ਚ, ਉਸੇ ਨੂੰ ਸਤਿਗੁਰੂ ਆਖਿਆ ਗਿਆ ਔਰ ਉਸਨੂੰ ਨਮਸਕਾਰ ਕਰਦੇ ਨੇ। ਅੱਗੇ ਫਿਰ ਕਹਿੰਦੇ ਨੇ ਇਹ ਕੀ ਹੈ, ਕਹਿੰਦੇ ਨੇ ਆਦ ਮੱਧ ਅੰਤ ਨਿਰੰਕਾਰੰ। ਓੰਗ ਨੂੰ ਹੀ ਸਾਧ ਆਖਿਆ ਗਿਆ ਗੁਰਬਾਣੀ ਦੇ ਵਿੱਚ, ਓੰਗ ਨੂੰ ਹੀ ਸਤਿਗੁਰੂ ਆਖਿਆ ਗਿਆ ਹੈ ਔਰ ਇਸੇ ਨੂੰ ਹੀ ਆਦ ਮੱਧ ਅੰਤ, ਇਸੇ ਨੂੰ ਹੀ ਨਿਰੰਕਾਰ ਆਖਿਆ ਗਿਆ ਓੰਗ ਨੂੰ। ਓੰਗ ਦੀ ਕਾਰ ਸਾਡੇ ਅੰਦਰ ਚਲੇਗੀ, ਉਹ ਓੰਕਾਰ ਨੂੰ ਹੀ, ਓੰਕਾਰ ਦੇ ਨਾਲ ਹੀ ਬ੍ਰਹਮਾ ਉਤਪਤੀ ਵਾਲਾ ਸ਼ਬਦ ਵੀ ਹੈਗਾ, ਓੰਕਾਰ ਬ੍ਰਹਮਾ ਉਤਪਤ। ਉਸ ਤੋਂ ਅਗਲੀ ਜਿਹੜੀ ਤੁਕ ਹੈ ਨਾ, ਜੇ ਉਹ ਵਾਲੀ ਤੁਕ ਇੱਥੇ ਸਾਹਮਣੇ ਸਕਰੀਨ ਤੇ ਆ ਜਾਏ ਤਾਂ ਬਹੁਤ ਅੱਛਾ ਹੈ। ਓੰਕਾਰ ਬ੍ਰਹਮਾ ਉਤਪਤ, ਉਸ ਤੋਂ ਅੱਗੇ ਇੱਕ ਤੁਕ ਆਉਂਦੀ ਹੈ ਓੰਕਾਰ ਕੀਆ ਜਿਨ ਚਿੱਤ। ਉੱਥੇ ਓੰਕਾਰ ਦੇ ਰਾਹ ਨੂੰ ਔਂਕੜ ਹੈ, ਉੱਥੇ ਓੰਕਾਰ ਦੀ ਕਾਰ ਦੇ ਦੁਆਰਾ ਦੀ ਗੱਲ ਨਹੀਂ ਚੱਲ ਰਹੀ। ਉੱਪਰਲੀ ਜਿਹੜੀ ਤੁਕ ਆਉਂਦੀ ਹੈ ਨਾ ਓੰਕਾਰ, ਓੰਕਾਰ ਦੇ ਰਾਹ ਨੂੰ ਸਿਹਾਰੀ ਹੈ, ਉੱਥੇ ਹੈ ਓੰਗ ਦੀ ਕਾਰ ਦੇ ਦੁਆਰਾ। ਇੱਥੇ ਥੱਲੇ ਜਿਹੜੀ ਤੁਕ ਆ ਰਹੀ ਹੈ ਓੰਕਾਰ ਕੀਆ ਜਿਨ ਚਿੱਤ, ਉਹ ਓੰਕਾਰ ਦੇ ਰਾਹ ਨੂੰ ਔਂਕੜ ਹੈ। ਭਾਵ ਡੈਫੀਨੇਸ਼ਨ ਦੱਸੀ ਜਾ ਰਹੀ ਹੈ ਓੰਕਾਰ ਕਿਸ ਤਰ੍ਹਾਂ ਓੰਕਾਰ ਦੇ ਵਿੱਚ ਸਮਾਇਆ ਜਾ ਸਕਦਾ। ਓੰਗ ਹੈ ਸਤਿਗੁਰ, ਓੰਗ ਹੈ ਸਾਧ, ਓੰਗ ਹੈ ਸਤਿਗੁਰ ਔਰ ਇਹੀ ਹੈ ਨਿਰੰਕਾਰ। ਆਦ ਮਦ ਅੰਤ ਤੋਂ ਇਹੀ ਓੰਗ ਨਿਰੰਕਾਰ ਔਰ ਇਹਦੀ ਹੀ ਕਾਰ ਚੱਲ ਰਹੀ ਹੈ। ਓੰਗ ਸਾਧ ਸਤਿਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ। ਇਸ ਦੇ ਨਾਲ ਇੱਕ ਹੋਰ ਤੁਕ ਪੰਕਤੀ ਆਦੀ ਹੈ, ਉਹ ਵੀ ਅਸੀਂ ਸਕਰੀਨ ਤੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀਏ। ਓੰਕਾਰ ਬ੍ਰਹਮਾ ਉਤਪਤ, ਉਸ ਤੋਂ ਅਗਲੀ ਤੁਕ ਆਉਂਦੀ ਹੈ ਓੰਕਾਰ ਕੀਆ ਜਿਨ ਚਿੱਤ। ਓੰਗ ਹੈ ਸਤਿਗੁਰ ਔਰ ਜਿਹੜਾ ਵੀ ਮਨ ਦੇ ਵਿੱਚ ਸਤਿਗੁਰੂ ਜੀ ਦੀ ਮੱਤ ਨੂੰ ਧਾਰਨ ਕਰ ਲੈਂਦਾ ਹੈ, ਕੀਆ ਜਿਨ ਚਿੱਤ, ਜਿਹੜਾ ਆਪਣੇ ਚਿੱਤ ਵਿੱਚ ਓੰਗ ਭਾਵ ਸਾਧ ਸਤਿਗੁਰੂ ਜੀ ਦੀ ਮੱਤ ਨੂੰ ਆਪਣੇ ਚਿੱਤ ਵਿੱਚ ਧਾਰਨ ਕਰ ਲੈਂਦਾ ਹੈ, ਕੀਆ ਜਿਨ ਚਿੱਤ, ਉਹ ਓੰਕਾਰ ਵਿੱਚ ਸਮਾ ਜਾਂਦਾ ਹੈ। ਜਿਸ ਨੂੰ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ, ਕਿਉਂਕਿ ਸਤਿਗੁਰੂ ਨੂੰ ਹੀ ਓੰਗ ਆਖਿਆ ਜਾ ਰਿਹਾ ਹੈ ਗੁਰਬਾਣੀ ਵਿੱਚ। ਔਰ ਓੰਗ ਜਦੋਂ ਅਸੀਂ ਚਿੱਤ ਵਿੱਚ ਓੰਗ ਨੂੰ ਵਸਾਉਂਦੇ ਹਾਂ ਤਾਂ ਓੰਗ ਦੀ ਜਿਹੜੀ ਕਾਰ ਹੈ ਨਾ, ਉਹ ਹੈ, ਉਹਨੂੰ ਕਹਿੰਦੇ ਨੇ ਜਿਵ ਜਿਵ ਹੁਕਮ ਤਿਵੈ ਤਿਵਕਾਰ। ਓੰਕਾਰ ਹੀ ਸਾਡੀ ਅੰਦਰਲੀ ਸ੍ਰਿਸ਼ਟੀ ਦੇ ਹਰ ਥਾਂ ਦੇ ਵਿੱਚ ਓੰਕਾਰ ਹੀ ਚੱਲਦਾ ਹੈ, ਓੰਗ ਦੀ ਕਾਰ ਹੀ ਕੀ ਕਹਿੰਦੇ ਵਸਦੀ ਹੈ, ਓੰਗ ਦੀ ਕਾਰ ਦੇ ਵਿੱਚ ਹੀ ਸਾਡੀ ਸ੍ਰਿਸ਼ਟੀ ਚੱਲਦੀ ਹੈ। ਲੇਕਿਨ ਉਸ ਤੋਂ ਪਰਲੇ ਪਾਸੇ ਉਲਟ ਪਾਸੇ ਦੂਸਰਾ ਕੰਮ ਹੈ ਜਿਹਦੇ ਵਿੱਚ ਦੂਜਾ ਪਾਉ ਆ ਜਾਂਦਾ ਹੈ। ਜਦੋਂ ਸਾਡਾ ਮਨ ਇੱਕ ਹੋਰ ਗੁਰਬਾਣੀ ਦਾ ਸਿਧਾਂਤ ਹੈ, ਉਹ ਸਿਧਾਂਤ ਵੀ ਕਦੀ ਨਹੀਂ ਚੇਂਜ ਹੋਏਗਾ। ਗੁਰਬਾਣੀ ਦਾ ਸਿਧਾਂਤ ਹੈ ਲੇਖਾ ਲਿਖੀਐ ਮਨ ਕੈ ਭਾਏ। ਮਨ ਦੇ ਭਾਏ, ਮਨ ਨੂੰ ਜੋ ਪਸੰਦ ਹੈ ਉਹੀ ਉਸੀ ਚੀਜ਼ ਦੀ ਪ੍ਰਾਪਤੀ ਦਾ ਲੇਖਾ ਲਿਖਿਆ ਜਾਂਦਾ ਹੈ। ਇਹ ਨਿਯਮ ਕਦੀ ਵੀ ਚੇਂਜ ਨਹੀਂ ਹੋਏਗਾ ਕਿਸੇ ਵੀ ਇਨਸਾਨ ਤੇ, ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਧਰਮ 'ਚ ਕੀ ਕਹਿੰਦੇ ਉਹ ਬੰਦਾ ਜਨਮ ਹੋਇਆ, ਇਹ ਚੇਂਜ ਕਦੀ ਨਹੀਂ ਹੋਏਗਾ। ਇਹ ਨਿਯਮ ਲੇਖਾ ਲਿਖੀਐ ਮਨ ਕੈ ਭਾਏ। ਹੁਣ ਜਦੋਂ ਮਨ ਦੂਜਾ ਭਾਏ ਕਰ ਲੈਂਦਾ ਹੈ ਉਹ ਦੁਸ਼ਟ ਬਣ ਜਾਂਦਾ ਹੈ। ਦੁਸ਼ਟ ਨੂੰ ਹੀ ਗੁਰਬਾਣੀ 'ਚ ਅਹੰਕਾਰ ਬੋਲਿਆ ਜਾਂਦਾ ਹੈ। ਕਹਿੰਦੇ ਨੇ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਅਹੰਕਾਰ ਨੂੰ ਦੁਸ਼ਟ ਆਖਿਆ ਜਾਂਦਾ ਹੈ। ਅਹੰਕਾਰ ਵਾਲੀ ਮੱਤ ਨੂੰ ਦੁਸ਼ਟ ਵਾਲਾ ਮੱਤ, ਦੁਸ਼ਟ ਅਹੰਕਾਰ ਦੀ ਮੱਤ ਨਾਲ ਮਨ ਦੁਸ਼ਟ ਹੋ ਜਾਂਦਾ ਹੈ। ਉਸੇ ਨੂੰ ਕਹਿੰਦੇ ਨੇ ਮਨ ਖਸਮ ਛੋੜ ਦੂਜੇ ਲੱਗੇ। ਮਨ ਜਦੋਂ ਦੂਜੇ ਨੂੰ ਪਸੰਦ ਕਰ ਦਿੰਦਾ, ਇਹਨੂੰ ਦੂਜੇ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਦੂਸਰੇ ਦੀ ਪ੍ਰਾਪਤੀ ਨੂੰ ਹੀ ਧੁੰਦ ਕਹਿੰਦੇ ਨੇ, ਦੂਸਰੇ ਦੀ ਪ੍ਰਾਪਤੀ ਨੂੰ ਹੀ ਅਗਿਆਨਤਾ ਕਹਿੰਦੇ ਨੇ, ਵਿਕਾਰੀ ਮਤ ਕਹਿੰਦੇ ਨੇ, ਜਿਸ ਦੇ ਨਾਲ ਇਸ ਨੂੰ
ਪੂਰੇ ਆਪਣੇ ਰੋਮ ਰੋਮ ਇੰਦਰੇ ਗਿਆਨ ਇੰਦਰੇ ਵਿੱਚ ਜਿਹੜੇ ਅੰਦਰ ਵਸਦੇ ਰੱਬ ਜੀ ਦਿਖਦੇ ਹੀ ਨਹੀਂ, ਇਹ ਧੁੰਦ ਦੇ ਨਾਲ ਹੀ ਸੀ। ਉਦੋਂ ਅੰਦਰ ਫਿਰ ਮਨ ਦੇ ਅੰਦਰ ਸਾਡੀ ਪੂਰੀ ਸ੍ਰਿਸ਼ਟੀ ਚ ਕਾਰ ਕਿਹੜੀ ਚੱਲ ਰਹੀ ਹੁੰਦੀ ਹੈ? ਅਗਿਆਨਤਾ ਦੀ, ਧੁੰਦ ਦੀ। ਕਿਉਂ? ਇਸਨੇ ਪਸੰਦ ਕੀਤਾ ਹੋਇਆ ਦੂਜਾ ਭਾਵ, ਦੂਜੇ ਭਾਵ ਦੇ ਨਾਲ ਇਹਦੇ ਅੰਦਰ ਵਿਕਾਰਾਂ ਦੀ ਧੁੰਦ ਐਵੇਂ ਦੀ ਛਾਈ ਹੁੰਦੀ ਹੈ, ਇਹਨੂੰ ਗੁਣ ਦਿਖਦੇ ਹੀ ਨਹੀਂ। ਅਗਰ ਗੁਰਬਾਣੀ ਵਿੱਚ ਇਹ ਵਾਲਾ ਸਿਧਾਂਤ ਦੱਸਿਆ ਗਿਆ, ਇੱਕ ਸਿਧਾਂਤ ਹੋਰ ਵੀ ਦੱਸਿਆ ਗਿਆ ਨਾਲ ਹੀ। ਇੱਕ ਪਾਸੇ ਤਾਂ ਸਤਿਗੁਰੂ ਕਹਿੰਦੇ ਨੇ ਲੇਖਾ ਲਿਖਿਆ ਮਨ ਕੈ ਭਾਏ, ਤੇ ਨਾਲ ਹੀ ਸਤਿਗੁਰੂ ਜੀ ਇੱਕ ਹੋਰ ਕਹਿੰਦੇ ਨੇ ਮਨ ਸਤ ਭਾਏ। ਇਹਨੂੰ ਕਹਿੰਦੇ ਨੇ ਭਗਤ ਗੋਬਿੰਦਾ। ਜਦੋਂ ਮਨ ਸਤ ਨੂੰ ਪਸੰਦ ਕਰੇ, ਸਤ ਹੀ ਹੈ ਓਮ, ਓਮ ਸਾਧ ਸਤ ਗੁਰ, ਸਤ ਹੀ ਓੰਗ ਹੈ। ਤੇ ਜਦੋਂ ਮਨ ਸਤ ਨੂੰ ਪਸੰਦ ਕਰਦਾ, ਲੇਖਾ ਇਹ ਲਿਖਿਆ ਜਾਂਦਾ, ਇਹ ਨਿਯਮ ਹੈ ਕਿ ਜੋ ਉਹ ਪਸੰਦ ਕਰੇਗਾ ਉਸੇ ਵਿੱਚ ਇਹ ਸਮਾ ਜਾਵੇਗਾ। ਇਸਨੇ ਪਸੰਦ ਕੀ ਕੀਤਾ? ਸਤ। ਮਨ ਸਤ ਭਾਏ ਭਗਤ ਗੋਬਿੰਦਾ। ਸਤ ਪਸੰਦ ਕੀਤਾ ਮਨ ਨੇ, ਮਨ ਸਤ ਵਿੱਚ ਮਰਜ ਹੋ ਗਿਆ, ਸਤ ਵਿੱਚ ਸਮਾ ਜਾਂਦਾ ਹੈ, ਇਹਦੀ ਆਪਣੀ ਹਸਤੀ ਖਤਮ ਹੋ ਜਾਂਦੀ ਹੈ। ਇਸੇ ਨੂੰ ਹੀ ਆਖਦੇ ਨੇ ਓੰਕਾਰ। ਇਹ ਓੰਕਾਰ ਕਿਹੜਾ ਕਹਿ ਰਿਹਾ? ਜਿਹੜਾ ਔਂਕੜ ਨਾਲ ਆ ਰਿਹਾ। ਉੱਥੇ ਡੈਫੀਨੇਸ਼ਨ ਦੱਸੀ ਜਾ ਰਹੀ ਹੈ ਓੰਕਾਰ ਕਿਸ ਤਰ੍ਹਾਂ ਸਮਾਇਆ ਜਾਂਦਾ। ਕਹਿੰਦੇ ਨੇ ਓੰਕਾਰ ਕੀਆ ਜਿਨ ਚਿੱਤ, ਜਿਸ ਮਨ ਨੇ ਸਤ ਨੂੰ ਪਸੰਦ ਕੀਤਾ। ਮਨ ਸਤ ਭਾਏ, ਮਨ ਨੇ ਸਤ ਪਸੰਦ ਕੀਤਾ। ਪਸੰਦ ਕਰਦੇ ਸਾਰ ਇਹ ਲੇਖਾ ਸੀ, ਇਹ ਨਿਯਮ ਸੀ, ਇਹ ਹੁਕਮ ਹੈ ਰੱਬ ਜੀ ਦਾ ਕਿ ਲੇਖਾ ਲਿਖਿਆ ਮਨ ਕੇ ਭਾਏ। ਇਹਨੇ ਸਤ ਨੂੰ ਪਸੰਦ ਕੀਤਾ, ਇਹਦਾ ਲੇਖਾ ਲਿਖਿਆ ਗਿਆ, ਇਹਨੂੰ ਸਤ ਦੀ ਪ੍ਰਾਪਤੀ ਹੋਏਗੀ। ਭਾਵ ਇਹ ਸਤ ਦੇ ਵਿੱਚ ਲੀਨ ਹੋਏਗਾ, ਇਹ ਸਮਾਏਗਾ ਸਤ ਦੇ ਵਿੱਚ। ਤੇ ਉੱਥੇ ਉਹੀ ਓੰਕਾਰ ਦੱਸਿਆ ਜਾ ਰਿਹਾ। ਓੰਕਾਰ ਕਦੋਂ ਬਣਦਾ? ਜਿਹਨੇ ਕੀਆ ਜਿਨ ਚਿੱਤ, ਜਿਸ ਨੇ ਵੀ ਓੰਗ ਨੂੰ ਚਿੱਤ ਵਿੱਚ ਵਸਾਇਆ, ਓੰਗ ਨੂੰ ਪਸੰਦ ਕੀਤਾ, ਭਾਵ ਸਤ ਨੂੰ ਪਸੰਦ ਕੀਤਾ, ਉਹ ਓੰਕਾਰ ਚ ਸਮਾ ਜਾਂਦਾ ਹੈ। ਇੱਥੇ ਉਹੀ ਗੱਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹੋ। ਕਹਿੰਦੇ ਨੇ ਇਹ ਜਿਹੜਾ ਹੁਣ ਇਹ ਓੰਕਾਰ ਦੇ ਵਿੱਚ ਸਮਾਇਆ ਹੈ ਨਾ ਮਨ, ਇਹ ਇਸ ਤੋਂ ਪਹਿਲਾਂ ਜਿਹੜਾ ਕੀ ਕਹਿੰਦੇ ਸੀ ਕਿ ਕਹਿੰਦੇ ਕਈ, ਅੱਛਾ ਦੇਖੋ ਪੂਰੀ ਕਿਤਨੀ ਪਿਆਰੀ ਸਤਿਗੁਰੂ ਜੀ ਨੇ ਗੱਲ ਇੱਕ ਹੋਰ ਦੱਸੀ ਹੈ ਇੱਥੇ। ਆਮ ਕੋਈ ਜਿਹੜੀ ਅਸੀਂ ਦੁਨੀਆ ਦੀ ਕਹਿੰਦੇ ਨੇ ਛੱਡ ਦੁਨੀਆ ਦੀ ਮੱਤ ਹੈ, ਉਹਦੇ ਵਿੱਚ ਸਾਨੂੰ ਨਾ ਸਿਰਫ 4 ਯੁੱਗਾਂ ਦੇ ਬਾਰੇ ਦੱਸਿਆ ਗਿਆ ਵੀ 4 ਯੁੱਗ ਹੀ ਹੋਏ ਨੇ। ਪਹਿਲਾ ਯੁੱਗ ਸੀ ਸਤਯੁਗ, ਫਿਰ ਦੂਜਾ ਸੀ ਦੁਆਪਰ, ਤ੍ਰੇਤਾ ਤੇ ਕਲਯੁਗ। ਲੇਕਿਨ ਸਤਿਗੁਰੂ ਜੀ 4 ਯੁੱਗ ਵੀ ਨਹੀਂ ਕਹਿ ਰਹੇ ਨੇ, ਕਹਿੰਦੇ ਨੇ 36 ਯੁੱਗ। ਔਰ 36 ਯੁੱਗ ਵੀ ਨਹੀਂ ਹੁੰਦੇ, ਫਿਰ ਉੱਪਰ ਕਹਿੰਦੇ ਨੇ ਕੇਤੇ ਯੁੱਗ। ਜਿਹੜਾ ਸ਼ਬਦ ਕੀ ਕਹਿੰਦੇ ਅਰਵਿੰਦਰ ਵੀਰ ਜੀ ਨੇ ਕੋਟ ਕੀਤਾ ਸੀ, ਜਿਹਦੇ ਵਿੱਚ ਆ ਰਿਹਾ ਸੀ ਧੁੰਦੂਕਾਰ ਨਿਰਾਲਮ ਬੈਠਾ, ਉਹਦੇ ਵਿੱਚ ਆਂਦਾ ਸਭ ਤੋਂ ਪਹਿਲਾਂ ਉਹ ਸ਼ਬਦ ਸ਼ੁਰੂ ਹੁੰਦਾ ਹੈ ਕੇਤੇ ਯੁੱਗ। ਉਹ ਵਾਲਾ ਸ਼ਬਦ ਅਗਰ ਉਹਦੇ ਵਿੱਚ ਉਹ ਸ਼ਬਦ ਸ਼ੁਰੂ ਹੁੰਦਾ ਹੈ ਕੇਤੇ ਯੁੱਗ ਵਰਤੇ ਗੁਬਾਰਾ। ਕੇਤੇ ਯੁੱਗ ਪਹਿਲਾ ਲਫ਼ਜ਼ ਕੀਤਾ, ਫਿਰ ਉਸੇ ਸ਼ਬਦ ਦੇ ਦੂਜੇ ਬੰਦ ਵਿੱਚ ਸਤਿਗੁਰੂ ਜੀ ਸ਼ਬਦ ਫੇਰ ਯੂਜ਼ ਕਰਦੇ ਨੇ ਇਹੀ ਯੁੱਗ 36 ਤਿਨੈ ਵਰਤਾਏ। ਉੱਥੇ ਜਿਹੜਾ ਲਫ਼ਜ਼ ਹੈ ਨਾ ਧੁੱਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ, ਉੱਥੇ ਪਤਾ ਕਿਹੜੇ ਧੰਦ ਦੀ ਗੱਲ ਚੱਲ ਰਹੀ ਹੈ? ਸਤਿਗੁਰੂ ਜੀ ਦਾ ਜਿਹੜਾ ਧੰਦਾ ਹੈ ਨਾ, ਸਤਿਗੁਰੂ ਜੀ ਦਾ ਧੰਦਾ ਹੈ ਗੁਸਾਈ ਸੇਵੀ ਸਚੜਾ ਵਾਲਾ। ਉਹ ਧੰਦਾ ਉਦੋਂ ਨਹੀਂ ਹੁੰਦਾ ਜਦੋਂ ਮਨ ਧੁੰਦ ਦੀ ਕਾਰ ਵਿੱਚ ਹੁੰਦਾ। ਧੁੰਦੂਕਾਰ ਵਾਲੇ ਗੁਬਾਰ ਦੇ ਵਿੱਚ ਜਦੋਂ ਸਾਡੇ ਅੰਦਰ ਮਨ ਧੁੰਦ ਦੀ ਕਾਰ ਵਿੱਚ ਕਾਰ ਕਰ ਰਿਹਾ ਹੁੰਦਾ ਹੈ, ਉਦੋਂ ਅੰਦਰ ਗੁਸਾਈ ਸੇਵੀ ਵਾਲਾ ਸੱਚੜਾ ਧੰਦ ਨਹੀਂ ਹੁੰਦਾ। ਨਾ ਤਦ ਧੰਦ, ਉਹ ਧੰਦ ਦਾ ਪਸਾਰਾ ਅੰਦਰ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਜੀ ਆਪ ਕਹਿੰਦੇ ਨੇ, ਕਹਿੰਦੇ ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੀ ਸਚੜਾ। ਸੱਚ ਨੂੰ ਸੇਵਨ, ਸੱਚ ਨੂੰ ਸੇਵਾ ਕਰਨ ਵਾਲਾ ਧੰਦਾ ਇਹ ਸੱਚਾ ਧੰਦਾ ਹੈ। ਔਰ ਇਹ ਧੰਦਾ ਉਦੋਂ ਨਹੀਂ ਹੋਏਗਾ ਜਦੋਂ ਤੱਕ ਸਾਡੇ ਅੰਦਰ ਧੁੰਦ ਦੀ ਕਾਰ ਹੋਏਗੀ, ਉਦੋਂ ਇਹ ਧੰਦਾ ਨਹੀਂ ਚੱਲੇਗਾ, ਨਾਲ ਇਹ ਧੰਦ ਦਾ ਪਸਾਰਾ ਨਹੀਂ ਚੱਲੇਗਾ। ਜਾਂ ਤਾਂ ਸਾਡੇ ਅੰਦਰ ਧੁੰਦ ਦੀ ਕਾਰ ਦਾ ਪਸਾਰਾ ਰਹੇਗਾ ਤੇ ਜਾਂ ਸਾਡੇ ਅੰਦਰ ਓੰਕਾਰ ਦਾ ਪਸਾਰਾ ਰਹੇਗਾ। ਇਹ ਦੋਨੋਂ ਇਕੱਠੇ ਨਹੀਂ ਚੱਲ ਸਕਦੇ। ਓੰਗ ਨੂੰ ਹੀ ਸਤਿਗੁਰੂ ਆਖਿਆ ਜਾਂਦਾ ਹੈ, ਸਤਿਗੁਰੂ ਜੀ ਦੀ ਕਾਰ ਨੂੰ ਹੀ ਹੁਕਮ ਦੀ ਕਾਰ ਆਖਿਆ ਜਾਂਦਾ ਹੈ, ਜਿਸ ਨੂੰ ਕਹਿੰਦੇ ਨੇ ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਹੁਣ ਇੱਥੇ ਸਤਿਗੁਰੂ ਜੀ ਉਹੀ ਸਮਝਾ ਰਹੇ ਨੇ, ਕਹਿੰਦੇ ਨੇ ਇਹ ਜਿਹੜਾ ਯੁੱਗ 36 ਦਾ ਭਾਵ ਬੇਅੰਤ ਸਮਾਂ। ਜਿਵੇਂ ਸਤਿਗੁਰੂ ਜੀ ਉਸ ਵਿੱਚ ਅਰਬਦ ਨਰਬਦ ਲਫ਼ਜ਼ ਯੂਜ਼ ਕਰ ਲਿਆ, ਉਹਦਾ ਵੀ ਮਤਲਬ ਕਿ ਬੇਅੰਤ ਸਮਾਂ, ਬੇਅੰਤ ਸਮਾਂ ਧੁੰਦੂਕਾਰ ਵਿੱਚ। ਇੱਥੇ ਉਹਨੂੰ ਯੁੱਗ 36 ਬੋਲਤਾ, ਜਦਕਿ ਦੁਨੀਆ ਸਿਰਫ 4 ਯੁੱਗਾਂ ਦੀ ਗੱਲ ਕਰਦੀ ਹੈ। ਸਤਿਗੁਰੂ ਜੀ ਨੇ ਕੇਤੇ ਯੁੱਗ ਕਹਿ ਦਿੱਤਾ, ਅਰਬਦ ਨਰਬਦ ਸਮਾਂ ਕਹਿ ਦਿੱਤਾ, ਯੁੱਗ 36 ਕਹਿ ਦਿੱਤਾ। ਕਿਉਂਕਿ ਗੁਰਬਾਣੀ ਦੀ ਉਹ ਕੀ ਕਹਿੰਦੇ, ਗੁਰਬਾਣੀ ਦੇ ਜਿਹੜੇ
ਸਾਲ ਹੈ, ਸਮਾਂ ਗੁਰਬਾਣੀ ਦੀ ਆਪਣੀ ਡੈਫੀਨੇਸ਼ਨ ਹੈ। ਇੱਕ ਘੜੀ ਨਾ ਮਿਲਤੇ ਤਾਂ ਕਹਿੰਦੇ ਕਲਯੁਗ ਹੋਤਾ। ਕਲਯੁਗ ਨੂੰ ਦੁਨੀਆ ਕਹਿੰਦੀ ਪਤਾ ਨਹੀਂ ਕਿਤਨੇ ਲੱਖਾਂ ਸਾਲਾਂ ਦਾ, ਕਰੋੜਾਂ ਸਾਲਾਂ ਦਾ ਕਲਯੁਗ ਹੁੰਦਾ। ਗੁਰਬਾਣੀ ਕਹਿੰਦੀ ਇੱਕ ਘੜੀ ਦੇ ਨਾਲ ਕਲਯੁਗ ਦਾ ਸਮਾਂ, ਇੱਕ ਘੜੀ ਨਾ ਮਿਲਤੇ ਤਾਂ ਕਹਿੰਦੇ ਕਲਯੁਗ ਹੋਤਾ। ਪਾਵ ਕਿ ਇਤਨੇ ਲੰਮਾ ਸਮੇਂ ਦਾ ਕੀ ਕਹਿੰਦੇ ਤੇਰੇ ਅੰਦਰ ਪਸਾਰਾ ਹੋ ਜਾਂਦਾ। ਇੱਕ ਘੜੀ ਨੂੰ ਤਾਂ ਗੁਰਬਾਣੀ ਕਲਯੁਗ ਆਖ ਰਹੀ ਹੈ। ਕਹਿੰਦੇ ਨੇ ਯੁਗ 36 ਭਾਵ ਬਹੁਤ ਸਮਾਂ ਸਾਡੇ ਅੰਦਰ ਮਾਇਆ ਦੀ ਧੁੰਦ ਦਾ ਪਸਾਰਾ ਗੁਬਾਰ ਬਣਿਆ ਰਹਿੰਦਾ ਹੈ। ਕਹਿੰਦੇ ਨੇ ਤੂੰ ਆਪੇ ਜਾਣੈ ਸਿਰਜਣਹਾਰਾ। ਅੱਛਾ, ਜਾਣਿਆ ਕਿਵੇਂ? ਗੁਰਬਾਣੀ ਵਿੱਚ ਰਹਿਰਾਸ ਸਾਹਿਬ ਵਿੱਚ ਵੀ ਆਉਂਦੇ ਨੇ, ਇਹਨੂੰ ਪਤਾ ਕਿਵੇਂ ਲੱਗਿਆ ਵੀ ਮੇਰੇ ਅੰਦਰ ਯੁਗ 36 ਦਾ ਇਹਨੇ ਵਿਕਾਰਾਂ ਦਾ ਇਤਨਾ ਸਮਾਂ ਗੁਬਾਰ ਪਿਆ ਸੀ। ਕਹਿੰਦੇ ਨੇ ਜਿਹਨੂੰ ਤੂੰ ਜਾਣਾ ਏ ਸੋਈ ਜਨ ਜਾਣੈ। ਇਹ ਮਨ ਅੰਦਰ ਵਸਦੇ ਸਤਿਗੁਰੂ ਦੀ ਸ਼ਰਨ ਚ ਆਇਆ। ਪਹਿਲਾਂ ਇਹਨੇ ਸਤਿਗੁਰੂ ਜਿਸ ਨੇ ਇਸਨੂੰ ਇਹ ਜਾਣਾਇਆ, ਜਿਸ ਨੂੰ ਤੂੰ ਜਾਣਾਏ। ਪਹਿਲਾ ਮਨ ਦੂਜੇ ਭਾਏ ਦੀ ਸ਼ਰਨ ਚ, ਦੂਜਾ ਭਾਉ ਨੂੰ ਪਸੰਦ ਕਰਕੇ ਬੈਠਾ ਸੀ। ਹੁਣ ਇਸਨੇ ਮਨ ਨੇ ਸਤ ਨੂੰ ਪਸੰਦ ਕੀਤਾ। ਮਨ ਸਤ ਭਾਏ, ਇਹਨੂੰ ਹੀ ਭਗਤੀ ਕਹਿੰਦੇ ਆ ਗੋਬਿੰਦ ਦੀ। ਮਨ ਨੇ ਸਤ ਨੂੰ ਪਸੰਦ ਕੀਤਾ, ਸਤਿਗੁਰੂ ਜੀ ਅੰਦਰ ਵਸਦੇ ਨੇ। ਸਤਿਗੁਰੂ ਜੀ ਨੇ ਇਹਨਾਂ ਨੂੰ ਆਪਣਾ ਸਤਿਗੁਰ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਸਤਿਗੁਰੂ ਜੀ ਨੇ ਇਹਨਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ। ਮਨ ਨੂੰ ਜਾਣਾਇਆ, ਇਹ ਸਮਝਾਇਆ ਕਿ ਤੇਰੇ ਅੰਦਰ ਧੁੰਦੂਕਾਰ ਦੀ ਨਿਰਾਲਮ ਧੁੰਦੂਕਾਰ ਚੱਲ ਰਿਹਾ ਹੈ, ਗੁਬਾਰ ਚੱਲ ਰਿਹਾ ਵਿਕਾਰਾਂ ਦਾ। ਇਹਨੂੰ ਸਮਝਾਇਆ ਕਿਨੇ? ਅੰਦਰ ਵਸਦੇ ਸਤਿਗੁਰੂ ਜੀ। ਅੱਛਾ, ਅੰਦਰ ਵਸਦੇ ਸਤਿਗੁਰੂ ਜੀ ਨੇ ਇਸ ਨੂੰ ਸਮਝਾਇਆ। ਇਹ ਸਮਝ ਕੇ ਓੰਕਾਰ ਦੇ ਵਿੱਚ ਲੀਨ ਹੋ ਗਿਆ, ਓੰਕਾਰ ਦੇ ਵਿੱਚ ਸਮਾ ਗਿਆ। ਕਿਉਂ? ਇਹਨੇ ਕੀਆ ਚਿੱਤ ਕਰ ਲਿਆ। ਜੋ ਸਤਿਗੁਰੂ ਜੀ ਨੇ ਇਹਨੂੰ ਸਮਝਾਇਆ, ਇਸਨੇ ਕੀਆ ਜਿਨ ਚਿੱਤ ਵਿੱਚ ਉਹ ਚੀਜ਼ ਵਸਾ ਲਈ, ਸਤਿਗੁਰੂ ਜੀ ਦੀ ਸਿੱਖਿਆ ਵਸਾ ਲਈ। ਤਾਂ ਹੀ ਕਿ ਆਖਰੇ ਨੇ ਕਹਿੰਦੇ ਤੂੰ ਆਪੇ ਜਾਣੈ। ਤੂੰ ਸਿਰਜਣਹਾਰ ਨੂੰ ਆਪ ਜਾਣਿਆ, ਪਹਿਲਾਂ ਸਿਰਜਣਹਾਰ ਤੋਂ ਜਾਣਿਆ। ਸਿਰਜਣਹਾਰ ਹੈ ਸਤਿਗੁਰੂ ਜੋ ਅੰਦਰ ਵਸਦੇ ਨੇ। ਉਸ ਤੋਂ ਤੂੰ ਜਾਣ ਕੇ ਤੂੰ ਖੁਦ ਸਿਰਜਣਹਾਰ ਚ ਸਮਾ ਕੇ ਸਿਰਜਣਹਾਰਾ ਬਣ ਗਿਆ। ਹੁਣ ਤੂੰ ਅੰਦਰਲੀ ਸ੍ਰਿਸ਼ਟੀ ਤੇਰੇ ਸਤਿਗੁਰੂ ਜੀ ਹੀ ਸਵਾਰ ਨੇ। ਹੁਣ ਕਹਿੰਦੇ ਹੋਰ ਕਿਆ ਕੋ ਕਹੈ ਕਿ ਆਖ ਪਾਣਾ, ਤੂੰ ਆਪੇ ਕੀਮਤ ਪਾਉਂਦਾ। ਇਹਨੂੰ ਕਹਿੰਦੇ ਨੇ ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਹੁਣ ਜਿਹੜੇ ਅੰਦਰਲੇ ਜਿਤਨੇ ਜੀ ਜੰਤ ਨੇ ਨਾ, ਉਹ ਤੈਨੂੰ ਕਹਿ ਨਹੀਂ ਸਕਣਗੇ ਤੇਰੀ ਇਸ ਅਵਸਥਾ ਬਾਰੇ ਕੁਝ। ਹਾਂ, ਤੇਰੇ ਚ ਸਮਾ ਸਕਦੇ ਨੇ। ਜਿਵੇਂ ਤੂੰ ਸਤਿਗੁਰੂ ਜੀ ਦੇ ਬਾਰੇ ਆਖ ਨਹੀਂ ਸਕਦਾ ਸਤਿਗੁਰੂ ਜੀ ਸਮੁੰਦਰ ਕਿਤਨਾ ਵੱਡਾ ਹੈ। ਇੱਕ ਬੂੰਦ ਆਖ ਨਹੀਂ ਸਕਦੀ ਕਿ ਸਮੁੰਦਰ ਕਿਤਨਾ ਵੱਡਾ ਹੈ, ਜਾਂ ਸਮੁੰਦਰ ਦੀ ਥਾਂ ਨਹੀਂ ਪਾ ਸਕਦੀ। ਹਾਂ, ਉਹ ਸਮਾ सकती है समुद्र ਦੇ ਵਿੱਚ। ये सुखविंदर वीर जी, एक क्वेश्चन था। आपने कहा कि मन ने चित्त को समझाया, वो कैसे? नहीं, चित्त को समझाया नहीं, चित्त विच वसाया। किया जिन चित्त, चित्त दे तत्ते ਨੂੰ ਵੀ ਸਿਹਾਰਿਆ। चित्त विच जो गल सतगुरु जी ने समझाई उसने चित्त विच वसा लई। किसने? मन ने? हाँ जी, हाँ जी, मन ने। तो मन ने चित्त में कैसे? वो नहीं सर, चित्त और मन में फर्क बताएंगे? एक ही चित्त, एक ही गल है, इको ही गल है। भाव मन विच ओ गल वसा लई, चित्त विच ओ गल वसा लई। इको ही गल है, इको ही गल है। नहीं, आपने कहा मन ने, ठीक है, एक ओके, थैंक यू। भैन जी, उत्थे जिहड़ी लफ्ज़ आ रहा ना, ओंकार किया जिन चित्त, जिसने चित्त दे विच ओंकार दी सिੱਖਿਆ ਨੂੰ ਵਸਾ ਲਿਆ, जिसने मन दे विच ओंकार दी सिੱਖਿਆ ਨੂੰ ਵਸਾ ਲਿਆ। लफ्ज़ सतगुरु जी अलग अलग यूज करते हैं, इको ही मतलब है दोनों। चित्त का मतलब भी वही है, मन का मतलब भी वही है। लफ्ज़ इको ही गल है। नहीं, आपने जो बोला वो थोड़ा कि आपने कहा सदगुरु की वो लेके शिक्षा लेके जिस मन ने अपने चित्त में बिठा दिया। हाँ, उसਨੂੰ ਆਪਾਂ ਇਸ ਤਰ੍ਹਾਂ ਵੀ ਸਮਝ ਸਕਦੇ, ਆਪਾਂ ਇਹ ਕਹਿ ਸਕਦੇ ਹਾਂ ਸਤਿਗੁਰੂ ਜੀ ਦੀ ਸਿੱਖਿਆ ਲੈ ਕੇ ਜਦੋਂ ਅਸੀਂ ਆਪਣੇ ਮਨ ਵਿੱਚ ਵਸਾ ਲੈਂਦੇ ਹਾਂ, ਚਿੱਤ ਵਿੱਚ ਵਸਾ ਲੈਂਦੇ ਹਾਂ। ਅਸੀਂ ਮਤਲਬ ਮਨ ਹੀ ਤਾਂ ਬਸਾਏਗਾ ਨਾ। नो ਭੈਣ ਜੀ, ਮੇਰੀ ਗੱਲ ਸੁਣੋ। ਗੁਰਬਾਣੀ ਜੋ ਸਾਨੂੰ ਕਹਿੰਦੀ ਹੈ ਨਾ, ਗੁਰਬਾਣੀ ਅਸੀਂ ਬਾਰ-ਬਾਰ ਗੱਲ ਕਰਦੇ ਹਾਂ। ਗੁਰਬਾਣੀ ਸਿੱਖ ਕਿਸ ਨੂੰ ਆਖਦੀ ਹੈ? ਸਾਡੇ ਧਿਆਨ ਨੂੰ, ਸੁਰਤ ਨੂੰ। ਸਾਡਾ ਧਿਆਨ ਜਿਹੜਾ ਅੰਦਰ ਵਸਦੇ ਰੱਬ ਜੀ ਜੋ ਸਾਨੂੰ ਜਾਣਾਏਗੇ, ਜੋ ਸਾਨੂੰ ਅੰਦਰ ਸਤਿਗੁਰੂ ਆਪਣੇ ਉਪਦੇਸ਼ ਰੂਪ ਸਾਡੇ ਨਾਲ ਹੈ, ਉਹ ਸਾਨੂੰ ਜੋ ਉਪਦੇਸ਼ ਦੇ ਰਹੇ, ਜੇ ਅਸੀਂ ਉਹਦੇ ਵੱਲ ਧਿਆਨ ਹੀ ਨਹੀਂ ਕਰਾਂਗੇ ਤਾਂ ਉਪਦੇਸ਼ ਸਾਡੇ ਅੰਦਰ ਵਸੇਗਾ ਕਿਵੇਂ? ਅਸੀਂ ਧਿਆਨ ਸਾਡੇ ਧਿਆਨ ਨੂੰ ਹੀ। ਹਾਂਜੀ, इट मींस मन धुंधुकारा में थी पर सूरत सदगुरु से जुड़ी हुई थी। नहीं, जिथे साडा ध्यान हुंदा है ਉਹੀ ਮਤ ਸਾਨੂੰ ਪ੍ਰਾਪਤ ਹੁੰਦੀ ਹੈ, ਉਹੀ ਸਾਨੂੰ ਬੁੱਧ ਪ੍ਰਾਪਤ ਹੁੰਦੀ ਹੈ, ਉਹੀ ਸਾਡੇ ਮਨ ਦੀ ਮਤ ਬਣ ਜਾਂਦੀ ਹੈ। ਉਹੀ ਮਨ ਆਪਣੇ ਮਨ ਵਿੱਚ ਉਹੀ ਵਸਦਾ ਜਿੱਥੇ ਸਾਡਾ ਧਿਆਨ ਹੋਏਗਾ। ਸਤਿਗੁਰੂ ਜੀ ਸਾਨੂੰ ਉਹੀ ਸਮਝਾਉਂਦੇ ਨੇ, ਕਹਿੰਦੇ
ਸਾਨੂੰ ਸਭ ਤੋਂ ਪਹਿਲਾਂ ਇਹੀ ਕਹਿੰਦੇ ਨੇ ਕਿ ਤੁਸੀਂ ਇਹ ਸਮਝੋ ਕਿ ਸ਼ਬਦ ਗੁਰੂ ਹੈ, ਸ਼ਬਦ ਹੀ ਸਤਿਗੁਰੂ ਹੈ, ਲੇਕਿਨ ਸੂਰਤ ਧੁਨ ਚੇਲਾ, ਅਸੀਂ ਆਪਣਾ ਧਿਆਨ ਨੂੰ ਸਤਿਗੁਰੂ ਦਾ ਚੇਲਾ ਬਣਾਉਣਾ। ਭਾਵ ਧਿਆਨ ਸਾਡਾ ਸਤਿਗੁਰੂ ਜੀ ਦੀ ਜੋ ਸਤਿਗੁਰੂ ਜੀ ਸਾਨੂੰ ਬੋਲਦੇ ਨੇ, ਸਾਡਾ ਧਿਆਨ ਉਹਦੇ ਵਿੱਚ ਹੋਏਗਾ। ਫਿਰ ਕੀ ਹੋਏਗਾ, ਸਾਡੇ ਧਿਆਨ ਦੇ ਨਾਲ ਸਾਨੂੰ ਉਹ ਸਾਡੀ ਮਤ ਘੜੀ ਜਾਵੇਗੀ। ਸਾਨੂੰ ਸੁਰਤ ਕੀ ਕਹਿੰਦੇ ਨੇ, ਤਿੱਥੈ ਘੜੀਐ ਸੁਰਤ ਮਤ, ਸੁਰਤ ਨੂੰ ਉਹ ਮਤ ਪ੍ਰਾਪਤ ਹੁੰਦੀ ਹੈ। ਧਿਆਨ ਨੂੰ ਜਿੱਥੇ ਧਿਆਨ ਲਾਵਾਂਗੇ ਉਹ ਮਤ ਪ੍ਰਾਪਤ ਹੋਏਗੀ। ਉਹ ਮਤ ਦੇ ਨਾਲ ਮਨ ਨੂੰ ਬੁੱਧੀ ਮਿਲਦੀ, ਇੰਟੈਲੀਜੈਂਸੀ ਮਿਲਦੀ, ਮਨ ਨੂੰ ਦ੍ਰਿੜਤਾ ਆ ਜਾਂਦੀ ਹੈ, ਉਸ ਤੇ ਬੁੱਧ ਮਿਲਦੀ ਹੈ। ਉਸ ਨੂੰ ਕਹਿੰਦੇ ਨੇ ਹੋਵੇ ਮਨ ਬੁੱਧ। ਮਨ ਨੂੰ ਬੁੱਧ ਤਾਂ ਪ੍ਰਾਪਤ ਹੁੰਦੀ ਹੈ ਅਗਰ ਸੁਰਤ ਦਾ ਸਾਡੇ ਧਿਆਨ ਸਤਿਗੁਰੂ ਜੀ ਦੀ ਸਿੱਖਿਆ ਵਿੱਚ ਜਾਏਗਾ। ਜੋ ਸਤਿਗੁਰੂ ਜੀ ਸਿੱਖਿਆ ਦਿੰਦੇ, ਅਸੀਂ ਪਹਿਲਾਂ ਧਿਆਨ ਲਾ ਕੇ ਉਹ ਸੁਣਨਾ ਹੈ। ਜਿਸ ਨੂੰ ਸੁਣਿਆ ਵਾਲੀ ਪੌੜੀ ਚ ਐਕਸਪਲੇਨ ਕੀਤਾ, ਅਸੀਂ ਧਿਆਨ ਲਾ ਕੇ ਉਸ ਨੂੰ ਸੁਣਨਾ ਹੈ, ਤਾਂ ਹੀ ਅਸੀਂ ਉਸ ਨੂੰ ਫਿਰ ਉਸ ਨੂੰ ਮੰਨਣਾ ਹੈ। ਮੰਨਣ ਦੇ ਨਾਲ ਹੋਵੇ ਮਨ ਬੁੱਧ ਪ੍ਰਗਟ ਹੋਏਗੀ। ਕਹਿੰਦੇ ਨੇ ਨਾ ਮੰਨੈ ਸੁਰਤ, ਜਿੱਥੇ ਸਾਡੀ ਸੁਰਤੀ ਦਾ ਸਾਡਾ ਧਿਆਨ ਸਤਿਗੁਰੂ ਦੀ ਸਿੱਖਿਆ ਵਿੱਚ ਗਿਆ, ਸਾਨੂੰ ਉਹ ਮਤ ਮਿਲੀ। ਉਸ ਨੂੰ ਹੁਣ ਮਨ ਨੇ ਮੰਨਣਾ ਹੈ, ਤਾਂ ਉਹਦੇ ਅੰਦਰ ਬੁੱਧ ਪ੍ਰਗਟ ਹੋਏਗੀ। ਸੁਰਤ ਦੀ ਮੰਨੇਗਾ ਮਨ। ਇਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਅਸੀਂ ਆਪਣੇ ਧਿਆਨ ਨੂੰ ਹੀ ਸਿੱਖ ਸਮਝਣਾ ਹੈ, ਧਿਆਨ ਨੂੰ ਹੀ ਹਿੰਦੂ, ਮੁਸਲਮਾਨ, ਈਸਾਈ ਸਮਝਣਾ ਹੈ, ਕਿਉਂਕਿ ਧਿਆਨ ਹੀ ਸਿੱਖ ਜਾਂ ਮੁਸਲਮਾਨ ਬਣਦਾ ਹੈ। ਅਗਰ ਸਾਡਾ ਧਿਆਨ ਸ਼ਬਦ ਵਿੱਚ ਨਹੀਂ ਹੈ, ਅਸੀਂ ਸ਼ਬਦ ਦੇ ਸਿੱਖ ਨਹੀਂ ਹਾਂ। ਅਗਰ ਜਿੱਥੇ ਸਾਡਾ ਧਿਆਨ ਹੋਏਗਾ, ਸਾਡਾ ਧਿਆਨ ਦੁਨਿਆਵੀ ਕਿਸੇ ਪੜ੍ਹਾਈ ਚ ਹੁੰਦਾ, ਸਾਨੂੰ ਉਹ ਡਿਗਰੀ ਪ੍ਰਾਪਤ ਹੋ ਜਾਂਦੀ ਹੈ। ਦੈਟਸ ਇਟ। ਗੁਰਬਾਣੀ ਸਾਨੂੰ ਕਹਿੰਦੇ ਸਾਡਾ ਮਨ ਜਦੋਂ ਅੰਦਰ ਵਧੇ ਸਤਿਗੁਰੂ ਦੀ ਸਿੱਖਿਆ ਨੂੰ, ਉਹ ਸਤਿਗੁਰੂ ਜੀ ਆਪ ਜਾਣਾਉਂਦਾ ਹੈ। ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣਾ ਹੈ। ਪਹਿਲਾਂ ਮਨ ਵੀ ਅੰਦਰ ਵਧੇ ਸਤਿਗੁਰੂ ਜੀ ਤੋਂ ਇਹ ਜਾਣਦਾ ਹੈ, ਸਿੱਖਿਆ ਲੈ ਕੇ ਮੰਨਦਾ ਹੈ ਤੇ ਆਪ ਸਿਰਜਣਹਾਰਾ ਵਿੱਚ ਸਮਾ ਜਾਂਦਾ ਹੈ। ਫਿਰ ਆਪਣੇ ਅੰਦਰਲੇ ਜੀਵ ਜਨਤਾ ਨੂੰ ਵੀ ਉਹ ਸਿੱਖਿਆ ਜਣਾਉਂਦਾ ਹੈ ਆਪ। ਇਹ ਗੱਲਾਂ ਜਿਸ ਤਰ੍ਹਾਂ ਆਪ ਜਣਾਇਆ, ਉਵੇਂ ਆਪਣੇ ਅੱਗੇ ਉਹਨਾਂ ਨੂੰ ਵੀ ਜਨਵਾਉਂਦਾ ਹੈ। ਪਰ ਉਹ ਸਾਰੇ ਫਿਰ ਇਹਦੀ ਕਹਿ ਨਹੀਂ ਸਕਦੇ, ਇਹਦੇ ਚ ਉਹ ਵੀ ਸਮਾ ਜਾਂਦੇ ਨੇ। ਕਹਿੰਦੇ ਨੇ ਕਹਿਣਾ ਵਾਲੇ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਇਹਨਾਂ ਨੂੰ ਸਤਿਗੁਰੂ ਜੀ ਦੀ ਮੱਤ ਪ੍ਰਾਪਤ ਹੋ ਜਾਂਦੀ ਹੈ, ਲੇਕਿਨ ਇਹ ਆਖ ਨਹੀਂ ਸਕਦੇ ਕਿ ਸਮੁੰਦਰ ਕਿਤਨਾ ਵੱਡਾ। ਹਾਂ, ਸਮੁੰਦਰ ਚ ਸਮਾਇਆ ਜਾਂਦਾ ਹੈ, ਸਮੁੰਦਰ ਦੇ ਵਿੱਚ ਸਮਾ ਜਾਂਦੇ ਨੇ, ਕਹਿ ਨਹੀਂ ਸਕਦੇ ਸਮੁੰਦਰ ਕਿਤਨਾ ਵੱਡਾ। ਲੇਕਿਨ ਸਮੁੰਦਰ ਤੇ ਹੁਣ ਇਸ ਬੂੰਦ ਵਿੱਚ ਕੋਈ ਭੇਦ ਨਹੀਂ ਰਹਿੰਦਾ। ਹਰ ਜਨ ਦੋਇ ਏਕ ਹੈ, ਜੋਤੀ ਜੋਤ ਰਲੀ ਹੋ ਜਾਂਦਾ ਹੈ। ਸਾਡੀ ਜੋਤ ਤੇ ਸਤਿਗੁਰੂ ਜੀ ਨਾਮ ਦੀ ਜੋਤ ਵਿੱਚ ਰਲ ਜਾਂਦੇ, ਫਿਰ ਜੋਤ ਇੱਕੋ ਹੀ ਰਹਿ ਜਾਂਦੀ ਹੈ, ਨਾਮ ਦੀ ਜੋਤ। ਉਹੀ ਸਤਿਗੁਰੂ ਜੀ ਇੱਥੇ ਸਮਝਾ ਰਹੇ ਹਨ। ਹਾਂਜੀ जी वीर जी, ओंकार ਨੂੰ ਆਪ ਜੀ ਨੇ ਬੜਾ ਅੱਛਾ ਖੋਲ ਕੇ ਸਮਝਾਣਾ ਕੀਤਾ। ਇੱਕ ਮਿੰਟ ਜੀ, ਮੈਂ ਜੀ ਜੀ ਅੱਛਾ, ਕਿਸੇ ਹੋਰ ਨਾਰਮਲੀ ਅਸੀਂ ਜਦੋਂ ਦੇਖਨੇ ਪੈਣਾ ਗੁਰਬਾਣੀ, ਜਦੋਂ ਧੰਦਾ ਵਰਡ ਆਂਦਾ ਪਿਆ ਨਾ, ਅਸੀਂ ਪਹਿਲਾਂ ਵੀ ਲਾਈਨ ਕੋਡ ਕੀਤੀ ਸੀ ਬਈ ਏਕਸ ਬਿਨ ਸਭ ਧੰਦ ਹੈ, ਜਾਂ ਹਰ ਕੇ ਨਾਮ ਬਿਨਾ ਜਗ ਧੰਦਾ, ਜਾਂ ਧੰਦਾ ਧਾਵਤ ਮਨ ਭਇਆ ਮਨੂਰਾ, ਮੁੱਠੀ ਧੰਦਾ ਚੋਰ। ਵੀ ਗੁਰਬਾਣੀ ਵਿੱਚ ਕਿਥੇ ਵੀ ਰੱਬ ਦੇ ਜੋ ਕਾਰ ਹੈ ਉਹਨੂੰ ਧੰਦਾ ਕਰਕੇ ਜੇ ਸੰਬੋਧਨ ਕੀਤਾ ਗਿਆ ਹੋਵੇ, ਤੇ ਜੇ ਕੋਈ ਵੀਰ ਜੀ ਸ਼ਬਦ ਕੋਈ ਸ਼ੇਅਰ ਕਰ ਸਕਣ ਜਿੱਥੇ ਰੱਬ ਦੀ ਕਾਰ ਜਿਹੜੀ ਹੈ ਨਾ, ਅਸੀਂ ਦੁਨੀਆਵੀ ਅਸੀਂ ਜਿਤਨੇ ਦੇਖਨੇ ਪਏ ਉਹਨਾਂ ਵਿੱਚ ਸਾਰਿਆਂ ਵਿੱਚ ਧੰਦਾ ਉਸ ਚੀਜ਼ ਨੂੰ ਕਿਹਾ ਜਾ ਰਿਹਾ ਹੈ ਵੀ ਜਿਹਦੇ ਵਿੱਚ ਰੱਬ ਨਹੀਂ ਹੈ। ਕੀ ਗੁਰਬਾਣੀ ਵਿੱਚੋਂ ਐਸੀ ਕੋਈ ਪੰਕਤੀ ਸਾਨੂੰ ਮਿਲ ਜਾਏਗੀ ਜਿੱਥੇ ਰੱਬ ਜੋ ਕਾਰ ਕਰਦਾ ਪਿਆ ਉਹਨੂੰ ਧੰਦਾ ਕਿਹਾ ਗਿਆ ਹੋਵੇ? ਅੱਜ ਨਹੀਂ, ਭਾਵੇਂ ਕੱਲ ਪਰਸੋਂ 2 ਦਿਨ, ਜਦੋਂ ਕੋਈ ਲਾਈਨ ਆਵੇ ਆਪ ਜੀ ਨੂੰ ਜ਼ਰੂਰ ਸ਼ੇਅਰ ਕਰ ਦੇ। ਵੀਰ ਜੀ ਆਪਾਂ ਨਾ ਵੀਰ ਜੀ 7-8 ਸ਼ਬਦਾਂ ਦੇ ਪਹਿਲਾਂ ਨਾ ਇੱਕ ਸ਼ਬਦ ਆਪਾਂ ਸਾਰੇ ਹੀ ਇੱਥੇ ਵਿਚਾਰ ਕੇ ਗਏ ਆ, ਜਿਹਦੇ ਵਿੱਚ ਇਹ ਆਂਦਾ ਸੀ ਕਿ ਅੰਦਰ ਨਾ ਇੱਕ ਬਾਜ਼ਾਰ ਲੱਗਾ ਹੋਇਆ ਹੈ। ਸ਼ਾਇਦ ਤੁਹਾਨੂੰ ਯਾਦ ਆ ਜਾਏਗਾ, ਅੰਦਰ ਇੱਕ ਬਾਜ਼ਾਰ ਲੱਗਾ ਹੋਇਆ ਸੀ ਤੇ ਉਹਦੇ ਅੰਦਰ ਸੀ ਕੀ ਕਹਿੰਦੇ ਹੱਟ ਬਣੇ ਹੋਏ ਸੀ। ਸ਼ਾਇਦ ਉਹ ਵਾਲਾ ਸ਼ਬਦ ਮੈਨੂੰ ਯਾਦ ਨਹੀਂ, ਲੇਕਿਨ 7-8 ਸ਼ਬਦਾਂ ਦੇ ਪਹਿਲਾਂ ਉਹ ਸੀ ਹੱਟ ਬਾਜ਼ਾਰਾਂ ਦਾ ਜ਼ਿਕਰ ਆਇਆ ਸੀ। ਹੱਟ ਬਾਜ਼ਾਰਾਂ ਸੀ ਕਿ ਅੰਦਰ ਇੱਕ ਬਾਜ਼ਾਰ ਲੱਗਾ ਹੋਇਆ, ਉੱਥੇ ਡਿਫਰੈਂਟ ਦੁਕਾਨਾਂ ਨੇ, ਹੱਟੀਆਂ ਬਣੀਆਂ ਹੋਈਆਂ ਤੇ ਮਨ ਦੀ ਹੱਟੀ ਹੈ। ਪਰ ਉਸ ਅੰਦਰਲੇ ਬਾਜ਼ਾਰ ਦਾ ਪ੍ਰਧਾਨ, ਇੱਕ ਜਿਵੇਂ ਆਪਾਂ ਸਮਝਦੇ ਨਾ ਬਾਹਰਲੀ ਸੁਸਾਇਟੀ, ਬਾਹਰਲੇ ਬਾਜ਼ਾਰ ਦਾ ਇੱਕ ਪ੍ਰਧਾਨ ਹੁੰਦਾ ਤੇ ਬਾਕੀ ਸਾਰੇ, ਜਦ ਕਿ ਮਨ ਦੀ ਹੱਟੀ ਵੀ ਅੰਦਰ ਹੀ ਹੁੰਦੀ ਹੈ ਪਰ ਮਨ ਪ੍ਰਧਾਨ ਬਣਾਇਆ। ਉੱਥੇ ਇੱਕ ਵਪਾਰ ਹੁੰਦਾ ਹੈ। ਵਪਾਰ ਵੀ 2 ਤਰ੍ਹਾਂ ਦਾ, ਉਸੇ ਸ਼ਬਦ ਵੀ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਸੀ, 2 ਤਰ੍ਹਾਂ ਦੇ ਅੰਦਰ ਵਪਾਰ ਹੁੰਦੇ ਨੇ। ਜਾਂ ਤਾਂ ਹੁੰਦਾ ਸੀ ਨਾਮ ਦਾ ਵਪਾਰ, ਅੰਦਰ ਦੱਸ ਉਸ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਸੀ, ਜਾਂ ਤਾਂ ਉੱਥੇ ਹੁੰਦਾ ਸੀ ਨਾਮ ਦਾ ਵਪਾਰ, ਜਾਂ ਉੱਥੇ ਹੁੰਦਾ ਸੀ ਅਵਗੁਣਾ ਦਾ ਵਪਾਰ, ਜਿਸ ਨੂੰ ਜਪਜੀ ਸਾਹਿਬ ਵਿੱਚ ਵੀ ਆਖਦੇ ਨੇ ਕਿ ਅਮੁੱਲ ਗੁਣ ਅਮੁੱਲ ਵਪਾਰ। ਜਦੋਂ ਅਸੀਂ
ਸਤ ਨੂੰ ਪਸੰਦ ਕਰਦੇ ਹਾਂ, ਭਾਵ ਸਤਿਗੁਰੂ ਜੀ ਨੂੰ ਪਸੰਦ ਕਰਦੇ ਹਾਂ, ਭਾਵ ਸਤਿਗੁਰੂ ਜੀ ਦੇ ਗੁਣਾਂ ਨੂੰ ਪਸੰਦ ਕਰਦੇ ਹਾਂ, ਤਾਂ ਸਾਡੇ ਅਸੀਂ ਅੰਦਰ ਸਾਡਾ ਜਿਹੜਾ ਹੱਟ ਹੈ ਉੱਥੇ ਅਸੀਂ ਖੁੱਲਿਆ ਹੱਟ ਹੋਆ ਵਪਾਰ ਕੀ ਕਰਦੇ ਹਾਂ, ਉੱਥੇ ਅਸੀਂ ਗੁਣਾਂ ਦਾ ਵਪਾਰ ਕਰਦੇ ਹਾਂ। ਇਸ ਨੂੰ ਕਹਿੰਦੇ ਨੇ ਗੁਣਾਂ ਦਾ ਧੰਦਾ ਕਰਦੇ ਹਾਂ। ਗੁਣਾਂ ਦਾ ਧੰਦਾ ਭਾਵ ਗੁਣ ਲੈਂਦੇ ਹਾਂ, ਗੁਣ ਦਿੰਦੇ ਹਾਂ। ਤੇ ਜਦੋਂ ਅਸੀਂ ਗੁਣਾਂ ਦਾ ਵਪਾਰ ਨਹੀਂ ਕਰਦੇ, ਸਤਿਗੁਰੂ ਜੀ ਗੁਣਾਂ ਦਾ ਵਪਾਰ ਨਹੀਂ ਕਰਦੇ, ਤੇ ਅਵਗੁਣਾਂ ਦੇ ਵਿੱਚ ਵੀ ਅਵਗੁਣਾਂ ਦਾ ਵਪਾਰ ਵੀ ਅੰਦਰ ਹਮੇਸ਼ਾ ਚੱਲ ਰਿਹਾ। ਉਸ ਨੂੰ ਕਹਿੰਦੇ ਨੇ ਅਵਗੁਣਾਂ ਦਾ ਧੰਦਾ, ਭਾਵ ਅਵਗੁਣ ਹੀ ਲੈਂਦੇ ਪਿਆ ਤੇ ਅਵਗੁਣ ਹੀ ਦੇ ਰਹੇ ਅੱਗੇ। ਸਾਡਾ ਮਨ ਕੀ ਕਰਦਾ, ਜਦੋਂ ਅਸੀਂ ਦੂਜੇ ਭਾਏ ਵਿੱਚ ਜੀਵਨ ਬਤੀਤ ਕਰਦੇ ਹਾਂ ਤਾਂ ਅਸੀਂ ਦੁਰਮਤ ਹੀ ਲੈਂਦੇ ਹਾਂ, ਤੇ ਜੋ ਸਾਡੇ ਕੋਲ ਚੀਜ਼ ਹੈ ਉਹੀ ਅਸੀਂ ਦੇ ਪਾਵਾਂਗੇ ਨਾ। ਕਹਿੰਦੇ ਨੇ ਜੋ ਜੀ ਹੋਏ ਸੋ ਉਗਵੇ, ਜੋ ਸਾਡੇ ਕੋਲ ਹੈ ਅਸੀਂ ਉਹੀ ਅੱਗੇ ਦਿੰਦੇ ਪਏ ਹਾਂ। ਦੁਰਮਤ ਸਾਡੇ ਕੋਲ ਹੈ, ਸਾਡੇ ਕਰਮ ਵੀ ਦੁਰਮਤ ਵਾਲੇ ਨੇ, ਤੇ ਅਸੀਂ ਆਪਣੇ ਅੰਦਰਲੇ ਜੀਆਂ ਜਨਤਾ ਨੂੰ ਵੀ ਦੁਰਮਤ ਵੰਡ ਰਹੇ ਹਾਂ, ਤੇ ਬਾਹਰਲੇ ਕੀ ਕਹਿੰਦੇ ਸੰਸਾਰ ਵਿੱਚ ਵੀ ਦੁਰਮਤ ਦਾ ਕੰਮ ਕਰ ਰਹੇ ਹਾਂ, ਸੰਸਾਰ ਵਿੱਚ ਵੀ ਠੱਗੀਆਂ ਮਾਰ ਰਹੇ ਹਾਂ। ਸਾਡਾ ਮਤਲਬ ਧੰਦਾ ਗੁਣਾ ਰੂਪੀ ਵਪਾਰ ਨਹੀਂ ਹੋਇਆ, ਅਵਗੁਣਾ ਰੂਪੀ ਵਪਾਰ ਹੁੰਦਾ ਅੰਦਰ ਹੁੰਦਾ। ਜਾਂ ਅੰਦਰ ਗੁਣਾ ਦਾ ਵਪਾਰ ਚੱਲੇਗਾ ਜਾਂ ਅੰਦਰ ਅਵਗੁਣਾ ਦਾ ਵਪਾਰ ਚੱਲੇਗਾ। ਦੋਨੋਂ ਇਕੱਠੇ ਨਹੀਂ ਚੱਲ ਸਕਦੇ। ਜਾਂ ਅੰਦਰ ਗੁਸਾਈ ਸੇਵੀ ਸਚੜਾਲਾ ਧੰਦਾ ਚੱਲੇਗਾ, ਤੇ ਜਾਂ ਅੰਦਰ ਚੱਲੇਗਾ ਗੁਸਾਈ ਝੂਠੇ ਗੁਸਾਈ ਦਾ, ਜਿਸ ਨੂੰ ਕਹਿੰਦੇ ਨੇ ਕੂੜ ਰਾਜਾ। ਹਾਂ, ਝੂਠਾ ਵਪਾਰ ਕਰਨ ਨਾਲ ਅੰਦਰਲਾ ਕੀ ਕਹਿਣਾ ਸਾਰਾ ਕੁਝ ਕੂੜ ਹੋ ਜਾਏਗਾ, ਤੇ ਸੱਚ ਦਾ ਗੁਣਾ ਦਾ ਵਪਾਰ ਕਰਨ ਨਾਲ ਅੰਦਰਲਾ ਸਾਰਾ ਸਾਡਾ ਵਪਾਰ ਸੱਚ ਦਾ ਉੱਥੇ ਵਪਾਰ ਹੋਏਗਾ, ਜਿਸ ਨੂੰ ਇੱਕ ਸ਼ਬਦ ਵਿੱਚ ਵੀ ਆਖਦੇ ਆ ਨਾ, ਵਪਾਰੀ ਸੱਚ ਵਪਾਰ ਕਰੋ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਲਿਬਹਿ ਖੇਪ ਤੁਮਾਰੀ। ਸੁਖਮਨੀ ਸਾਹਿਬ ਵਿੱਚ ਆਉਂਦਾ ਹੈ ਵਪਾਰੀ ਸੱਚ ਵਪਾਰ ਕਰੋ। ਇਹ ਸੁਖਮਨੀ ਸਾਹਿਬ ਵਿੱਚ ਆਉਂਦਾ। ਉੱਥੇ ਸਾਨੂੰ ਕਹਿ ਜਾਂਦੇ ਨੇ, ਕਹਿੰਦੇ ਤੁਹਾਡੇ ਅੰਦਰ ਵਪਾਰ ਚੱਲ ਰਿਹਾ, ਲੇਕਿਨ ਸੱਚ ਦਾ ਵਪਾਰ ਕਰਨ ਨੂੰ ਸਾਨੂੰ ਬੋਲਿਆ ਜਾ ਰਿਹਾ। ਕਹਿੰਦੇ ਨੇ ਤੁਸੀਂ ਵਪਾਰੀ, ਸਾਨੂੰ ਵਪਾਰੀ ਕਰਕੇ ਵੀ ਸਾਡੇ ਮਨ ਨੂੰ ਆਖਿਆ ਜਾਂਦਾ। ਕਹਿੰਦੇ ਲੇਕਿਨ ਤੂੰ ਨਾ ਸੱਚ ਦਾ ਵਪਾਰ ਨਹੀਂ ਕਰ ਰਿਹਾ, ਤੂੰ ਝੂਠ ਦਾ ਵਪਾਰ ਕਰ ਰਿਹਾ, ਤੂੰ ਸੱਚ ਦਾ ਵਪਾਰ ਕਰ। ਉਸ ਸ਼ਬਦ ਵਿੱਚ ਸੱਚ ਦਾ ਵਪਾਰ ਕਰਨ ਦੀ ਸਾਨੂੰ ਪ੍ਰੇਰਨਾ ਦਿੱਤੀ ਜਾਂਦੀ ਹੈ। ਹਾਂਜੀ, ਮੇਰਾ ਸਵਾਲ ਉਹ ਨਹੀਂ ਸੀ, ਮੇਰਾ ਸਵਾਲ ਸੀ ਗੁਰਬਾਣੀ ਵਿੱਚ ਜਿੱਥੇ ਵੀ ਧੰਦਾ, ਆਪ ਜੀ ਜੋ ਬਾਕੀ ਸਭ ਕਹਿ ਰਹੇ ਹੋ ਧੰਦਾ, ਜਦੋਂ ਮੈਂ ਧੰਦਾ ਤੇ ਫੁੱਲ ਸਰਚ ਵਿੱਚ ਪਾ ਕੇ ਦੇਖਣਾ ਪਿਆ ਨਾ, ਕਿੱਥੇ ਵੀ ਅੱਛਾ 2 ਦਿਨ ਪਹਿਲੇ ਸਾਨੂੰ ਇੱਕ ਲਾਈਨ ਗਈ ਸੀ, ਕਹਿੰਦਾ ਆਪ ਨਿਰਾਲਮ ਸਭ ਧੰਦੇ ਲੋਈ। ਜਿੱਥੇ ਵੀ ਧੰਦਾ ਵਰਡ ਆ ਰਿਹਾ ਨਾ, ਮੁੱਠੀ ਧੰਦਾ ਚੋਰ ਮਹਿਲ ਨਾ ਪਾਈਏ, ਸੱਚ ਨਾ ਧਰੇ ਪਿਆਰ ਧੰਦਾ ਧਾਈਏ, ਗਲ ਜੇਵਰੀ ਧੰਦਾ ਲਪਟਾਏ। ਉਹ ਜਿਤਨੇ ਵੀ ਸ਼ਬਦ ਆ ਰਹੇ ਨਾ, ਲੱਲੇ ਲਾਏ ਧੰਦਾ ਜਿਨ ਛੋਡੀ। ਗੁਰਬਾਣੀ ਵਿੱਚ ਕਿੱਥੇ ਵੀ ਰੱਬ ਦੀ ਜੋ ਕਾਰ ਵਿਵਹਾਰ ਹੈ ਉਹਨੂੰ ਕਿਤੇ ਧੰਦਾ ਜੇ ਆਖਿਆ ਗਿਆ ਹੈ। ਆਪ ਜੀ ਨੂੰ ਜੇ ਪੰਕਤੀ ਜਦੋਂ ਕਦੀ ਮਿਲ ਜਾਏ ਨਾ, ਤੇ ਜਰਾ ਸ਼ੇਅਰ ਜ਼ਰੂਰ ਕਰ ਦਿਓ, ਜਿੱਥੇ ਰੱਬ ਦੇ ਕਾਰੋਬਾਰ ਨੂੰ ਵੀ ਧੰਦਾ ਕਿਹਾ ਗਿਆ ਹੋਵੇ। ਨਹੀਂ ਅਸੀਂ ਵਪਾਰ ਕਹਿੰਦੇ ਪਏ, ਲੇਕਿਨ ਧੰਦਾ ਵਰਡ ਹੈ ਨਾ, ਕਿਉਂਕਿ ਹਰ ਵਰਡ ਦੇ ਵਿੱਚੋਂ ਇੱਕ ਐਸੈਂਸ ਨਿਕਲਦਾ ਹੈ। ਵਪਾਰ ਧੰਦਾ ਜਿਹੜਾ ਧੰਦ ਪਟਾਰਾ ਹੋ ਜਾਵੇ ਨਾ, ਤੇ ਹਰ ਵਰਡ ਦਾ ਆਪਣਾ ਆਪਣਾ ਐਸੈਂਸ ਹੈ ਆਪਣਾ। ਤੇ ਜੇ ਆਪ ਜੀ ਨੂੰ ਕੋਈ ਵਰਡ ਐਸਾ ਮਿਲ ਜਾਵੇ ਤੇ ਰੱਬ ਦੀ ਕਾਰ ਵਿਵਹਾਰ ਨੂੰ ਵੀ ਧੰਦਾ ਕਿਹਾ ਗਿਆ ਹੋਵੇ, ਤੇ ਜਰੂਰ ਸ਼ੇਅਰ ਕਰਿਆ ਜੀ। ਨਹੀਂ ਵੀਰ ਜੀ, ਰੱਬ ਦੀ ਕਾਰ ਵਿਵਹਾਰ ਨੂੰ ਨਹੀਂ, ਜਦੋਂ ਸਾਡੇ ਅੰਦਰ ਓੰਕਾਰ ਜੇ ਅਸੀਂ ਸਮਾਏ ਜਾਂਦੇ, ਜਿਹੜੇ ਓੰਕਾਰ ਦੀ ਡੈਫੀਨੇਸ਼ਨ ਅੱਜ ਵਾਲੇ ਸ਼ਬਦ 'ਚ ਅਸੀਂ ਸ਼ੇਅਰ ਕੀਤੇ ਕਿ ਓੰਕਾਰ ਕੀਆ ਜਿਨ ਚਿੱਤ। ਜਦੋਂ ਅਸੀਂ ਓੰਗ ਭਾਵ ਸਤਿਗੁਰੂ ਨੂੰ ਆਪਣੇ ਚਿੱਤ ਵਿੱਚ ਵਸਾਉਂਦੇ ਹਾਂ, ਤਾਂ ਸਾਡੀ ਕਾਰ ਵਿੱਚ ਉਹ ਸਤਿਗੁਰੂ ਜੀ ਦੇ ਗੁਣ ਆਉਂਦੇ ਨੇ। ਉੱਥੇ ਵੀ ਉਹ ਦੇਖੋ, ਓਮ ਦੇ ਨਾਲ ਵੀ ਕਾਰ ਲਫ਼ਜ਼ ਲਗਾਇਆ ਹੋਇਆ ਹੈ, ਦੂਜੇ ਪਾਸੇ ਧੁੰਦ ਦੇ ਨਾਲ ਵੀ ਕਾਰ ਲਫ਼ਜ਼ ਲਗਾਇਆ ਹੋਇਆ। ਧੁੰਦੂ ਕਾਰ, ਧੁੰਦ ਦੇ ਨਾਲ ਵੀ ਲਫ਼ਜ਼ ਕਾਰ ਹੈ। ਕਾਰ ਸਾਡੇ ਅੰਦਰ ਚੱਲਣੀ ਹੀ ਚੱਲਣੀ ਹੈ, ਇੱਕ ਜਾਂ ਧੁੰਦ ਦੀ ਕਾਰ ਚੱਲੇਗੀ ਜਾਂ ਓਮ ਦੀ ਕਾਰ ਚੱਲੇਗੀ। ਓਮ ਦੀ ਕਾਰ ਦੇ ਨਾਲ ਅੰਦਰ ਬ੍ਰਹਮਾ ਦੀ ਉਤਪਤੀ ਹੋਏਗੀ, ਜਿਹੜਾ ਚੰਗੇ ਚੰਗੇ ਗੁਣ ਜਿਹਦੇ ਨਾਲ ਪੈਦਾ ਹੋਣਗੇ। ਉਹ ਸਾਰੇ ਸ਼ਬਦ ਵਿੱਚ ਪਹਿਲੇ ਲਫ਼ਜ਼ ਵਿੱਚ ਆਖਿਆ ਗਿਆ ਓੰਕਾਰ ਦੇ ਦੁਆਰਾ ਬ੍ਰਹਮਾ ਉਤਪਤ। ਅਗਲੀ ਲਫ਼ਜ਼ ਵਿੱਚ ਓੰਕਾਰ ਨੂੰ ਡਿਸਕ੍ਰਾਈਬ ਕੀਤਾ ਗਿਆ, ਡੈਫੀਨੇਸ਼ਨ ਦਿੱਤੀ, ਓੰਕਾਰ ਬਣਿਆ ਕਿਵੇਂ ਜਾਂਦਾ, ਓੰਕਾਰ 'ਚ ਸਮਾਇਆ ਕਿਵੇਂ ਜਾਂਦਾ ਹੈ। ਜਦੋਂ ਇੱਕ ਵਾਰ ਅਸੀਂ ਓੰਕਾਰ 'ਚ ਸਮਾ ਜਾਂਦੇ ਹਾਂ, ਭਾਵ ਸਤਿਗੁਰੂ ਦੀ ਮੱਤ ਵਿੱਚ ਸਾਡੀ ਮੱਤ ਇੱਕ ਹੋ ਜਾਂਦੀ ਹੈ, ਫਿਰ ਉਹਦੇ ਨਾਲ ਅੰਦਰਲੀ ਸ੍ਰਿਸ਼ਟੀ 'ਚ ਬ੍ਰਹਮਾ ਦੀ ਉਤਪਤੀ ਹੁੰਦੀ ਹੈ, ਭਾਵ ਚੰਗੇ ਚੰਗੇ ਗੁਣਾਂ ਦੀ ਉਤਪਤੀ ਸਟਾਰਟ। ਉੱਥੇ ਓੰਕਾਰ ਦੁਆਰਾ, ਭਾਵ ਸਤਿਗੁਰੂ ਦੇ ਮੱਤ ਦੇ ਦੁਆਰਾ ਅੰਦਰ ਬ੍ਰਹਮਾ ਦੀ ਉਤਪਤੀ ਹੋਏਗੀ। ਫਿਰ ਅੱਗੇ ਪੂਰੇ ਸ਼ਬਦ ਦੇ ਵਿੱਚ ਦੱਸਿਆ ਕਿ ਓੰਕਾਰ ਦੇ ਦੁਆਰਾ ਕੀ ਕੀ ਹੋਏਗਾ। ਧੁੰਦੂ ਕਾਰ ਦਾ ਮਤਲਬ ਹੈ ਵੀਰ ਜੀ, ਸਾਡੇ ਅੰਦਰ ਇੱਕ ਕਾਰ ਤਾਂ ਚੱਲਣੀ ਹੈ। ਜਦੋਂ ਅਸੀਂ ਸੱਚਖੰਡ ਵਾਲੀ ਅਵਸਥਾ ਮਾਣਾਂਗੇ, ਉਹਦੇ ਵਿੱਚ ਆਖਿਆ ਜਾਂਦਾ ਹੈ
ਜਿਵ ਜਿਵ ਹੁਕਮ ਤਿਵੈ ਤਿਵਕਾਰ। ਹੁਣ ਅੰਦਰ ਸਿਰਫ ਸਾਰੀ ਸ੍ਰਿਸ਼ਟੀ ਚ ਜਿੱਥੇ ਵੀ ਹਰ ਇੱਕ ਜਗ੍ਹਾ ਤੇ ਹੁਕਮ ਦੀ ਕਾਰ ਚੱਲ ਰਹੀ ਹੈ। ਪਹਿਲਾਂ ਇੱਥੇ ਕਿਹੜੀ ਕਾਰ ਚੱਲਦੀ ਸੀ? ਧੁੰਦ ਦੀ ਕਾਰ, ਵਿਕਾਰਾਂ ਦੀ ਕਾਰ, ਭਾਵ ਹੁਕਮ ਤੋਂ ਉਲਟ ਮਾਇਆ ਦੀ ਕਾਰ। ਪਹਿਲਾਂ ਦੂਜੇ ਭਾਈ ਦੀ ਕਾਰ, ਦੁਰਮਤ ਦੀ ਕਾਰ, ਅਵਗੁਣਾ ਦੀ ਕਾਰ ਚੱਲਦੀ ਸੀ। ਅੰਦਰ ਕਾਰ ਤਾਂ ਚੱਲਣੀ ਹੀ ਚੱਲਣੀ ਹੈ। ਸਾਡਾ ਮਨ, ਜਾਂ ਤਾਂ ਸਾਡਾ ਮਨ ਅੰਦਰ ਸੱਚਾ ਬਣੇਗਾ ਜਾਂ ਕੂੜਾ ਬਣੇਗਾ। ਮਨ ਤਾਂ ਅੰਦਰ ਹਮੇਸ਼ਾ ਰਹੇਗਾ। ਮਨ ਟਰਾਂਸਫਾਰਮ ਹੋ ਜਾਏਗਾ। ਮਨ ਸਤਿਗੁਰੂ ਦੇ ਵਿੱਚ ਸਮਾ ਕੇ ਸਤਿਗੁਰੂ ਵੀ ਬਣ ਸਕਦਾ ਹੈ, ਮਨ ਕੂੜ ਵਿੱਚ ਸਮਾ ਕੇ ਕੂੜ ਵੀ ਬਣ ਜਾਏਗਾ। ਮਨ ਨੇ ਇੱਕ ਚੀਜ਼ ਤਾਂ ਰਹਿਣਾ ਹੀ ਹੈ। ਸਾਡੇ ਜਿਹੜੇ ਵਿਚਾਰ ਨੇ ਵੀਰ ਜੀ, ਜਾਂ ਤਾਂ ਸਾਡੇ ਵਿਚਾਰ ਕੂੜੇ ਹੋਣਗੇ ਕਿਉਂਕਿ ਦੂਜੇ ਪਾਏ ਵਿੱਚ ਫਸ ਕੇ, ਦੁਰਮਤ ਵਿੱਚ ਫਸ ਕੇ ਕੂੜ ਰਾਜਾ ਬਣਨਗੇ, ਤੇ ਜਾਂ ਮਨ ਸੱਚ ਵਿੱਚ ਸਮਾ ਕੇ, ਸੱਚ ਦੀ ਮੱਤ ਵਿੱਚ ਸਮਾ ਕੇ ਸੱਚਾ ਪਾਤਸ਼ਾਹ ਬਣੇਗਾ। ਇਹਨਾਂ ਦੋਨਾਂ 'ਚ ਇੱਕ ਚੀਜ਼ ਤਾਂ ਹਮੇਸ਼ਾ ਹੋਏਗੀ ਹੋਏਗੀ। ਹਾਂਜੀ, ਧੰਨਵਾਦ ਵੀਰ ਜੀ। PhD ਲੈਵਲ ਦੇ ਕੁਐਸਚਨ ਨਾਲ ਦੇ ਨਾਲ ਚੱਲ ਰਹੇ, ਪਰ ਨਵੀਂ ਜੁੜੀ ਸੰਗਤ ਦਾ ਵੀ ਧਿਆਨ ਰੱਖੀਏ। ਜਿਹੜੀ ਨਵੀਂ ਜੁੜੀ ਸੰਗਤ ਹੈਗੀ, ਬਿਲਕੁਲ ਬਹੁਤ ਉੱਚੇ ਲੈਵਲ ਦੇ ਸਵਾਲ ਹਨ ਔਰ ਬੜੇ ਉੱਚੇ ਲੈਵਲ ਦੇ ਜਵਾਬ ਹਨ। ਉਮੀਦ ਹੈ ਸਾਰੇ ਲਾਹਾ ਲੈ ਰਹੇ ਹੋਣਗੇ। ਇੱਕ ਮੀਨੂ ਜੀ ਨੇ ਸਵਾਲ ਪੁੱਛਣਾ ਕੀਤਾ ਸੀ ਚਿੱਤ ਤੇ ਮਨ ਦੇ ਬਾਰੇ ਵਿੱਚ। ਚਿੱਤ ਮਨ ਦਾ ਉਹ ਹਿੱਸਾ ਅਸੀਂ ਸਮਝ ਸਕਦੇ ਹਾਂ ਜਿਹੜਾ ਬੁਰੇ ਤੇ ਚੰਗੇ ਖਿਆਲ ਜਿਹੜੇ ਹਨ ਚੁੱਕ ਕੇ ਅੰਤःਕਰਨ ਦੇ ਵਿੱਚ ਟਿਕਾ ਲੈਂਦਾ ਹੈ। ਗੁਰਬਾਣੀ ਵਿੱਚ ਚਿੱਤ ਨੂੰ ਲੈ ਕੇ ਵੀ ਕਈ ਸ਼ਬਦ ਆਉਂਦੇ ਹਨ। ਮਨ ਭੂਲੇ ਬਹੁਤ ਚਿੱਤੇ ਵਿਕਾਰ, ਉੱਤੇ ਵਿਕਾਰਾਂ ਦਾ ਜ਼ਿਕਰ ਆ ਰਿਹਾ। ਬਹੁਤ ਚਿਤਵਦਾ ਰਹਿੰਦਾ, ਵਿਕਾਰ ਚਿਤਵਦਾ ਰਹਿੰਦਾ ਹੈਗਾ। ਜਾਂ ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿੱਤ ਲਾਏ, ਉੱਤੇ ਪੋਜ਼ਿਟਿਵ ਸੈਂਸ ਵਿੱਚ ਆਇਆ ਕਿ ਚੌਥੇ ਪਦ ਵਿੱਚ ਚਿੱਤ ਲਾਉਣਾ ਕਰ। ਤੇ ਚਿੱਤ ਨੂੰ ਅਸੀਂ ਮਨ ਦਾ ਇੱਕ ਹਿੱਸਾ ਕਹਿ ਸਕਦੇ ਹਾਂ। ਉਹ ਹਿੱਸਾ ਜਿਹੜਾ ਚੰਗੇ ਤੇ ਬੁਰੇ ਵਿਚਾਰਾਂ ਨੂੰ ਅੰਤःਕਰਨ ਦੇ ਵਿੱਚ ਟਿਕਾਉਂਦਾ ਹੈ। ਇਸ ਥੋੜਾ ਜਿਹਾ ਬਰੀਕ ਜਿਹਾ ਭੇਦ ਹੈ। ਕਈ ਬਰੀਕ ਭੇਦ ਕਰਕੇ ਗੁਰੂ ਸਾਹਿਬ ਨੇ ਅੱਖਰ ਇਸਤੇਮਾਲ ਕੀਤੇ ਹਨ, ਤੇ ਉਹ ਬਰੀਕ ਭੇਦ ਕਈ ਵਾਰੀ ਬਿਆਨ ਕਰਨੇ ਵੀ ਔਖੇ ਹੋ ਜਾਂਦੇ ਹਨ, ਉਹ ਸਮਝਾਉਣਾ ਵੀ ਔਖਾ ਹੋ ਜਾਂਦਾ ਹੈ। ਇੱਕ ਕਰਮਿੰਦਰ ਵੀਰ ਜੀ ਨੇ ਸਵਾਲ ਪਾਣਾ ਕੀਤਾ ਸੀ, ਨਿਰੰਕਾਰ ਦੇ ਬਾਰੇ ਸਵਾਲ ਪਾਇਆ ਸੀਗਾ, ਓਂਕਾਰ ਤੇ ਨਿਰੰਕਾਰ। ਓਂਕਾਰ ਸੁਖਿੰਦਰ ਵੀਰ ਜੀ ਨੇ ਬਹੁਤ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਤੇ ਨਿਰੰਕਾਰ ਵੀ ਪਰਮਾਤਮਾ ਦੇ ਲਈ ਆਇਆ, ਨਿਰਾਕਾਰ, ਜਿਸ ਦਾ ਕੋਈ ਆਕਾਰ ਨਹੀਂ, ਕੋਈ ਇੱਕ ਆਕਾਰ ਨਹੀਂ। ਸਾਰੇ ਆਕਾਰ ਉਸਦੇ ਹਨ ਪਰ ਉਸਦਾ ਆਪਣਾ ਫਿਰ ਵੀ ਕੋਈ ਆਕਾਰ ਨਹੀਂ, ਨਿਰਾਕਾਰ। ਨਿਰਾਕਾਰ ਤੋਂ ਪਰਮਾਤਮਾ ਦਾ ਨਾਮ ਜਿਹੜਾ ਹੈ ਨਿਰੰਕਾਰ। ਪਰਮਾਤਮਾ ਦੇ ਕਈ ਨਾਮ ਹਨ, ਉਹਨਾਂ ਵਿੱਚੋਂ ਇੱਕ ਨਾਮ ਅਸੀਂ ਕਹਿ ਸਕਦੇ ਹਾਂ, ਵਿਸ਼ੇਸ਼ਣ ਕਹਿ ਸਕਦੇ ਹਾਂ, ਗੁਣ ਕਹਿ ਸਕਦੇ ਹਾਂ, ਨਿਰੰਕਾਰ, ਕਿ ਉਸਦਾ ਕੋਈ ਆਕਾਰ ਨਹੀਂ ਹੈ। ਓਂਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸ਼ਾ ਤੇਰੀ ਵਡਿਆਈ। ਆਪੇ ਵੇਖ ਕਰੇ ਸਭ ਸਾਚਾ, ਆਪੇ ਭੰਨ ਕਣਾਇਂਦਾ। ਓਂਕਾਰ, ਓਂਕਾਰ ਦੇਖੋ ਅਸੀਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੱਖਰ ਇੱਕ ਓਂਕਾਰ, ਇੱਕ ਤੋਂ ਭਾਵ ਇੱਕ ਹੀ ਹੈ। ਇੱਥੇ ਖਾਲੀ ਓਂਕਾਰ ਆਇਆ। ਓਂਗ ਤੋਂ ਭਾਵੇਂ ਸਰਵ ਵਿਆਪਕ, ਔਰ ਕਾਰ ਤੋਂ ਭਾਵੇਂ ਇੱਕ ਰਸ ਹਰ ਜਗ੍ਹਾ ਸਮਾਇਆ ਹੋਇਆ। ਓਂਕਾਰ ਸਭ ਸ੍ਰਿਸ਼ਟ ਉਪਾਈ, ਇੱਥੇ ਓਂਕਾਰ ਸਿਹਾਰੀ ਦੇ ਨਾਲ ਆਇਆ। ਓਂਕਾਰ ਨੇ ਸਭ ਸ੍ਰਿਸ਼ਟ ਉਪਾਈ, ਸਾਰੀ ਰਚਨਾ ਬਣਾਈ ਹੈ, ਰਚਨਾ ਸ੍ਰਿਸ਼ਟੀ ਪੈਦਾ ਕੀਤੀ ਹੈ। सब खेल तमाशा तेरी बढ़िया, सब खेल तमाशा। हूं ठीक है बस। हाँ वाहिगुरु, आवाज ठीक आ रही है? ਇੱਥੇ ਠੀਕ ਆ ਰਹੀ ਹੈ, ਇੱਥੇ ਠੀਕ ਆ ਰਹੀ ਹੈ। ਸ਼ਾਇਦ ਤਜਿੰਦਰ ਵੀਰ ਜੀ ਵਾਲਾ ਕੋਈ ਪ੍ਰੋਬਲਮ ਹੋਣਾ, ਇੱਥੇ ਠੀਕ ਆ ਰਹੀ ਹੈ। सब खेल तमाशा तेरी वडियाई, अखर सस्से नाल आया है पर उच्चारण ਜਿਹੜਾ ਹੈ तमाशा ही है, क्योंकि अर्थ ਜਿਹੜੇ तमाशा करके ये खेल तमाशा, जिन्हें खेल तमाशा रचना ਜਿਹੜੀ रची है। तेरी वडियाई, तेरी वडियाई तो पावे तेरी बख्शिश है। वडियाई ਦੇ ਲਈ ਨਾ ਇੱਕ ਅੱਖਰ ਬੜਾ ਖੂਬਸੂਰਤ ਇਸਤੇਮਾਲ ਕੀਤਾ ਜਾਂਦਾ ਹੈ, ਬਜ਼ੁਰਗੀ। ਬਜ਼ੁਰਗੀ ਤੋਂ ਕੀ ਪਾਵੇ? ਬੜਪਨ। ਕਈ ਵਾਰੀ ਜਿਸ ਤਰ੍ਹਾਂ ਹੁੰਦਾ ਨਾ, ਤੇਰਾ ਬੜਪਨ ਹੈ ਪ੍ਰਮਾਤਮਾ, ਤੇਰੀ ਬਖਸ਼ਿਸ਼ ਹੈ, ਬੜਪਨ ਹੈ ਤੇਰਾ, ਤੇਰੀ ਬਜ਼ੁਰਗੀ ਹੈ। ਇਹ ਜਿਹੜੀ ਰਚਨਾ ਤੂੰ ਬਣਾਈ ਹੈ, ਸਾਰੀ ਖੇਲ ਤਮਾਸ਼ਾ ਜਿਹੜਾ ਸਭ ਖੇਲ ਤਮਾਸ਼ਾ ਤੇਰੀ ਵਡਿਆਈ, ਤੇਰੀ ਬਖਸ਼ਿਸ਼ ਹੈ। ਦੇਖੋ ਤਮਾਸ਼ਾ ਅੱਖਰ ਵੀ ਗੁਰੂ ਸਾਹਿਬ ਨੇ ਇੱਥੇ ਸੱਸੇ ਨਾਲ ਇਸਤੇਮਾਲ ਕੀਤਾ ਹੈ। ਉਸ ਵਕਤ ਜਿਹੜਾ ਹੈ 5 ਅੱਖਰ ਜਿਹੜੇ ਬਾਅਦ ਵਿੱਚ
ਪੰਜਾਬੀ ਭਾਸ਼ਾ ਵਿੱਚ ਐਡ ਕੀਤੇ ਗਏ ਨੇ। ਗੁਰਮੁਖੀ ਭਾਸ਼ਾ ਵਿੱਚ ਸ਼ਸ਼ਾ ਅੱਖਰ ਨਹੀਂ ਆਉਂਦਾ, ਪੰਜਾਬੀ ਵਿੱਚ ਆਉਂਦਾ ਹੈ ਸ਼ਸ਼ਾ ਅੱਖਰ ਜਿਹੜਾ ਬਾਅਦ ਵਿੱਚ ਆਇਆ ਹੈਗਾ, ਪਰ ਅਸੀਂ ਜਿਹੜਾ ਸ਼ਸ਼ੇ ਦੇ ਨਾਲ ਹੀ ਉਚਾਰਨ ਕਰਨਾ ਹੈ। ਆਪੇ ਵੇਖ ਕਰੇ ਸਭ ਸਾਚਾ, ਵੇਖ ਤੋਂ ਪਾਵੇ ਵੱਖ ਵੱਖ ਕਰਨਾ, ਅੱਡ ਅੱਡ ਕਰਨਾ। ਸਾਰੀ ਰਚਨਾ ਜਿਹੜੀ ਬਣਾਈ ਹੈ ਨਾ, ਕਿੰਨੀ ਖੂਬਸੂਰਤ ਰਚਨਾ ਬਣਾਈ ਹੈ। 5 ਤੱਤਾਂ ਦੇ ਸਰੀਰ ਬਣਾਏ ਹਨ, ਲੇਕਿਨ ਇੱਕ ਸਰੀਰ ਦੀ ਸ਼ਕਲ ਦੂਜੇ ਸਰੀਰ ਨਾਲ ਨਹੀਂ ਮਿਲਦੀ। ਅਸੀਂ ਮਨੁੱਖੀ ਸਰੀਰਾਂ ਨੂੰ ਵੀ ਦੇਖ ਲਈਏ, ਇੱਕ ਦੀ ਸ਼ਕਲ ਦੂਜੇ ਨਾਲ ਨਹੀਂ ਮਿਲਦੀ, ਜਾਂ ਹੋਰ ਜੀਵ ਜੰਤਾਂ ਦੀ ਦੇਖ ਲਈਏ, ਕੁੱਤੇ ਦੀ ਬਿੱਲੀ ਨਾਲ ਨਾ ਆਵਾਜ਼ ਮਿਲਦੀ ਹੈ, ਨਾ ਸੁਭਾਅ ਮਿਲਦਾ ਹੈ, ਤੇ ਨਾ ਹੀ ਉਹਨਾਂ ਦੀ ਆਪਸ ਵਿੱਚ ਸ਼ਕਲ ਮਿਲਦੀ ਹੈ। ਤੇ ਇਹ ਭੇਦ ਪ੍ਰਮਾਤਮਾ ਨੇ ਆਪ ਹੀ ਰਚਨਾ ਵਿੱਚ, ਜੀਵ ਜੰਤਾ ਵਿੱਚ ਆਪ ਹੀ ਪੈਦਾ ਕੀਤੀ ਹੈ, ਆਪ ਹੀ ਬਣਾਈ ਹੈ। ਆਪੇ ਵੇਖ ਕਰੇ ਸਭ ਸਾਚਾ, ਆਪੇ ਭੰਨ ਕਢਾਏਂਦਾ। ਸ੍ਰਿਸ਼ਟੀ ਭੰਨਦਾ ਵੀ ਪ੍ਰਮਾਤਮਾ ਆਪ ਹੀ ਹੈ, ਕਢਾਉਣ ਤਾਂ ਪਾਵੇ, ਬਣਾਉਣਾ ਸਜਾਉਣਾ ਆਪਣੀ ਉਸ ਦੀ ਮੌਜ ਵਿੱਚ ਹੈ। ਜਦੋਂ ਵੀ ਉਹ ਘੜਨਾ ਚਾਹੇ ਜਾਂ ਢਾਉਣਾ ਚਾਹੇ, ਆਪ ਹੀ ਢਾਉਂਦਾ ਤੇ ਆਪ ਹੀ ਬਣਾਉਂਦਾ ਹੈ। ਜੀ ਅਰਵਿੰਦਰ ਵੀ ਜੀ। ਜਿਹੜੀ ਪੰਕਤੀ ਹੈ ਬਈ ਓਨਕਾਰ ਸ੍ਰਿਸ਼ਟ ਸਭ ਸਾਜੀ, ਜੇ ਅਗੇਨ ਫਿਰ ਇੱਥੇ ਵਿਚਾਰ ਕਰਨਾ ਚਾਹੀਏ ਬਈ ਗੱਲ ਕਿਹਦੀ ਚਲਦੀ ਪਈ ਹੈ। ਹੁਣ ਜਦੋਂ ਓਨਕਾਰ ਨੂੰ ਗੁਰੂ ਡਿਫਾਈਨ ਕਰਦੇ ਪਏ ਨੇ, ਓਨਕਾਰ ਆਦ ਮੈਂ ਜਾਣਾ, ਲਿਖ ਅਰ ਮੇਟੈ ਤਾਹੇ ਨਾ ਮਾਨਾ। ਓਨਕਾਰ ਉਹ ਹੋ ਸਕਦਾ ਹੈ ਜੋ ਆਦ ਹੈ, ਜੋ ਪੈਦਾ ਹੋਇਆ ਹੋਰ ਮਰ ਗਿਆ, ਉਹਨੂੰ ਗੁਰੂ ਓਨਕਾਰ ਦੀ ਪਦਵੀ ਦੇਣ ਨੂੰ ਤਿਆਰ ਨਹੀਂ, ਉਹਨੂੰ ਓਨਕਾਰ ਦਾ ਉਹ ਸਨਮਾਨ ਉਹਨੂੰ ਨਹੀਂ ਮਿਲ ਸਕਦਾ। ਵੀ ਇਹ ਤੇ ਕਹਿੰਦੇ ਨੇ ਵੀ ਓਨਕਾਰ ਸਭ, ਅਸੀਂ ਜਦੋਂ ਕਹਿੰਦੇ ਪਏ ਕਿ ਵੀ, ਜਾਂ ਜਦੋਂ ਓਨਕਾਰ ਅਸੀਂ ਕਹਿੰਦੇ ਪਏ ਨਾ, ਜਦੋਂ ਓਨਕਾਰ ਨੂੰ ਅਸੀਂ ਡਿਫਾਈਨ ਵੀ ਕਰਨੇ ਪਏ ਆ, ਅਸੀਂ ਉਹਨੂੰ ਕੀ ਕਹਿੰਦੇ ਪਏ ਵੀ ਆਦ ਸੱਚ, ਇੱਕ ਓਨਕਾਰ, ਇੱਕ ਤੇ ਇਕੱਲਾ ਹੈ, ਉਹਦੇ ਵਰਗਾ ਹੋਰ ਕੋਈ ਹੈ ਨਹੀਂ। ਉਹ ਆਦ ਸੱਚ ਹੈ, ਜੁਗਾਦ ਸੱਚ ਹੈ, ਉਹ ਅਜੂਨੀ ਹੈ, ਸੰਭਵ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ। ਤੇ ਸਾਨੂੰ ਫਿਰ ਇੱਥੇ ਸਾਨੂੰ ਵਿਚਾਰ ਦੇ ਘੇਰੇ ਵਿੱਚ ਆ ਜਾਏਗਾ ਕਿ ਮਨ ਆਪਣੇ ਆਪ ਤੋਂ ਪੈਦਾ ਹੁੰਦਾ, ਕਿ ਉਹ ਸਵੈਭੰਗ ਹੈ। ਅਸੀਂ ਤੇ ਕਹਿੰਦੇ ਆ ਵੀ ਮਨ ਵੱਖ-ਵੱਖ ਦੁਨੀਆਂ ਵਿੱਚ ਭਟਕਦਾ ਪਿਆ। ਜਦੋਂ ਵਿਕਾਰੀ ਹੋ ਜਾਂਦਾ ਹੈ, ਜਦੋਂ ਕਾਮੀ ਹੋ ਜਾਵੇ, ਤੇ ਉਹ ਫਿਰ ਉਹ ਜਿਹੜਾ ਉਹ ਹਾਥੀ ਦੀ ਚੋਣ ਭੋਗਦਾ ਪਿਆ। ਲੇਕਿਨ ਜਿਹੜਾ ਗੁਰੂ ਕਹਿੰਦਾ ਵੀ ਜਿਹੜਾ ਓਨਕਾਰ ਹੈ, ਉਹ ਕਹਿੰਦਾ ਵੀ ਉਹ ਜਿਹੜਾ ਉਹ ਅਜੂਨੀ ਹੈ, ਵੀ ਓਨਕਾਰ ਸਭ ਸ੍ਰਿਸ਼ਟ ਉਪਾਈ। ਜਿਨਨੇ ਇਹ ਸਾਰੀ ਜੋ ਸਾਨੂੰ ਕਾਇਨਾਤ ਜੋ ਸਾਨੂੰ ਨਜ਼ਰ ਆ ਰਹੀ ਹੈ, ਉਹਨੇ ਸਾਰੀ ਸ੍ਰਿਸ਼ਟੀ ਜਿਹੜੀ ਨਾ, ਉਹ ਕਹਿੰਦਾ ਵੀ ਉਹ ਸਾਰੀ ਉਹਨੇ ਪੈਦਾ ਕੀਤੀ ਹੈ। ਕਹਿੰਦਾ ਸਭ ਖੇਲ ਤਮਾਸ਼ਾ ਤੇਰੀ ਵਡਿਆਈ, ਇਹ ਕਹਿੰਦਾ ਵੀ ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀ। ਇਹ ਪਰਮਾਤਮਾ ਦੀ ਆਪਣੀ ਖੇਡ ਹੈ, ਉਹਨੇ ਆਪਣੇ ਮਨ ਪਰਚਾਵੇ ਵਾਸਤੇ ਜੋ ਖੇਡ ਉਹਨੇ ਬਣਾਈ ਹੋਈ ਹੈ ਨਾ, ਇਹਦੇ ਬਾਰੇ ਉਹ ਕਿਸੇ ਨੂੰ ਪੁੱਛਦਾ ਨਹੀਂ, ਕਿਸੇ ਕੋਲ ਸਲਾਹ ਲੈਂਦਾ ਨਹੀਂ, ਨਿਯਮ ਵੀ ਉਹਦੇ ਨੇ, ਸਾਰਾ ਕੁਝ ਜਿਹੜਾ ਹੈ ਨਾ ਉਹ ਉਹਦੀ ਵਡਿਆਈ ਹੈ। ਉਹ ਕਹਿੰਦਾ, ਅਸੀਂ ਕਹਿੰਦਾ ਅੱਛਾ ਧਰਮ ਕੀ ਹੈ, ਕਹਿੰਦਾ ਜੋ ਤੁਧ ਭਾਵੇ ਸੋ ਸੱਚ ਧਰਮ। ਵੀ ਹਰ ਕਾ ਇੱਕ ਅਚੰਭਵ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਇਹ ਸਾਰਾ ਖੇਲ ਤਮਾਸ਼ਾ ਉਸ ਪਰਮਾਤਮਾ ਦਾ ਹੈ। ਕਹਿੰਦੇ ਆਪੇ ਵੇਖ ਕਰੇ ਸਭ ਸਾਚਾ, ਭਾਵ ਵੇਖ ਕਦੋਂ ਕਹਿੰਦੇ ਵੀ ਇੱਕ ਹੋਰ ਜਮਨਾ ਕਹਿੰਦੇ ਵੀ ਇੰਨਾ ਜਨਤਾ ਕੇ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਥੋੜੇ ਭੇਦ ਦੇ ਨਾਲ ਨਾ ਹਰ ਕਿਸੇ ਚੀਜ਼ ਦੀ ਅਸੀਂ ਕਹਿੰਦੇ ਵੀ ਕੁੱਤੇ ਔਰ ਬਿੱਲੀ ਦੀ ਆਵਾਜ਼ ਨਹੀਂ ਮਿਲਦੀ, ਦੋ ਸੱਗੇ ਭਰਾਵਾਂ ਦੀ ਆਵਾਜ਼ ਵਿੱਚ ਹਲਕਾ ਜਿਹਾ ਫਰਕ ਹੁੰਦਾ। ਅਸੀਂ ਤੇ ਨਹੀਂ ਪਛਾਣ ਪਾ ਰਹੇ, ਦੋ ਬਿੱਲੀਆਂ ਅਸੀਂ ਕਹਿੰਦੇ ਦੋ ਬਿੱਲੀਆਂ ਮਿਆਉ ਮਿਆਉ ਕਹਿੰਦੇ, ਸ਼ਾਇਦ ਜਿਹੜੇ ਉਹਨਾਂ ਦੇ ਅੰਦਰ ਵੀ ਉਹਨਾਂ ਦੇ ਜੇ ਭਰਾ ਬੁਲਾਉਂਦਾ ਰਹੇ, ਕਹਿੰਦੇ ਆਵਾਜ਼ ਥੋੜੀ ਵੱਖਰੀ ਹੋਏਗੀ। ਹਰ ਇੱਕ ਵਿੱਚ ਉਹਨਾਂ ਨੇ ਕਹਿੰਦੇ ਆਪੇ ਵੇਖ ਕਰੇ ਸਭ ਸਾਚਾ। ਉਹ ਪਰਮਾਤਮਾ ਨੇ ਇਹ ਸਾਰੇ ਭੇਦ ਜਿਹੜੇ ਪਾ ਕੇ ਰੱਖੇ ਨੇ, ਆਪ ਰੱਖੇ ਹੋਏ ਨੇ। ਆਪੇ ਭੰਨ ਕਢਾਏ ਦਾ, ਉਹ ਆਪਣੇ ਹੁਕਮ ਵਿੱਚ ਹੁਕਮ ਉਹਨੇ ਸਾਜੇ ਹੋਏ ਨੇ। ਉਹ ਹੁਕਮਾਂ ਵਿੱਚ ਨਾ ਚੱਲਣ ਵਾਲਿਆਂ ਨੂੰ ਉਹ ਜਿਹੜੇ ਵੀ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਜਾਂ ਭੰਨ ਕਢਾਏ ਦਾ ਵੀ ਉਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਨਿਯਮ ਉਹਨੇ ਪੈਦਾ ਕੀਤੇ ਨੇ। ਗੁਰੂ ਦੇ ਰਾਹੀਂ ਸਾਨੂੰ ਨਿਯਮਾਂ ਦੀ ਸੋਝੀ ਉਹ ਦਿੰਦਾ ਪਿਆ। ਜਿਹੜੇ ਬੰਦੇ ਅੱਛੇ ਗੁਰੂ ਕੋਲੋਂ ਜਿਹੜੇ ਬੰਦੇ ਜਾ ਕੇ ਗੁਰੂ ਕੋਲੋਂ ਅੱਛਾ ਜੀਵਨ ਬਣਾ ਲੈਣਗੇ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਅੱਛਾ ਹੋ ਜਾਏਗਾ, ਉਹਨਾਂ ਦੇ ਅੱਛੇ ਜੀਵਨ ਦੀ ਉਤਪਤੀ ਹੋ ਜਾਏਗੀ। ਜਿਹੜੇ ਨਹੀਂ ਕਰਨਗੇ ਉਹ ਆਪਣਾ ਉਹ ਸਾਰਾ ਜੀਵਨ ਇੱਥੋਂ ਬਰਬਾਦ ਕਰਕੇ, ਜਿਨੀ ਜਨਮ ਜੂਏ ਹਾਰਿਆ ਵਾਲਾ ਕੰਮ ਕਰਕੇ ਇੱਥੋਂ ਚਲੇ ਜਾਣਗੇ। ਹਾਂਜੀ ਜੀ, ਥੈਂਕ ਯੂ ਜੀ ਭੂਆ ਜੀ। ਹਾਂਜੀ, ਓਮਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸ਼ਾ ਤੇਰੀ ਵਡਿਆਈ। ਆਪੇ ਵੇਖ ਕਰੇ ਸਭ ਸਾਚਾ। ਇਹ ਆਪੇ ਜਿਹੜਾ ਹੈ ਸੰਬੋਧਨ ਹੈ ਉਸ ਮਨ ਨੂੰ, ਸਭ ਸਾਚਾ ਜੋ ਇੱਕ ਦੇ ਨਾਲ ਟਿਊਨਡ ਹੋ ਗਿਆ। ਪੂਰੇ ਗਿਆਨ ਉਸ ਇੱਕ ਦੇ ਨਾਲ ਟਿਊਨਡ ਦਾ ਮਤਲਬ ਕਿ ਉਹ ਪੂਰਾ ਮਨ ਜਿਹੜਾ ਇੱਕ ਓਮਕਾਰ ਦੇ ਵਿੱਚ ਇੱਕਮਿਤ ਹੋ ਚੁੱਕਾ ਹੈ। ਜਦੋਂ ਇੱਕਮਿਤ ਹੋ ਗਿਆ ਤਾਂ ਫਿਰ ਉਹ ਆਪਣੀ ਸ੍ਰਿਸ਼ਟੀ ਆਪ ਹੀ ਪੈਦਾ ਕਰਦੀ ਹੈ।
ਕਿਹੜੀ ਸ੍ਰਿਸ਼ਟੀ ਪੈਦਾ ਕਰਦੀ ਹੈ ਜਿਸ ਦੇ ਵਿੱਚ ਇੱਕ ਤਮਾਸ਼ਾ ਹੁੰਦਾ ਹੈ, ਜਿਸ ਦੇ ਵਿੱਚ ਉਹ ਥੱਪਦਾ ਵੀ ਹੈ ਤੇ ਉਹ ਥੱਪਦਾ ਵੀ ਹੈ। He destroys all the vices, the negative thoughts, destroys the world, ਉਹ ਸੰਸਾਰ ਜਿਹੜਾ ਵਿਸ਼ਟਾ ਵਿੱਚ ਸੀ, ਔਰ creates a new world। ਥੱਪਦਾ ਕਿਹੜੀ ਅੱਗਾ ਵੀ ਜਿਹੜੇ ਅੰਦਰ ਉਹਦੇ ਗੁਣ ਔਰ ਅੱਛੇ ਵਿਚਾਰ, ਔਰ ਇਸੇ ਤਰੀਕੇ ਨਾਲ ਪੂਰੇ ਸੰਸਾਰ ਨੂੰ ਉसी तरीके ਨਾਲ ਲਾਂਦਾ ਜੋ ਸ੍ਰਿਸ਼ਟੀ ਇਸਨੇ ਅੰਦਰ ਆਪਣੀ ਸਜਾਈ ਹੈ। ਬਿਕੋਜ਼ ਨਾਓ ਇਹ ਤਮਾਸ਼ਾ ਹੈ which he only creates now, ਕਿਉਂਕਿ ਉਹ ਓਂਕਾਰ ਦੇ ਅੰਦਰ ਪੂਰੀ ਤਰ੍ਹਾਂ ਇੱਕ ਮਿਤ ਹੋ ਚੁੱਕਾ ਹੈ। ਹਾਂਜੀ जी भूआ जी, हाँ जी बिल्कुल शॉर्ट इज अंदर दी सृष्टि बारे बयान कर दो। एक सवाल भी नाल आया है, किसी ने पाया है सवाल, विचार पाया, बल्कि वो कह रहे हैं चित अंतर आत्मा सच दी आवाज। गुरचरण सिंह जी ने पाया जो अंतर आत्मा दी आवाज जो हमेशा सच नाल जुड़िया रहता है। अंतर बिल्कुल ठीक गल नहीं, मैनू जच नहीं रही कि सिर्फ सच नाल जुड़िया रहता है। चित्त साडा कदी सच नाल जुड़दा है, कदी झूठ नाल जुड़दा है। चित्त साडा क्योंकि गुरबाणी विच भी आ रहा है ना, एक थां ते होर आ रहा है, मेरे मन एक स्यों चित्त लाए, कि एक नाल चित्त लाउना कर, उत्ते समझाना कर रहे हैं। मन भूले बहुत चिते विकार, बहुत मन जिहड़ा है बहुत चित्त दा जिहड़ा है बहुत ही विकारां नाल जुड़िया रहंदा है। ते चित्त साडा कदी सच नाल जुड़दा है, कदी झूठ नाल जुड़दा है। चित्त दा जिक्र गुरबाणी विच दोनों सेंसेस विच आया है, दोनों पक्ष वल्लों आया है। एक पक्ष नाल जोड़ना जिहड़ा है वो ठीक गल नहीं जच रही है। जी सुखविंदर जी ਬਹੁਤ ਬਹੁਤ ਵਧੀਆ ਬੋਲਿਆ ਸਤਵੀਰ ਵੀਰ ਜੀ, ਬਿਲਕੁਲ ਠੀਕ ਆਖਿਆ ਤੁਸੀਂ। ਵੀਰ ਜੀ ਜਿਹੜਾ ਇਹ ਹੁਣ ਇਹ ਕੀ ਕਹਿੰਦੇ ਆ, ਸਤਿਗੁਰੂ ਜੀ ਨੇ ਨਾ ਸਾਨੂੰ ਦੱਸਿਆ ਕਿ ਸ੍ਰਿਸ਼ਟੀ ਜਿਹੜੀ ਹੁਣ ਉਪਾਰ ਹੈ ਨਾ, ਹੁਣ ਓੰਕਾਰ ਦੇ ਉੱਪਰ ਦੇਖੋ ਰਾਰੇ ਨੂੰ ਸਿਹਾਰੀ ਹੈ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਦੇਖੋ ਓੰਗ ਸਮਝ ਕੇ ਆਏ ਆ, ਓੰਗ ਨੂੰ ਹੀ ਸਾਧ ਆਖਿਆ ਜਾਂਦਾ ਹੈ, ਓੰਗ ਨੂੰ ਆਦ ਹੀ ਆਖਿਆ ਜਾਂਦਾ, ਓੰਗ ਹੀ ਆਦ ਹੈ। ਓੰਕਾਰ ਆਦ ਜਿਹੜਾ ਗੁਰੂ ਹੈ ਨਾ, ਉਹ ਦੇਖੋ ਆਪਾਂ ਉਹੀ ਦੁਬਾਰਾ ਸ਼ਬਦ ਬੋਲੀਏ, ਓੰਗ ਸਾਧ ਸਤਿਗੁਰ ਨਮਸਕਾਰੰ, ਅੱਗੇ ਕਹਿੰਦੇ ਨੇ ਆਦ ਮੱਧ ਅੰਤ ਨਿਰੰਕਾਰ, ਕਹਿੰਦੇ ਓੰਗ ਨੂੰ ਹੀ ਆਦ ਆਖਿਆ ਜਾਂਦਾ ਹੈ, ਓੰਗ ਨੂੰ ਹੀ ਸਾਧ ਆਖਿਆ ਜਾਂਦਾ ਹੈ, ਤੇ ਓੰਗ ਨੂੰ ਹੀ ਸਤਿਗੁਰੂ ਆਖਿਆ ਜਾਂਦਾ ਹੈ। ਇਸੇ ਨੂੰ ਆਦ ਮੱਧ ਅੰਤ ਤੇ ਨਿਰੰਕਾਰ ਆਖਿਆ ਜਾਂਦਾ ਹੈ। ਓੰਗ ਉਹੀ ਹੈ, ਬਿਲਕੁਲ ਸਹੀ, ਓੰਗ ਉਹੀ ਹੈ, ਆਦ ਹੀ ਓੰਗ ਹੋ ਸਕਦਾ ਹੈ, ਆਦ ਹੈ ਓੰਗ, ਔਰ ਓੰਗ ਹੀ ਸਤਿਗੁਰੂ ਜੀ ਇਹਦੇ ਚ ਡੈਫੀਨੇਸ਼ਨ ਦੱਸ ਰਹੇ ਨੇ, ਓੰਗ ਸਤਿਗੁਰੂ ਨੂੰ ਆਖਿਆ ਜਾਂਦਾ ਹੈ। ਔਰ ਅਸੀਂ ਲੋਕ ਸਿਰਫ ਕੀ ਕਰ ਸਕਦੇ ਹਾਂ, ਅਸੀਂ ਆਪਣੀ ਮੱਤ ਨੂੰ ਨਾ ਸਤਿਗੁਰੂ ਦੀ ਮੱਤ ਦੇ ਵਿੱਚ ਸਮਾ ਸਕਦੇ ਹਾਂ। ਇਹ ਗੁਰਬਾਣੀ ਵੀ ਆਖਦੀ ਹੈ, ਕਹਿੰਦੇ ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਭਾਵ। ਓਂਕਾਰ ਵਿੱਚ ਅਸੀਂ ਸਾਡੀ ਮੱਤ ਸਮਾ ਸਕਦੀ ਹੈ, ਉਹ ਸਤਿਗੁਰੂ ਦੀ ਮੱਤ ਨੂੰ ਹੀ ਓਂਗ ਆਖਿਆ ਜਾਂਦਾ ਹੈ। ਔਰ ਅਸੀਂ ਓਂਗ ਵਿੱਚ ਸਮਾ ਸਕਦੇ ਹਾਂ, ਭਾਵ ਸਤਿਗੁਰੂ ਦੀ ਮੱਤ ਵਿੱਚ, ਓਂਗ ਦੀ ਮੱਤ ਵਿੱਚ ਆਪਣੀ ਮੱਤ ਨੂੰ ਇੱਕ ਕਰ ਸਕਦੇ ਹਾਂ ਓਂਗ ਦੀ ਮੱਤ ਦੇ ਨਾਲ। ਜੋ ਸਤਿਗੁਰੂ ਜੀ ਦੇ ਵਿਚਾਰ ਹੈ ਅਸੀਂ ਉਹ ਵਿਚਾਰ ਧਾਰਨ ਕਰ ਲਈਏ। ਸਤਿਗੁਰੂ ਜੀ ਦੇ ਵਿਚਾਰਾਂ ਨੂੰ ਓਂਗ ਆਖਿਆ ਜਾਂਦਾ ਹੈ, ਅਸੀਂ ਉਹ ਵਿਚਾਰ ਧਾਰਨ ਕਰ ਸਕਦੇ ਹਾਂ, ਸਾਨੂੰ ਕੋਈ ਨਹੀਂ ਰੋਕ ਸਕਦਾ ਸਤਿਗੁਰੂ ਜੀ ਦੇ ਵਿਚਾਰਾਂ ਨੂੰ ਧਾਰਨ ਕਰਨ ਤੋਂ ਸਿਵਾ। ਹਾਂ, ਜਦੋਂ ਅਸੀਂ ਸਤਿਗੁਰੂ ਜੀ ਦੇ ਵਿਚਾਰਾਂ ਨੂੰ ਧਾਰਨ ਨਹੀਂ ਕਰਦੇ ਹਾਂ ਤਾਂ ਜਿਹੜੀ ਸਾਡੀ ਅੰਦਰਲੀ ਸ੍ਰਿਸ਼ਟੀ ਹੈ ਨਾ, ਉਹਨੂੰ ਸੋਹਿਲਾ ਸਾਹਿਬ 'ਚ ਬੜਾ ਸੋਹਣਾ ਸਤਿਗੁਰੂ ਜੀ ਨੇ ਜਿਹਨੂੰ ਉੱਪਰ ਆਖਿਆ ਨਾ, ਜੁਗ ਛੱਤੀ ਕੀਓ ਗੁਬਾਰਾ, ਕਹਿੰਦੇ ਨੇ ਅੰਦਰ ਉਸ ਤੇ ਸਮਝਾਉਂਦੇ ਨੇ, ਕਹਿੰਦੇ ਨੇ ਇਹ ਸੰਸਾਰ ਵਿਕਾਰ ਸੰਸੇ ਮੈਂ, ਉੱਥੇ ਵੀ ਸੰਸਾਰ ਲਫ਼ਜ਼ ਆਇਆ, ਕਹਿੰਦੇ ਨੇ ਇਹ ਸੰਸਾਰ ਜਿਹੜਾ ਅੰਦਰ ਸੰਸਾਰ ਹੈ ਨਾ, ਇਹ ਸੰਸਿਆਂ ਤੇ ਵਿਕਾਰਾਂ ਦੇ ਵਿੱਚ ਹੈ। ਵਿਕਾਰ ਉੱਥੇ ਵੀ ਦੇਖੋ ਕਾਰ ਦੋ ਜਗ੍ਹਾ ਤੇ ਯੂਜ਼ ਹੁੰਦੀ ਹੈ। ਆਪਾਂ ਗੱਲ ਕਰ ਰਹੇ ਨਾ, ਜਾਂ ਤਾਂ ਓੰਕਾਰ ਵੀ ਆ ਰਿਹਾ ਤੇ ਧੁੰਦੂਕਾਰ ਵੀ ਆ ਰਿਹਾ। ਦੂਜੇ ਪਾਸੇ ਸਤਿਗੁਰੂ ਜੀ ਨੇ ਕਾਰ ਨੂੰ ਨਾ ਦੋ ਵਾਸਤੇ ਯੂਜ਼ ਕੀਤਾ। ਇੱਕ ਪਾਸੇ ਤਾਂ ਕਹਿੰਦੇ ਨੇ ਹੁਕਮੀ ਹੋਵਨ ਆਕਾਰ, ਜਦੋਂ ਉਹ ਕਾਰ ਸੋਹਣਾ ਆਕਾਰ, ਜਿਸ ਨੂੰ ਹੁਕਮ ਦੇ ਵਿੱਚ ਜਿਹੜਾ ਆਕਾਰ ਬਣਦਾ ਨਾ, ਕਾਰ ਬਣ, ਉਹ ਆਕਾਰ ਹੁੰਦਾ ਸੋਹਣਾ, ਤੇ ਉਹੀ ਕਾਰ ਦੂਜੇ ਪਾਸੇ ਵਿਕਾਰ ਵੀ ਬਣ ਜਾਂਦਾ ਹੈ। ਇਹ ਸੰਸਾਰ ਵਿਕਾਰ, ਉੱਥੇ ਵੀ ਕਾਰ ਹੈ, ਲੇਕਿਨ ਕਿਹੜਾ? ਵਿਕਾਰਾਂ ਵਾਲੀ ਕਾਰ, ਸੰਸਿਆਂ ਵਾਲੀ ਕਾਰ। ਕਾਰ ਦੋਨੋਂ ਲਫ਼ਜ਼ ਦੋਨੋਂ ਪਾਸੇ ਕਾਰ ਚੱਲੇਗੀ, ਜਾਂ ਵਿਕਾਰਾਂ ਵਾਲੀ ਕਾਰ ਚ ਅੰਦਰਲਾ ਸੰਸਾਰ ਚੱਲੇਗਾ। ਇਹਨੂੰ ਕਹਿੰਦੇ ਨੇ ਇਹ ਸੰਸਾਰ ਵਿਕਾਰ ਸੰਸੇ ਮੈਂ, ਤਰੇਗਾ ਕੌਣ? ਬ੍ਰਹਮ ਗਿਆਨੀ, ਬ੍ਰਹਮ ਦਾ ਗਿਆਨ ਲੈ ਕੇ। ਦੂਜੇ ਪਾਸੇ ਕਹਿੰਦੇ ਨੇ ਜਦੋਂ ਸਾਨੂੰ ਇਹ ਸਤਿਗੁਰੂ ਜੀ ਨੇ ਜਣਾ ਦਿੱਤਾ, ਉੱਪਰ ਕਹਿੰਦੇ ਤੂੰ ਆਪੇ ਜਾਣੈ, ਸਿਰਜਣਹਾਰ ਸਤਿਗੁਰੂ ਜੀ ਨੇ, ਓੰਕਾਰ ਜੀ ਨੇ ਸਾਨੂੰ ਜਦੋਂ ਇਹ ਜਾਣਾ ਦਿੱਤਾ ਕਿ ਤੇਰੇ ਅੰਦਰਲਾ ਸੰਸਾਰ 'ਚ ਗੁਬਾਰਾ ਹੈ, ਗੁਬਾਰ ਹੈ ਧੁੰਦ ਦੀ,
ਤੇਰੇ ਅੰਦਰ ਵਿਕਾਰਾਂ ਦਾ ਸੰਸਿਆ ਵਿੱਚ ਤੇਰਾ ਅੰਦਰਲਾ ਸੰਸਾਰ, ਪੂਰੇ ਤੇਰੇ ਸੰਸਾਰ ਦੀ ਕਾਰ ਵਿਕਾਰ ਸੰਸੇ ਵਿੱਚ ਚੱਲ ਰਹੀ ਹੈ। ਤੇ ਫਿਰ ਮਨ ਉੱਥੋਂ ਨਿਕਲਣਾ ਚਾਹੁੰਦਾ ਹੈ। ਫਿਰ ਮਨ ਆਂਦਾ ਹੈ, ਇੱਥੇ ਜਿਹੜਾ ਓੰਕਾਰ ਲਫ਼ਜ਼ ਆ ਰਿਹਾ ਨਾ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਓੰਕਾਰ ਦੇ ਰਾਹ ਨੂੰ ਸਿਹਾਰੀ ਲੱਗੀ। ਹੁਣ ਇਹਦਾ ਮਤਲਬ ਹੈ ਓੰਗ ਲਫ਼ਜ਼ ਹੈ ਸਤਿਗੁਰੂ, ਭਾਵ ਸਤਿਗੁਰੂ ਜੀ ਦੀ ਮੱਤ, ਭਾਵ ਹੁਕਮ। ਹੁਣ ਇੱਥੇ ਆਖਿਆ ਜਾ ਰਿਹਾ ਹੈ ਓੰਕਾਰ ਦੁਆਰਾ, ਭਾਵ ਹੁਕਮ ਦੇ ਦੁਆਰਾ ਫਿਰ ਸਭ ਸ੍ਰਿਸ਼ਟ ਉਪਾਈ ਅੰਦਰਲੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਇਹ ਅੰਦਰ ਵਸਦੇ, ਹੁਣ ਮਨ ਤਾਂ ਵਸ ਹੀ ਨਹੀਂ ਰਿਹਾ, ਮਨ ਤਾਂ ਸਤਿਗੁਰੂ ਦੀ ਮੱਤ ਚ ਲੀਨ ਹੋ ਚੁੱਕਾ, ਤੇ ਅੰਦਰ ਸ੍ਰਿਸ਼ਟੀ ਕੌਣ ਬਣਾ ਰਿਹਾ? ਸਤਿਗੁਰੂ ਜੀ। ਸਤਿਗੁਰੂ ਦੀ ਮੱਤ, ਹੁਕਮ, ਇਸ ਨੂੰ ਕਹਿੰਦੇ ਨੇ ਹੁਕਮੀ ਹੋਵਣ ਆਕਾਰ। ਇਹ ਸ੍ਰਿਸ਼ਟੀ ਜਿਹੜੀ ਅੰਦਰ ਚੱਲ ਰਹੀ ਹੈ, ਇਹ ਹੁਕਮੀ ਹੋਵਣ ਓੰਕਾਰ ਸਭ ਸ੍ਰਿਸ਼ਟ ਉਪਾਈ, ਇਹਨੂੰ ਕਹਿੰਦੇ ਨੇ ਦੂਈ ਕੁਦਰਤ ਸਾਜੀ ਹੈ। ਅੰਦਰਲੀ ਸ੍ਰਿਸ਼ਟੀ ਸਾਜ ਰਿਹਾ। ਹੁਣ ਉਹ ਸਾਜ ਕੌਣ ਰਿਹਾ? ਓੰਗ। ਓੰਗ ਵਿੱਚ ਮਨ ਦੀ ਮੱਤ ਲੀਨ ਹੋ ਗਈ ਸੀ। ਜਿਹੜੇ ਸਾਡੇ ਕੋਲ ਹੁਣ ਮੱਤ ਹੈ, ਉਹ ਸਤਿਗੁਰੂ ਦੀ ਮੱਤ ਨਾਲ ਅਸੀਂ ਅੰਦਰਲੀ ਸਾਰੀ ਸ੍ਰਿਸ਼ਟੀ ਦਾ ਜਿਹੜਾ ਵਰਤਾਰਾ ਚੱਲ ਰਿਹਾ ਹੈ ਨਾ, ਜਿਸ ਨੂੰ ਆਖ ਰਹੇ ਨੇ ਕੂੜ ਸਭ ਸੰਸਾਰ। ਇਹ ਸੰਸਾਰ ਵਿਕਾਰ ਸੰਸੇ, ਜੋ ਵਿਕਾਰਾਂ ਵਿੱਚ ਸੰਸਾਰ ਅੰਦਰਲਾ ਚੱਲ ਰਿਹਾ, ਉਹ ਸਿਸਟਮ ਅਸੀਂ ਸਤਿਗੁਰੂ ਦੀ ਮੱਤ ਨਾਲ ਚੇਂਜ ਕਰਨਾ ਹੈ। ਉਸਨੂੰ ਕਹਿੰਦੇ ਨੇ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਕਰਨਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ ਅਸੀਂ ਅੰਦਰ ਕਰਵਾਣੀ ਹੈ। ਅੰਦਰ ਅਸੀਂ ਸਤਿਗੁਰੂ ਦੀ ਦੱਸੀ ਹੋਈ ਕਾਰ ਨਾਲ, ਸਤਿਗੁਰੂ ਦੀ ਦੱਸੀ ਹੋਈ ਕਾਰ, ਉਹਦੇ ਨਾਲ ਅੰਦਰਲੀ ਸ੍ਰਿਸ਼ਟੀ ਚਲਾਣੀ ਹੈ। ਉਹ ਹੁਣ ਮਨ ਇਹ ਵਾਲਾ ਕੰਮ ਕਰਨਾ ਸ਼ੁਰੂ ਕਰਦਾ। ਪਹਿਲਾਂ ਮਨ ਦਾ ਅੰਦਰਲਾ ਖੇਲ ਕੀ ਸੀ? ਪਹਿਲਾਂ ਮਾਇਆ ਦਾ ਖੇਲ ਰਚਾ ਕੇ ਅੰਦਰ ਤਮਾਸ਼ਾ ਕਰਦਾ ਸੀ। ਮਨ ਨੇ ਅੰਦਰ ਤਮਾਸ਼ਾ ਰਚਾਇਆ ਹੋਇਆ, ਖੇਲ ਅੰਦਰ ਮਨ ਦਾ ਹੈ। ਇਸ ਨੂੰ ਕਹਿੰਦੇ ਨੇ ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਾਂ ਤਾਂ ਅੰਦਰ ਮਿਲਾਪ ਕਰਾਏਗਾ ਇਹ ਮਨ ਗੁਣਾਂ ਦੇ ਨਾਲ, ਜੇ ਅੰਦਰ ਗੁਣਾਂ ਦੀ ਕਾਰ ਕਰੇਗਾ ਆਪ, ਤੇ ਅੰਦਰ ਸਾਰਿਆਂ ਨੂੰ ਅੰਦਰਲੇ ਜੀ ਜੰਤ ਰੂਪੀ ਖੇਲ ਨੂੰ ਗੁਣਾਂ ਦੇ ਨਾਲ ਜੋੜ ਦੇਗਾ, ਸੰਜੋਗ ਕਰਵਾ ਦੇਗਾ। ਜੇ ਆਪ ਵਿਕਾਰਾਂ ਵਿੱਚ ਚੱਲ ਰਿਹਾ, ਵਿਕਾਰ ਦੀ ਕਾਰ ਮਨ ਆਪ ਕਰ ਰਿਹਾ, ਤੇ ਅੰਦਰਲੀ ਜੀ ਜੰਤ ਸਭ ਤੇਰਾ ਖੇਲ ਨੂੰ ਵਿਕਾਰਾਂ ਦੇ ਵਿੱਚ ਜੋੜ ਦੇਗਾ, ਉਹਨਾਂ ਨੂੰ ਵੀ ਵਿਕਾਰੀ ਬਣਾ ਦੇਗਾ। ਪਰ ਇੱਥੇ ਹੁਣ ਪੋਜ਼ਿਟਿਵ ਸੈਂਸ ਵਿੱਚ ਓੰਕਾਰ ਸਭ ਸ੍ਰਿਸ਼ਟ ਜਿਹੜੀ ਉਪਾਈ ਜਾ ਰਹੀ ਹੈ, ਭਾਵ ਓੰਕਾਰ ਦੇ ਦੁਆਰਾ, ਭਾਵ ਹੁਕਮ ਦੇ ਦੁਆਰਾ, ਸਤਿਗੁਰੂ ਦੀ ਮੱਤ ਦੇ ਦੁਆਰਾ ਜਿਹੜੀ ਅੰਦਰ ਸ੍ਰਿਸ਼ਟੀ ਪੈਦਾ ਹੋਈ ਹੈ, ਉਹਦੇ ਵਿੱਚ ਮਨ ਕੀ ਕਰ ਰਿਹਾ ਹੈ? ਆਪੇ ਭੰਨ ਕੇ ਪੁਰਾਣੀ ਸ੍ਰਿਸ਼ਟੀ, ਭਾਵ ਪੁਰਾਣੇ ਵਿਚਾਰਾਂ ਨੂੰ, ਅਵਗੁਣਾਂ ਨੂੰ ਭੰਨ ਕੇ, ਅਵਗੁਣਾਂ ਦਾ ਨਾਸ਼ ਕਰਕੇ ਅੰਦਰ ਬ੍ਰਹਮਾ ਦੀ ਉਤਪਤੀ ਕਰ ਰਿਹਾ ਹੈ। ਓੰਕਾਰ ਬ੍ਰਹਮਾ ਉਤਪਤ, ਜਿਹੜਾ ਅੰਦਰ ਬ੍ਰਹਮਾ ਹੁਣ ਸੱਚ ਰੂਪੀ ਗੁਣਾਂ ਨੂੰ ਅੰਦਰ ਪੈਦਾ ਕਰੇਗਾ, ਇਹਨਾਂ ਨੂੰ ਘੜੇਗਾ ਸਾਰਿਆਂ ਨੂੰ। ਇਹਨਾਂ ਅਵਗੁਣਾਂ ਵੱਲੋਂ ਨਾਸ਼ ਸਤਿਗੁਰੂ ਜੀ ਕਰ ਰਹੇ ਨੇ। ਇੱਥੇ ਦੱਸ ਰਹੇ ਉਹਨਾਂ ਨੂੰ ਪੁਰਾਣੀ ਵਿਚਾਰਧਾਰਾ, ਪੁਰਾਣੀ ਕਾਰ ਤੋਂ ਭੰਨ ਕੇ ਸਤਿਗੁਰੂ ਜੀ ਦੀ ਘਾੜਤ ਘੜੇਗਾ ਹੁਣ ਅੰਦਰ। ਜਿੱਥੇ ਘਾੜਤ ਘੜੀ ਹੈ, ਕਹਿੰਦੇ ਬਹੁਤ ਅਨੂਪ। ਕਿਹੜੀ ਅਨੂਪ ਹੋਏਗੀ? ਕਹਿੰਦੇ ਨੇ ਉੱਥੇ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਉੱਥੇ ਮਤ ਤੇ ਬੁੱਧ ਦੀ ਘਾੜਨਾ ਘੜੀ ਜਾਂਦੀ ਹੈ। ਉਹ ਹੁਣ ਇਹ ਵਾਲੀ ਅੰਦਰਲੀ ਸ੍ਰਿਸ਼ਟੀ ਦੀ ਸਾਜਨਾ ਸਤਿਗੁਰੂ ਜੀ ਸਾਡੇ ਨਾਲ ਦੱਸ ਕੇ ਸ਼ੇਅਰ ਕਰ ਰਹੇ ਨੇ। ਹਾਂਜੀ, ਧੰਨਵਾਦ ਜੀ। ਇਕਬਾਲ ਵੀਰ ਜੀ ਪਲੀਜ਼। ਜੀ ਆਨੰਦ। ਓੰਕਾਰ ਸਭ ਸ੍ਰਿਸ਼ਟ ਉਪਾਈ। ਓੰਕਾਰ ਕੀ ਹੈ? ਉਹ ਰੱਬ, ਉਹ ਕਰਤਾ ਜਿਹੜਾ ਕਾਰ ਕਰਦਾ। ਕਿਹਦੀ ਕਾਰ? ਸਾਰੀਆਂ ਕਾਰਾਂ ਕਰਦਾ। ਮਨ ਤਾਂ ਅੰਦਰ ਦੀ ਕਾਰ ਕਰਦਾ। ਜਿਹੜਾ ਓੰਕਾਰ ਹੈ ਉਹ ਸਭ ਦੀ ਕਾਰ ਕਰਦਾ, ਸਾਰੀ ਹੀ ਕਾਰ ਕਰਦਾ। ਸਭ ਸ੍ਰਿਸ਼ਟ ਉਪਾਈ, ਉਹਨੇ ਆਪਣੀ ਸਾਰੀ ਕਾਰ ਦੇ ਵਿੱਚ ਇਹ ਸ੍ਰਿਸ਼ਟੀ ਵੀ ਪੈਦਾ ਕੀਤੀ ਹੈ, ਓੰਕਾਰ ਨੇ ਕੀਤੀ ਹੈ। ਨਿਰੰਕਾਰ ਜਿਹੜਾ ਹੁੰਦਾ ਉਹ ਆਕਾਰ ਰਹਿਤ, ਉਹਨੂੰ ਨਿਰੰਕਾਰ ਕਹਿੰਦੇ ਆ। ਤੇ ਓੰਕਾਰ ਉਹ ਓੰਗ ਜਿਹੜਾ ਕਾਰ ਕਰਦਾ ਹੈ, ਉਹ ਇੱਕੋ ਇੱਕ ਹੈ, ਜਿਹਦਾ ਮੂਲ ਮੰਤਰ, ਕਿਉਂਕਿ ਗੁਰਬਾਣੀ ਨੇ ਓੰਕਾਰ ਦੀ ਹੀ ਗੱਲ ਕੀਤੀ ਹੈ, ਮਨ ਦੀ ਗੱਲ ਨਹੀਂ ਕੀਤੀ, ਮਨ ਦੀ ਵਡਿਆਈ ਨਹੀਂ ਕੀਤੀ ਇੱਥੇ। ਕੇਵਲ ਤੇ ਕੇਵਲ ਓੰਕਾਰ ਦੀ, ਉਸ ਰੱਬ ਦੀ ਹੀ ਸਾਰੀ ਜਿਹੜੀ ਹੈਗੀ ਹੈ ਵਡਿਆਈ ਹੈ, ਇਹ ਗੁਰਬਾਣੀ ਦੇ ਵਿੱਚ ਹੈ। ਹਾਂ, ਸਾਡੇ ਮਨ ਨੂੰ ਸਮਝਾਇਆ ਜ਼ਰੂਰ ਹੈ, ਮਨ ਦੀ ਵਡਿਆਈ ਨਹੀਂ ਕੀਤੀ ਹੈ। ਇਸ ਕਰਕੇ ਜਿਹੜਾ ਮਨ ਵੀ ਹੈ, ਇਹ ਓੰਕਾਰ ਦੀ ਇੱਕ ਕਾਰ ਦਾ ਇੱਕ ਹਿੱਸਾ, ਤੁਛ ਮਾਤਰ ਹਿੱਸਾ ਹੈ। ਮਨ ਕੋਈ ਸ੍ਰਿਸ਼ਟੀ ਸਾਜਦਾ ਨਹੀਂ ਹੈਗਾ, ਪੈਦਾ ਨਹੀਂ ਕਰਦਾ। ਮਨ ਆਪਣੇ ਵਿਚਾਰਾਂ ਦੇ ਰਾਹੀਂ ਦੂਸਰੇ ਨੂੰ ਬਦਲਦਾ ਹੈ। ਸਿਰਫ ਜਿਹੜੇ ਗਿਆਨ ਇੰਦਰੀਆ ਸਾਡੇ, ਇਹ ਕਰਤੇ ਨੇ ਬਣਾਏ ਆ, ਕਰਤੇ ਦੀ ਹੀ ਕਾਰ ਹੈ ਸਾਰੀ। ਘੜੀਏ ਸੁਰਤ ਮਤ ਮਨ ਬੁੱਧ ਤੇ ਸੁਧ,
ਇਹ ਜਿੰਨੇ ਗਿਆਨ ਇੰਦਰੀ ਹੈ ਇਹ ਪ੍ਰਮਾਤਮਾ ਦੀ ਕਾਰ ਦੇ ਰਾਹੀਂ ਹੀ ਬਣੇ ਹਨ ਤੇ ਪ੍ਰਮਾਤਮਾ ਨੇ ਇਹਨਾਂ ਨੂੰ ਘੜਨ ਲਈ ਗੁਰੂ ਦਾ ਸ਼ਬਦ ਦਿੱਤਾ ਹੈ ਤੇ ਮਨ ਨੇ ਉਹ ਗੁਰੂ ਦਾ ਸ਼ਬਦ ਧਾਰਨ ਕਰਕੇ ਉਸ ਫੁਰਨਿਆਂ ਨੇ ਉਸ ਸ਼ਬਦ ਨੂੰ ਆਪਣੇ ਅੰਦਰ ਵਸਾ ਕੇ ਤੇ ਇਹ ਕਾਰ ਕਰਨੀ ਹੈ ਜਿਹੜੀ ਉਹ ਇੱਕ ਓਂਕਾਰ ਦੇ ਨਾਲ ਲੀਨ ਹੋ ਜਾਵੇ। ਇਸ ਕਰਕੇ ਮਨ ਜਿਹੜਾ ਹੈਗਾ ਕਾਰ ਕਰਦਾ ਹੈ ਬਹੁਤ ਕੁਛ ਮਾਤਰ ਹੈ, ਇਹ ਕੋਈ ਕਰਤਾ ਨਹੀਂ ਹੈ, ਸ੍ਰਿਸ਼ਟੀ ਦਾ ਕਰਤਾ ਨਹੀਂ ਹੈ, ਓਂਕਾਰ ਹੀ ਸਭ ਸ੍ਰਿਸ਼ਟੀ ਦਾ ਕਰਤਾ ਹੈ। ਸਭ ਖੇਲ ਤਮਾਸ਼ਾ ਤੇਰੀ ਵਡਿਆਈ, ਇਹ ਸਾਰਾ ਖੇਲ ਤਮਾਸ਼ਾ ਇਹ ਉਸ ਇੱਕ ਓਂਕਾਰ ਦਾ ਜਿਹਦੀ ਕਾਰ ਸਾਰੇ ਸੰਸਾਰ ਤੇ ਚੱਲਦੀ ਹੈ, ਸਾਰੇ ਸੰਸਾਰ ਸਭ। ਮਨ ਦੀ ਕਾਰ ਸਿਰਫ ਤੁਹਾਡੇ ਇੱਕ ਕੰਨ ਦੇ ਅੰਦਰ ਹੀ ਚੱਲ ਸਕਦੀ। ਇਹਦਾ ਮਤਲਬ ਜੇ ਇੱਕ ਮਨ ਰੱਬ ਹੈ ਤੇ ਬਹੁਤ ਰੱਬ ਹੋਵੇ, ਕਰੋੜਾਂ ਅਰਬਾਂ ਖਰਬਾਂ ਰੱਬ ਹੋਵੇ, ਇੱਕ ਤਾਂ ਫਿਰ ਰਿਹਾ ਹੀ ਨਾ। ਇੱਕ ਦੇ ਅੰਦਰ ਇਹ ਮਨ ਸਾਰੇ ਸਮਾਉਂਦੇ ਹਨ, ਇੱਕ ਸਮੁੰਦਰ ਦੇ ਵਿੱਚ ਇਹ ਸਾਰੀਆਂ ਨਦੀਆਂ ਟੋਏ ਨਾਲੇ ਇਹ ਸਾਰੇ ਇੱਕ ਚ ਸਮਾਉਂਦੇ ਹਨ। ਇਸ ਲਈ ਸਭ ਖੇਲ ਤਮਾਸ਼ਾ ਉਹਦਾ ਆ, ਇੱਕ ਦਾ ਹੈ, ਮਨ ਦਾ ਨਹੀਂ। ਤੇਰੀ ਵਡਿਆਈ ਇਹ ਅਕਾਲ ਪੁਰਖ ਕਰਤੇ ਜੀ, ਤੇਰੀ ਵਡਿਆਈ ਹੈ। ਆਪੇ ਵੇਖ ਕਰੇ ਸਭ ਸੱਚ, ਆਪੇ ਵੇਖ ਕਰੇ ਸਭ, ਹੁਣ ਆਪੇ ਹੀ ਸਭਨਾਂ ਨੂੰ ਵੱਖ ਕਰਦਾ ਹੈ, ਸੱਚ ਹੈ, ਕਿਉਂਕਿ ਉਹਨੇ ਵੱਖ-ਵੱਖ ਘਾੜਤ ਸੰਚੇ ਜਿਹੜੇ ਵੱਖਰੇ ਵੱਖਰੇ ਕਰਕੇ ਬਣਾਏ ਹੋਏ ਹੈ। ਚਾਈਨੀਆਂ ਦੀ ਹੋਰ ਹੈ, ਇੰਡੀਅਨ ਹੋਰ ਹੈ, ਅਫਰੀਕਨ ਹੋਰ ਹੈ, ਇਹ ਸਭ ਕਲਾਈਮੇਟ ਦੇ ਸਿਸਟਮ ਦੇ ਆਧਾਰ ਤੇ ਉਹਨੇ ਵੱਖ-ਵੱਖ ਬਣਾਏ ਹੋਏ ਸਾਰੇ ਸੰਚੇ। ਆਪੇ ਘਨ ਕਢਾਏਂਦਾ ਇੱਕ ਵਚਨ ਹੈ ਤੇ ਆਪ ਹੀ ਉਹ ਜਿਹੜਾ ਭੰਨਦਾ ਤੇ ਘੜਦਾ, ਥਾਪਦਾ ਤੇ ਥੋਪਦਾ ਹੈ। ਜੇ ਮਨ ਕਰਦਾ ਹੋਵੇ ਤਾਂ ਇਹ ਮਨ ਸਿਰਫ ਬਹੁਤ ਛੋਟੇ ਦਾਇਰੇ ਦੇ ਅੰਦਰ ਹੀ ਭੰਨਦਾ ਤੇ ਘੜਦਾ ਕੀ ਹੈ, ਪ੍ਰਮਾਤਮਾ ਨੇ ਤਾਂ ਸਾਰਾ ਕੁਝ ਪਹਿਲਾਂ ਹੀ ਵਿੱਚ ਬਣਾਇਆ ਹੋਇਆ। ਮਨ ਡਾਇਵਰਟ ਕਰਦਾ, ਮਨ ਸਮਝਾਉਂਦਾ, ਮਨ ਫੁਰਨੇ ਫੁਰਦਾ। ਜੇ ਗੁਰੂ ਦੇ ਫੁਰਨੇ ਅਨੁਸਾਰ ਫੁਰ ਲੈ ਮਨ, ਉਹ ਗੁਰਮਤਿ ਬਣ ਜਾਂਦੀਆਂ ਨੇ ਤਾਂ ਮਨਮਤ ਹੈ। ਇਸ ਲਈ ਆਪੇ ਇੱਕ ਵਚਨ ਭੰਨ ਕਢਾਏਂਦਾ, ਇੱਕੋ ਇੱਕ ਕਰਤਾ ਹੈ ਜਿਹੜਾ ਭੰਨਣ ਘੜਨ ਸਮਰੱਥ ਹੈ। ਗੁਰਬਾਣੀ ਚ ਹਜ਼ਾਰਾਂ ਪ੍ਰਮਾਣ। ਇਹ ਮਨ ਨੂੰ ਕਦੀ ਇੱਕ ਸ੍ਰੇਸ਼ਟ ਕਰਤਾ ਜਾਂ ਪਰਮ ਕਰਤਾ ਨਹੀਂ ਮੰਨਿਆ ਗਿਆ। ਇਹ ਬਹੁਤ ਥੋੜੇ ਕੁਛ ਗਿਆਨ ਕਰਮ ਇੰਦਰੀਆਂ ਨੂੰ, ਇਹ ਜਿਹੜਾ ਮਨ ਹੈ ਇਹ ਸਿਰਫ ਕਰਮ ਇੰਦਰੀਆਂ ਨੂੰ ਹੀ ਘੂਰਦਾ ਹੈ ਤੇ ਕਰਮ ਇੰਦਰੀਆਂ ਨੂੰ ਜਿਹੜੀ ਇਹ ਘਾੜਤ ਹੈ ਮਿਲਦੀ ਹੈ, ਤੁਰਨ ਦੀ ਗਾਈਡਲਾਈਨ ਮਿਲਦੀ ਹੈ, ਉਹ ਗਿਆਨ ਇੰਦਰੀਆਂ ਦੇ ਰਾਹੀਂ। ਗਿਆਨ ਇੰਦਰੀਆਂ ਨੂੰ ਵੀ ਘੜਨ ਵਾਲਾ ਰੱਬ ਹੈ, ਪਰ ਮਨ ਇਹਨਾਂ ਗਿਆਨ ਇੰਦਰੀਆਂ ਦਾ ਰੱਬ ਬਣਿਆ ਆ, ਕਰਤਾ ਕਹਿ ਲਓ, ਜਾਂ ਉਹਨੂੰ ਚਲਾਉਣ ਵਾਲਾ, ਜਾਂ ਉਹਨੂੰ ਜਿੱਦਾਂ ਡਰਾਈਵਰ ਬਣਿਆ ਆ। ਸਿਰਫ ਬਣਾਉਂਦਾ ਇਹ ਵੀ ਨਹੀਂ ਹੈਗਾ, ਇਹ ਸਿਰਫ ਡਰਾਈਵਰ ਕਰਨੀ ਉਹਨਾਂ ਗਿਆਨ ਇੰਦਰੀਆਂ ਨੂੰ ਵਰਤਦਾ ਹੈ ਤੇ ਕਰਮ ਇੰਦਰੀਆਂ ਤੋਂ ਕੰਮ ਕਰਵਾਉਂਦਾ। ਬਸ ਇਹਦੀ ਆਹ ਮਨ ਦੀ ਚਾਲ ਹੈ, ਇਹ ਕੋਈ ਕਰਤਾ ਨਹੀਂ, ਇੰਨਾ ਕੀ ਕਰਤਾ ਹੈ। ਇਸ ਲਈ ਆਪੇ ਭੰਨ ਕਢਾਉਣ, ਉਹ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਕਰਤਾ ਹੀ ਹੈ ਜਿਹੜਾ ਭੰਨਣ ਤੇ ਘੜਨ ਦੀ ਸਮਰੱਥਾ ਵਾਲਾ ਹੈ। ਹਾਂਜੀ, ਧੰਨਵਾਦ ਇਕਬਾਲ ਵੀਰ ਜੀ, ਆਪ ਜੀ ਨੇ ਕਰਤੇ ਦੇ ਨਾਲ ਜੋੜ ਕੇ ਆਪ ਜੀ ਨੇ ਸਮਝਾਣਾ ਕੀਤਾ ਜੀ। ਹਾਂਜੀ ਸਤਿੰਦਰ ਵੀਰ ਜੀ। ਜੀ ਵੀਰ ਜੀ, ਜਿਵੇਂ ਇਸ ਤਰ੍ਹਾਂ ਵੀਰ ਜੀ ਆਖ ਰਹੇ ਸਨ ਕਿ ਮਨ ਕਰਤਾ ਨਹੀਂ ਹੁੰਦਾ, ਮਨ ਦੀ ਵਡਿਆਈ ਨਹੀਂ ਕੀਤੀ ਗਈ, ਸਿਰਫ ਓਂਕਾਰ ਦੀ ਵਡਿਆਈ ਕੀਤੀ ਗਈ। ਗੁਰਬਾਣੀ ਵੀ ਓਂਕਾਰ ਦੀ ਇੱਥੇ ਦੱਸਦੇ ਵੀ ਓਂਕਾਰ ਸਾਰੀ ਸ੍ਰਿਸ਼ਟੀ ਉਪਾ ਰਿਹਾ ਹੈ। ਗੁਰਬਾਣੀ ਇੱਥੇ ਇਹ ਨਹੀਂ ਕਹਿ ਰਹੇ ਮਨ ਸ੍ਰਿਸ਼ਟੀ, ਲੇਕਿਨ ਗੁਰਬਾਣੀ ਇੱਥੇ ਓਂਕਾਰ ਆਪਾਂ ਗੱਲ ਕੀਤੀ ਹੈ, ਓਂਕਾਰ ਦੇ ਵਿੱਚ ਮਨ ਸਮਾ ਕੇ ਮਨ ਦੀ ਤਾਂ ਹਸਤੀ ਖਤਮ ਹੋ ਚੁੱਕੀ ਹੈ, ਮਨ ਦੀ ਜਗ੍ਹਾ ਤੇ ਹੁਣ ਤਾਂ ਓਂਕਾਰ ਵਸ ਰਿਹਾ। ਓਂਕਾਰ ਮਨ ਦੀ ਇੱਥੇ ਉਹ ਨਹੀਂ ਦੱਸ ਰਹੇ, ਇਹ ਉਹ ਅਵਸਥਾ ਦੱਸ ਰਹੇ ਨੇ, ਕਿਉਂਕਿ ਓਂਕਾਰ ਵੀ ਗੁਰਬਾਣੀ ਸਤਿਗੁਰੂ ਦੀ ਮੱਤ ਨੂੰ ਆਖਦੀ ਹੈ। ਓਂਗ ਹੈ ਸਾਧ ਸਤਿਗੁਰ, ਔਰ ਜਦੋਂ ਸਤਿਗੁਰੂ ਦੀ ਹੀ ਵਡਿਆਈ ਹੋ ਰਹੀ ਹੈ, ਸਿਰਫ ਇੱਥੇ ਵਡਿਆਈ ਸਿਰਫ ਸਤਿਗੁਰੂ। ਲੇਕਿਨ ਮਨ ਉਹ ਜਿਹੜਾ ਆਖ ਰਿਹਾ ਨਾ, ਇੱਥੇ ਆਪਾਂ ਕਹਿ ਰਹੇ ਹਾਂ ਵੀ ਮਨ ਕਰਤਾ ਨਹੀਂ ਬਣ ਸਕਦਾ, ਮਨ ਕਰਤਾ ਨਹੀਂ ਬਣ ਸਕਦਾ, ਲੇਕਿਨ ਇਹ ਮਨ ਨੂੰ ਸਮਝ ਆ ਚੁੱਕਾ ਵੀ ਤੂੰ ਕਰਤਾ ਨਹੀਂ ਬਣ ਸਕਦਾ ਓਂਕਾਰ ਵਾਲੀ ਸ੍ਰਿਸ਼ਟੀ ਦਾ, ਹੁਕਮ ਵਾਲੀ ਸ੍ਰਿਸ਼ਟੀ ਦਾ। ਇਸ ਲਈ ਮਨ ਪਹਿਲਾਂ ਜਿਹੜੇ ਅੰਦਰ ਵਸਦੇ ਰੱਬ ਜੀ ਹੈ, ਅੰਦਰ ਵਸਦੇ ਗੁਰੂ ਕਰਤਾ ਗੁਰ ਕਰਨਾ ਯੋਗ ਹੈ, ਗੁਰੂ ਹੀ ਪਰਮੇਸ਼ਰ ਹੈ। ਪਰਮੇਸ਼ਰ ਨੇ ਗੁਰੂ ਜੀ ਨੂੰ ਨਹੀਂ ਭੇਜਿਆ ਸ਼ਬਦ ਦੇ ਕੇ, ਪਰਮੇਸ਼ਰ ਹੀ ਗੁਰੂ ਦਾ, ਸ਼ਬਦ ਹੀ ਪਰਮੇਸ਼ਰ ਹੈ।
ਜਦੋਂ ਮਨ ਨੂੰ ਇਹ ਸਮਝ ਆ ਜਾਂਦਾ ਨਾ, ਜਿਸ ਨੂੰ ਉੱਪਰ ਕਹਿੰਦੇ ਤੂੰ ਆਪੇ ਜਾਣ ਹੈ, ਅੰਦਰ ਵਸਤੇ ਰੱਬ ਜੀ, ਅੰਦਰ ਵਸਤੇ ਗੁਰੂ ਜੀ, ਜਦੋਂ ਮਨ ਨੂੰ ਸਮਝਾ ਦਿੰਦੇ ਨੇ ਕਿ ਕਰਤਾ ਸੱਚ ਹੀ ਹੈ, ਗੁਰੂ ਹੀ ਕਰਤਾ ਹੈ, ਤਾਂ ਮਨ ਪਹਿਲਾਂ ਆਪਣੇ ਆਪ ਨੂੰ ਉਸ ਕਰਤੇ ਵਿੱਚ, ਸਮੁੰਦਰ ਵਿੱਚ, ਉਸ ਸਤਿਗੁਰੂ ਵਿੱਚ, ਗੁਰ ਦਰਿਆਓ ਦੇ ਵਿੱਚ ਆਪਣੇ ਆਪ ਨੂੰ ਸਮਾ ਦਿੰਦਾ ਹੈ। ਆਪਣੀ ਹਸਤੀ, ਮਨ ਦੀ ਹਸਤੀ ਖਤਮ ਹੁੰਦੀ ਹੈ ਤੇ ਫਿਰ ਜਿਹੜੀ ਅੰਦਰਲੀ ਸ੍ਰਿਸ਼ਟੀ ਸਤਿਗੁਰੂ ਜੀ ਆਪ ਮਨ ਦੀ ਜਗ੍ਹਾ ਤੇ ਕੀ ਕਹਿੰਦੇ ਬੈਠ ਕੇ ਸਾਜਦੇ ਨੇ। ਮਨ ਨਹੀਂ ਸਾਜ ਰਿਹਾ, ਮਨ ਤਾਂ ਸਤਿਗੁਰੂ ਚ ਸਮਾ ਜਾਂਦਾ ਹੈ। ਫਿਰ ਹੁਣ ਜੋ ਕੁਝ ਆਖਿਆ ਜਾ ਰਿਹਾ ਹੈ, ਜੋ ਸ੍ਰਿਸ਼ਟੀ ਸਾਜੀ ਜਾ ਰਹੀ ਹੈ, ਇਹ ਸਤਿਗੁਰੂ ਜੀ ਵੱਲੋਂ ਸਾਜੀ ਜਾ ਰਹੀ ਹੈ। ਲੇਕਿਨ ਇੱਕ ਗੱਲ ਗੁਰਬਾਣੀ ਬਿਲਕੁਲ ਆਖਦੀ ਹੈ ਕਿ ਓੰਕਾਰ ਸਤਿਗੁਰੂ ਹੈ, ਓੰਗ ਸਤਿਗੁਰੂ ਨੂੰ ਆਖਿਆ ਜਾਂਦਾ ਹੈ। ਹਾਂ, ਮਨ ਓੰਕਾਰ ਵਿੱਚ ਸਮਾ ਸਕਦਾ ਹੈ, ਸਮਾਂਦਾ ਹੈ ਜਦੋਂ ਇਹਨੂੰ ਸਤ ਪਸੰਦ ਆਂਦਾ ਹੈ। ਮਨ ਸਤ ਭਾਏ ਕਰੇਗਾ ਤਾਂ ਇਹ ਸਤ ਵਿੱਚ ਸਮਾ ਜਾਵੇਗਾ। ਨਾਮ ਦੀ ਜੋਤ ਹੈ, ਨਾਮ ਨੂੰ ਜੋਤ ਆਖਿਆ ਜਾਂਦਾ ਹੈ। ਉਹ ਜੋਤ ਨੂੰ ਹੀ ਸਤਿਗੁਰੂ ਦੀ ਗੁਰਸਾਖੀ ਜੋਤ ਆਖਿਆ ਜਾਂਦਾ, ਗੁਰੂ ਦੀ ਸਿੱਖਿਆਵਾਂ ਨੂੰ ਜੋਤ ਆਖਿਆ ਜਾਂਦਾ ਹੈ। ਤੇ ਮਨ ਦੀ ਆਪਣੀ ਜੋਤ ਜਿਹੜੀ ਜਦੋਂ ਸਤਿਗੁਰੂ ਦੀ ਸਿੱਖਿਆਵਾਂ ਵਿੱਚ ਮਿਲ ਜਾਂਦੀ ਹੈ, ਦੋਨੋਂ ਜੋਤ ਮਿਲ ਕੇ ਇੱਕ ਜੋਤ ਰਹਿ ਜਾਂਦੀ ਹੈ, ਸਿਰਫ ਸਤਿਗੁਰੂ ਜੀ ਦੀ। ਫਿਰ ਅੰਦਰ ਮਨ ਨਹੀਂ, ਸਤਿਗੁਰੂ ਜੀ ਹੀ ਕਰਦਾ ਹੈ। ਇਹੀ ਦੱਸਿਆ ਜਾ ਰਿਹਾ ਹੈ ਮਹਿਲੇ ਤੀਜੇ ਵੱਲੋਂ, ਮਹਿਲੇ ਤੀਜੇ ਇਹੀ ਆਖਿਆ ਜਾ ਰਿਹਾ ਹੈ ਕਿ ਜੋ ਕੁਝ ਕਰ ਰਿਹਾ ਹੈ ਹੁਣ ਮਨ ਦੀ ਜਗ੍ਹਾ ਤੇ ਸਤਿਗੁਰੂ ਜੀ ਵਿਰਾਜ ਗਏ ਨੇ। ਮਨ ਨੇ ਉਹਨਾਂ ਨੂੰ, ਆਪਣੇ ਆਪ ਨੂੰ ਮਨ ਨੇ ਲੀਨ ਕਰ ਦਿੱਤਾ ਸਤਿਗੁਰੂ ਦੀ ਸਿੱਖਿਆਵਾਂ ਵਿੱਚ। ਗੁਰਬਾਣੀ ਦੀ ਜਿਹੜੀ ਫਿਲਾਸਫੀ ਹੈ, ਓੰਗ ਸਤਿਗੁਰੂ ਨੂੰ, ਭਾਵ ਸਤਿਗੁਰੂ ਦੀ ਮੱਤ ਨੂੰ, ਸਤਿਗੁਰੂ ਦੀ ਸਿੱਖਿਆ ਨੂੰ, ਨਾਮ ਨੂੰ, ਹੁਕਮ ਨੂੰ ਹੀ ਪ੍ਰਮਾਤਮਾ ਆਖਿਆ ਜਾਂਦਾ ਹੈ। ਔਰ ਹੁਕਮ ਵਿੱਚ ਹੀ ਇਹ ਸ੍ਰਿਸ਼ਟੀ ਸੱਜ ਰਹੀ ਹੈ। ਹੁਣ ਮਨ ਨੇ ਆਪਣਾ ਹੁਕਮ ਛੋੜ ਦਿੱਤਾ। ਮਨ ਪਹਿਲਾਂ ਸਤਿਗੁਰੂ ਜੀ ਦੇ ਹੁਕਮਾਂ ਵਿੱਚ ਆਪ ਚੱਲਣ ਲੱਗ ਗਿਆ। ਉਹਨੂੰ ਕਹਿੰਦੇ ਨੇ ਮਨ ਮੇਰੇ ਸਤਿਗੁਰ ਕੇ ਪਾਣੇ ਚੱਲ। ਇਹ ਸਤਿਗੁਰੂ ਦੇ ਪਾਣੇ ਚੱਲ ਗਏ, ਇਹ ਤਾਂ ਖਤਮ ਹੋ ਗਏ। ਸਤਿਗੁਰੂ ਜੀ ਹੀ ਅੰਦਰ ਵਸ ਗਏ ਨੇ, ਹੁਣ ਸਾਡੀ ਬੋਡੀ ਦੇ ਵਿੱਚ ਵਸਦੇ ਨੇ, ਵਸ ਸਕਦੇ ਨੇ। ਮਨ ਓੰਗ ਵਿੱਚ ਸਮਾ ਸਕਦਾ ਹੈ, ਸਮਾਂਦਾ ਹੈ। ਕਦੋਂ? ਜਦੋਂ ਮਨ ਸਤ ਭਾਏ ਕਰ ਜਾਂਦਾ ਹੈ। ਮਨ ਤਾਂ ਸਮਾ ਕੇ ਸਤਿਗੁਰੂ ਦਾ ਰੂਪ ਬਣ ਜਾਂਦਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣ ਜਾਂਦਾ ਹੈ। ਇਹ ਰੱਬ ਬਣ ਸਕਦਾ ਹੈ, ਬਣ ਜਾਂਦਾ ਹੈ। ਰੱਬ ਬਣਨ ਦਾ ਭਾਵ ਗੁਰਬਾਣੀ ਹੀ ਬਣਨਾ ਨੂੰ ਰੱਬ ਬਣਨਾ ਆਖਿਆ ਜਾਂਦਾ ਹੈ। ਭਾਵ ਸਤਿਗੁਰੂ ਦੀ ਵਿਚਾਰਧਾਰਾ ਵਿੱਚ ਮਰਜ ਹੋ ਜਾਣਾ, ਸਮਾ ਜਾਣਾ, ਸਾਡੇ ਵਿਚਾਰਾਂ ਦੀ ਅਣਹੋਂਦ ਹੋ ਜਾਏ, ਸਾਡੇ ਵਿਚਾਰ ਬਚਦੇ ਹੀ ਨਹੀਂ। ਸਤਿਗੁਰੂ ਜੀ ਦੇ ਵਿਚਾਰਾਂ ਦੇ ਵਿੱਚ ਹੀ ਜੀਵਨ ਬਤੀਤ ਕਰਨੇ ਨੂੰ ਹੀ ਰੱਬ ਦੇ ਵਿੱਚ ਸਮਾ ਜਾਣਾ ਆਖਿਆ ਜਾਂਦਾ ਹੈ। ਹਾਂਜੀ, ਧੰਨਵਾਦ ਵੀਰ ਜੀ। ਬੜੀ ਖੂਬਸੂਰਤੀ ਨਾਲ ਆਪ ਜੀ ਨੇ ਵੀ ਜ਼ਿਕਰ ਕਰਨਾ ਕੀਤਾ। ਗੁਣ ਕਹਿ ਗੁਣੀ ਸਮਾਵਣਿਆ। ਗੁਣ ਕਹਿ ਕੇ ਗੁਣ ਵਾਲੇ ਪ੍ਰਮਾਤਮਾ ਦੇ ਗੁਣਾਂ ਵਿੱਚ ਹੀ ਅਸੀਂ ਲੀਨ ਹੋ ਜਾਈਏ, ਗੁਣਾਂ ਵਿੱਚ ਹੀ ਸਮਾ ਜਾਈਏ। ਵਾਹ ਵਾਹ। ਇਕਬਾਲ ਵੀਰ ਜੀ ਵੀ ਆਲਮੋਸਟ ਉਹੀ ਗੱਲ ਕੀਤੀ ਹੈ, ਉਹਨਾਂ ਨੇ ਹੋਰ ਤਰੀਕੇ ਨਾਲ ਕੀਤੀ ਹੈ। ਆਪ ਜੀ ਨੇ ਵੀ ਉਸੇ ਗੱਲ ਨੂੰ ਹੋਰ ਤਰੀਕੇ ਨਾਲ ਖੋਲ ਕੇ ਸਮਝਾਣਾ ਕੀਤਾ। ਬੜੀ ਖੂਬਸੂਰਤ ਵਿਚਾਰ ਨਿਕਲ ਕੇ ਆਏ। ਵੀਰ ਜੀ ਪਤਾ ਕੀ ਹੈ, ਅਸੀਂ ਲੋਕਾਂ ਨੂੰ ਨਾ, ਸਾਨੂੰ ਅੱਜ ਤੱਕ ਇਹੀ ਸਮਝਾਇਆ ਗਿਆ ਹੈ ਕਿ ਇੱਕ ਪ੍ਰਮਾਤਮਾ ਹੈ, ਇੱਕ ਗੁਰੂ ਹੈ। ਭੁਪਿੰਦਰ ਜੀ ਵੀ ਵਿਚਾਰ। ਹਾਂਜੀ ਭੁਪਿੰਦਰ ਵੀਰ ਜੀ ਨੇ ਜੀ ਆਇਆਂ ਨੂੰ। ਭੁਪਿੰਦਰ ਵੀਰ ਜੀ ਪਲੀਜ਼ ਆਪ ਜੀ ਵੀ ਸਾਂਝ ਪਾ ਦਿਓ ਜੀ। ਜੋ 18ਵੇਂ 16 ਦੇ 2 ਪਦਿਆਂ ਤੱਕ ਦੇ ਪਾਠ ਹੋ ਚੁੱਕੇ ਹਨ। ਹਾਂਜੀ, ਪਹਿਲਾਂ ਤੇ ਜਿਹੜਾ ਪਹਿਲਾ ਪਦ ਹੈ ਨਾ, ਜੁਗ ਛਤੀ ਕੀਓ ਗੁਬਾਰਾ, ਇਹ ਮੇਰੇ ਮਨ ਦੀ ਅਵਸਥਾ। ਔਰ ਜੁਗ ਛਤੀ ਹੁੰਦਾ ਬੇਅੰਤ ਸਮਾਂ। ਜਿਵੇਂ 4 ਹੁੰਦਾ ਨਾ ਫਿਊ, ਐਨ 36 ਹੁੰਦਾ ਮੈਨੀ। ਜਿਸ ਤਰ੍ਹਾਂ 4 ਦਿਨ, 4 ਦਿਹਾੜੇ, 4 ਰੋਟੀਆਂ ਖਾਣਾ, 4 ਦਿਨ ਦੇ ਪਰੌਣੇ, ਉਹ ਫਿਊ ਵਾਸਤੇ ਪ੍ਰਤੀਕ ਹੈ 4। ਔਰ 36 ਪ੍ਰਤੀਕ ਹੈ ਮੈਨੀ ਦਾ। ਸੋ ਬੇਅੰਤ ਸਮੇਂ ਤੱਕ ਮੇਰੇ ਮਨ ਨੂੰ ਗੁਬਾਰ ਹਨੇਰਾ ਪਸੰਦ ਸੀ। ਉਹ ਮਨ ਕੀ ਮੱਤ ਹੈ, ਉਹ ਉਹਦਾ ਆਪਣਾ। ਉਹਨੂੰ ਇੱਕ ਜਗ੍ਹਾ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ, ਜੁਗ ਛਤੀ ਗੁਬਾਰ ਕਿਸ ਹੀ ਪਾਇਆ। ਇਹਨੂੰ ਪਸੰਦ ਸੀ ਨਾ, ਲੇਕਿਨ ਆਪਣੇ ਅਵਗੁਣਾਂ ਨੂੰ ਪਸੰਦ ਕਰਕੇ ਜਦੋਂ ਅਸੀਂ ਆਪਣੇ ਅਵਗੁਣਾਂ ਦੇ ਕਾਰਨ ਖੁਆਰੀ ਮਹਿਸੂਸ ਕਰਦੇ ਹਾਂ ਨਾ, that is very good ਅਵਸਥਾ। ਉਸ ਅਵਸਥਾ ਨੂੰ ਕਹਿੰਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਜਦੋਂ ਆਂਦੀ ਹੈ ਫਿਰ ਸਾਡੇ ਕਾਫੀ ਮੁਸ਼ਕਲ ਹੁੰਦੀ ਹੈ, ਡਿਸਟਰਬੈਂਸ ਹੁੰਦੀ ਹੈ। ਕਿਉਂਕਿ ਅਸੀਂ ਜਿਹੜਾ ਆਪਣਾ ਮਨ ਕੀ ਮੱਤ ਦਾ ਟਾਟ ਉੜਿਆ ਹੋਇਆ, ਮਨ ਕੀ ਮੱਤ ਦਾ ਕੱਪੜਾ ਉੜਿਆ ਹੋਇਆ, ਮਨ ਕੀ ਮੱਤ ਦਾ ਸਾਰੇ ਨੈਗੇਟਿਵਸ ਇਕੱਠੇ ਕੀਤੇ ਹੋਏ ਨੇ, ਉਹ ਸਾਰੇ ਨਾ ਉਹਨੂੰ ਉਹ ਡਿਸਟਰਬ ਹੁੰਦੇ ਨੇ, ਉਹ ਉੜਦੇ ਨੇ ਨਾ।
सब है उडानी भ्रम की टाटी रह नमाया बांदी। उन्हें आंधी आई है सारी, आंधी पाछे जो जल फर्क है। आंधी तक पसंद नहीं सी आ रहा, लेकिन आंधी पाछे जो जल बरख है तै तेरा जन पीना। फिर समझ आती है कि मैं अपने अवगुणा करके जो खुआर होंदा है, यह हनेरा, ये कालख, ये धुंधुकार वाली जी मैं कमांदा ना, ये गलत है। मनु एक ओंकार दी कार कमानी चाहिए, उस दी कार सारी सृष्टि ते चल रही है एक दी, तो मैनू मेरे महसूस करना चाहिए कि मेरे तन उत्ते भी ओदी कार चल रही है। उस एक रब दी मेरे अंग अंग रोम रोम ते कार चलती है। सो युग छत्ती क्यों गुब्बारा उन्होंने पसंद सी हनेरा, उन्हें खुआरी नू महसूस किया, फिर उन्हें अपनी नवी सिरजना वास्ते सतगुर की मत लई। जदों मन सतगुर की मत लैंदा है ना, तां फिर उन्होंने ब्रह्मा वाला गुण प्राप्त होता है। ब्रह्मा होंदा है जदों साडे अंदरों चंगे गुणा की उत्पत्ति होती है। गुर ईश्वर गुर गोरख ब्रह्मा, वो अपनी स्टेबल गो रख वाली मात नू गोरख, ब्रह्मा वो नवी सृष्टि उपाण जोगा हो जाता है। चंगे चंगे गुण साडे अंदर पैदा करने वास्ते होर क्या को कहे, ਉਹਦੇ अंदर ਦੇ जितने जी जंत और सब कुछ है, कोई भी विच कुछ आख नहीं सकता। जैसा वो कहता है उन्हें हुण कीमत पाई सतगुर दी मत दी, मन ने नवी सृष्टि साजी। किस तरह साजी? उस एक ओंकार दी, कार दे ना रारे नू सियारी है। एक दे ओ अंग, अंग नू असीं स्पैलिंग बनाते हैं ANG, ओ अंकार। मेरी सारी सृष्टि ते ओदा नियम चल रहा है, मैं उस नियम मुताबक हुक्म रजाई दे मुताबक चल के अपनी सृष्टि पैदा की। सब खेल तमाशा तेरी वड्याई। वो पहला मन की मत दियां खेडलां करदा सी, जिस तरह असीं पहला क्या सी ना, दरियावे कन्ने बगला बैठा खेल करे। मेरा मन बगला अपनियां खेडां खेडदा सी, पर हुण इहनूं किहड़ी खेड समझ आ गई? पूता माता के सीसी पढ़ते हैं ना, रंग तमाशा पूर्ण आशा कबे ना व्यापै चिंता। जिहड़ी मन की मत दे नाल खेडां खेडदा सी, चिंता फिकर डर तौखला खटका शक वगैरह होंदे सन। हुण जिहड़ा खेल तमाशा बनिया, हुण इहदे कबे ना व्यापै चिंता वाला। ये इस मन नूं वड्याई प्राप्त हुई, सारे अंग भी खुश हो गए। आपे वेख करे सब साचा। इन्हें सारे अपने जितने भी अंदर दे इंद्रे ज्ञानेंद्रे रोम रम जेडे अंदर दे जी जंत सी ना, वो सारियां दा भी ना भेद समझ लिया अलग अलग। मेरा शेर इंज करदा है, मेरा अंदर दा खोता इंज करदा है, मेरा अंदर दा पैर चोलना गधा नाचे इंज करदा है, मेरे अंदर दे सारे जियां जनता नूं वो फिक्सअप करदा है। ते उन वो सारे अंदर दे जियां जनता वाले जितने अवगुण सन ना मेरी सृष्टि दे अंदर, उन्हां नूं भन्न दिंदा है ते नवें चंगी सृष्टि वसा लैंदा। जिहड़ा असीं नवां जन्म विच राजा राम काकरी आंबरे पकाए वाला शब्द विचारिया सी, वो वाली नवी सृष्टि कढ़दा है। ये मन दी अपने ते अप्लाई करके वाली शब्द दी विचार मैनू जिथे तक समझ आई। थैंक यू। हाँ, भुपिंदर वीर जी एक सवाल आया है, रब दी गुरमत अनुसार डेफिनेशन दिया जाए ते एक आधा मिनट आप जी थोड़ा जा इस बारे भी बयान कर दिया जाए। अच्छा जी, जेड़े इस कुदरती सब जगह नियम वर्त रहे ने ना, असी एक गल समझते हैं कि कण कण में भगवान असी समझते हैं। असी सब कहते हैं वो सब जगह है, सब जगह हाजिर नाजर है। ये तो असी मनते हैं भी रब सब जगह ओमनी प्रेजेंट है। ओमनी प्रेजेंट किस तरह है? आपने गुणा करके, अपने नियम हुक्म सिस्टम मुताबक उन्होंने रजा कहते हैं। सो ये जेड़ा सब जगह कुदरत का निरपक्ष नियम चल रहा है ना, जे बारिश हुई है तो हिंदू मुसलमान सिख ईसाई गरीब अमीर गोरा काला तेर मेर का वितकरा नहीं कर दिया, बराबरता का। इस तरीके दे नाल सूरज चढ़ रहा है, चंद चढ़ रहा है, ऑक्सीजन आ रही है, पेड़ पौधे ने, ये सारा जिहड़ा उहदा नियम है ना, ये नियम दे एक एक अंग ते विदाउट फेल सब जगह भरपूर लीना, सब जगह भरिया पूरिया, वो जिहड़ा नियम है ना, वो नियम नूं गुरमत रब कहंदे। बलिहारी कुदरत वसिया, उसे नियम नूं कुदरत करके वसिया सोए। कुदरत दिसै, कुदरत सुनिए, कुदरत सारा कुछ ओदे भै विच, सूरज भै विच चंद, ओदा जिहड़ा नियम चल रहा, उस नियम दे अधीन
ਭਾਵ ਉਸ ਰੱਬ ਦੇ ਅਧੀਨ ਸਾਰੀ ਸ੍ਰਿਸ਼ਟੀ ਸਾਰੀ ਯੂਨੀਵਰਸ ਚੱਲ ਰਹੀ ਹੈ, ਔਰ ਉਹਦੇ ਨਿਯਮ ਦੇ ਅਧੀਨ ਹੀ ਮੇਰਾ ਸਰੀਰ ਬਣਾਇਆ ਗਿਆ ਹੈ। ਇੱਕੋ ਗੱਲ ਗੜਬੜ ਹੋ ਗਈ ਹੈ ਕਿ ਇਸ ਸਰੀਰ ਦੇ ਚੌਂਕੇ ਉੱਤੇ ਉੱਪਰ ਆਏ ਬੈਠੇ ਕੁੜਿਆਰ, ਮੇਰਾ ਮਨ ਕੁੜਿਆਰ ਆ ਕੇ ਬੈਠ ਗਿਆ। ਇਹ ਅੰਦਰ ਵਸਤੇ ਰੱਬ ਨੂੰ ਮਹਿਸੂਸ ਹੀ ਨਹੀਂ ਕਰਦਾ, ਆਪਣੀ ਮਰਜ਼ੀ ਨਾਲ ਚਲਾਉਂਦਾ, ਕਿਉਂਕਿ ਇਹਨੂੰ ਇਹ ਰਾਜਾ ਹੈ ਇਸ ਸ੍ਰਿਸ਼ਟੀ ਦਾ, ਇਸ ਸਰੀਰ ਦਾ। ਮਨ ਰਾਜਾ, ਮਨ ਸੁਲਤਾਨ ਹੈ, ਆਪਣੀ ਮਨ ਕੀ ਮਤ ਦੇ ਨਾਲ ਚਲਾਉਂਦਾ ਹੈ ਰਾਜਾ। ਪਰ ਸਤਿਗੁਰ ਦੀ ਮਤ ਲੈ ਲੈ, ਜਿਹਨੂੰ ਕਹਿੰਦੇ ਨੇ ਹੁਕਮ, ਏਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜਿਉ, ਉਹ ਵਾਲਾ ਹੁਕਮ ਨਿਯਮ ਸਿਸਟਮ ਨੂੰ ਬੁਝ ਲੈਂਦਾ, ਸਮਝ ਲੈਂਦਾ ਤੇ ਉਹਦੇ ਮੁਤਾਬਕ ਚਲਾਉਣ ਲੱਗ ਪੈਂਦਾ, ਸਾਰੀ ਸ੍ਰਿਸ਼ਟੀ ਸੁਖੀ ਹੋ ਜਾਂਦੀ ਹੈ। वरना आप भी दुखी, सारी सृष्टि भी दुखी, सगल सृष्टि को राजा दुखिया। क्यों? क्योंकि अज्ञानता दी नींद हनेरे विच सुत्ता होया सी। ओनू कहंदे ने नरपतेक इसे सिंघासन ते बैठा होया, नरपतेक सिंघासन सोया, सुपने पिया भिखारी, अछत रात बिछड़त दुख पाया, ए गत वही हमारी। साडे सारे इंद्रे ज्ञान इंद्रे विचारियां दे वस कुछ नहीं है। ये साडे राजा जी जेड़े ने, इन्हां दी कूड़ खिलारी हुई है, जैसा राजा तैसी प्रजा। फिर अंगा नूं भी कुछ समझ नहीं आता है, सारे इन्हां जनता के वस किछ नहीं, ये बेचारे की करन। सो ये कुदरत दे नियमां नूं थां ते प्रिवेलिंग ने, किसी दा पक्षपात नहीं करदे ने, यूनीवर्सल ट्रुथ ने, उस नूं ही रब कहंदे ने। वो नियमां दे पिछे जिहड़ा तत् ज्ञान है, ओनू गुर परमेश्वर एको जान, ओनू रब कहंदे ने। रब इंज नहीं है कि इस सृष्टि तो वखरा किधरे जाके कल्ला बैठा होया है। बस ये वाला जेकर असी पॉइंट ठीक तरीके नाल समझ लईए तां सानू गुरबाणी दे बड़े सारे कीमती फंडामेंटल्स समझ आंदे जाणगे। सब गोबिंद है, सब गोबिंद है, गोबिंद बिन नहीं कोई, वाह सब जगह रब जी तुसी। पर ਇਹਦਾ मतलब ਅਸੀਂ सब जगह वाला रब मान लिया और एक मरण तो बाद सोहरे घर रब दे घर जावांगे, ये गुरमत नहीं है। मरण तो बाद एक दूजा रब जी हो गया। इको ही रब है, भाव सब वास्ते एक यूनिवर्सल, एक यूनिक, विदाउट पक्षपात वाला नियम। वो नियम ही रब जी आपने, रब जी दे नियमां तो बाहर नहीं जा सकते। हुक्मे अंदर सबको, बाहर हुक्म ना कोई। जे मैं अपनी सृष्टि नवी साजनी है, अपने एटीट्यूड, अपने सुभाव, अपने सुरत मत बुद्ध, इन्हां नूं जे मैं साजना है तो मैनू रब्बी नियमां दे अधीन साजना पेगा, वरना ये डिस्ट्रक्टिव डीमन थॉट्स वाले जम बन जाएंगे, ये सूला बन जाएंगे। आप भी दुखी और दूसरिਆਂ ਨੂੰ भी मैं दुखी करांगा, आप भी अनप्लेजेंट हो जाऊंगा, आप ग्लूमी हनेरे दी थॉट विच फस जावांगा, फॉगी, और दूसरे वास्ते भी नरक तैयार कर देंगा। सो रब कुदरत दे नियमां विच वसिया होया गुरमत दस्ती है। वेरी वेल एक्सप्लेन वीर जी, बहुत खूबसूरती नाल आप जी ने बिल्कुल समझाना कीता। बलजीत कौर जी ने हैंड रेस कीता। मैं गुरप्रीत सिंह बोल रहा हूं वीर जी। मैं एक क्वेश्चन पूछना चाहना। एक सृष्टि साडे अंदर चल रही है, एक सृष्टि बाहर चल रही है, आप जी इस गल नूं लैके चलदे हो। हाँ जी वीर जी, बाहर दी सृष्टि दे अंदर अगर देखिए तो हुण साडा शरीर, असी विचर रहे हैं, बाहर दे 5 मौसम ने, कदी बारिश का मौसम है, कदी पतझड़ है, कदी हरियाली है, कदी ठंड है, कदी गर्मी है। वो कदी चेंज नहीं होंदे, वो कदी एक नहीं हो सकते ना। नहीं सुन रहे हो आप? सुन रहे हो? बाहर दी सृष्टि दे जिहड़े हुक्म ने, उहदे च कदी गर्मी है, कदी ठंड है, कदी बरसात है, कदी पतझड़ है, कदी हरियाली है। ते साडे मन दे अंदर भी जिहड़े ऐसे जिहड़े चलदे ने मौसम, ਅਸੀਂ ਉਹਨਾਂ ਨੂੰ ਇੱਕ ਕਰਕੇ ਉਹਨੂੰ ਸਮਾ ਨਹੀਂ ਸਕਦੇ ਆ। ਉਹ ਫੁਰਨੇ ਤੇ ਹਮੇਸ਼ਾ ਹੀ ਕਦੀ ਠੰਡੇ ਨੇ, ਕਦੀ ਗਰਮ ਨੇ, ਕਦੀ ਹਰੇ ਨੇ, ਕਦੀ ਪਤਝੜ ਹੈ, ਕਦੀ ਖਰਾਬ ਹੈ, ਕਦੀ ਅਸੀਂ ਉਹ। ਹਾਂਜੀ ਹਾਂਜੀ, ਸਾਡੇ ਨਾ ਤੁਹਾਡਾ ਸਵਾਲ ਬੜਾ ਅੱਛਾ ਹੈ। ਮੈਨੂੰ ਇਹਦਾ ਉੱਤਰ ਨਾ ਦੇਣਾ ਆਇਆ ਤੇ ਮੈਨੂੰ ਮਾਫ ਕਰ ਦੇਣਾ, ਔਰ ਜੇ ਮੇਰੇ ਉੱਤਰ ਨਾਲ ਤੁਹਾਡਾ ਡਿਸਐਗਰੀਮੈਂਟ ਹੋਏ ਤਾਂ ਵੀ ਤੁਹਾਡਾ ਆਪਣਾ ਬਰਥ ਰਾਈਟ ਹੈ।
ਮੈਨੂੰ ਇੰਜ ਲੱਗਦਾ ਹੈ ਕਿ ਸਾਡੇ ਅੰਦਰ ਬਾਹਰਲੀ ਜਿਹੜੀ ਬਸੰਤ ਚੱਲਦੀ ਹੈ ਨਾ, ਉਹ ਸਿਰਫ ਸਪ੍ਰਿੰਗ ਦੇ ਮੌਸਮ ਫੈਬਰਵਰੀ ਮਾਰਚ ਵਾਲੀ ਬਸੰਤ ਨੂੰ ਮੰਨਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਤੇਰੇ ਅੰਦਰ ਬਸੰਤ ਦੀ ਸੋ ਤੇ ਲੱਗਦੀ ਨਹੀਂ ਹੈ, ਪਰ 3 ਬਸੰਤ ਜੋ ਹਰ ਗੁਣ ਗਾਏ ਤਾਂ ਹਮੇਸ਼ਾ ਲਈ ਤੇਰੇ ਅੰਦਰ ਬਸੰਤ ਹੋ ਸਕਦੀ ਹੈ। ਤੇਰੇ ਅੰਦਰ ਪਤਝੜ ਆਏਗੀ ਨਹੀਂ। ਅਵਗੁਣਾਂ ਦੀ ਪਤਝੜ ਤੂੰ ਆਪ ਕਰਨੀ ਹੈ, ਚੰਗੇ ਗੁਣਾ ਦੀ ਉਤਪत्ति ਤੂੰ ਆਪ ਕਰਨੀ ਹੈ। और चंगे गुणा की उत्पत्ति वास्ते तेनू ना 12 महीने कबीर ऐसा बीज बोए जो 12 मास फलंत। तेनू अंदर दी सृष्टि विच बड़े सारे बेनिफिट्स हो सकते ने जे तू सतगुर दी मत लवे। बाहरली सृष्टि दी बसंत दी तेनू सो नहीं लगती, बल्कि अंदर तू सड़दा रहंदा है। बाहर ते देखो ना कितना सोरा फुल पौधे नवे खिड़े सब कुछ होया, पर तेनू ओदी ते सो लगदी नहीं है ना। ਜਦੋਂ ਕਹਿੰਦੇ ਨਾ ਹਰ ਕਾ ਨਾਮ ਤੇ ਆਏਗਾ ਹੋ ਹਰਿਆ ਪਾਈ, ਕਰਮ ਲਿਖਣ ਤੇ ਪਾਈ ਹੈ ਇਹ ਰੁੱਤ ਸੁਹਾਈ, ਹਮੇਸ਼ਾ ਲਈ ਰੁੱਤ ਸੁਹਾਵੀ ਬਣ ਜਾਂਦੀ ਹੈ। ਸਾ ਰੁੱਤ ਸੁਹਾਵੀ ਜਦ ਤੁਧ ਸੰਭਾਲੀ ਲੋ, 12 ਮਹੀਨੇ ਦੀ ਰੁੱਤ ਮੇਰੀ ਵਧੀਆ ਹੋ ਗਈ। ਪਰ ਜਿਸ ਰੁੱਤ ਵਿੱਚ ਮੈਂ ਰੱਬ ਨੂੰ ਵਿਸਾਰਦਾ ਉਹ ਤੇ ਮੇਰਾ ਜੀਵਨ ਬੇਕਾਰ ਹੈ ਨਾ। ਉਹ ਭਾਵੇਂ ਬਾਹਰਲੀ ਵਧੀਆ ਉਹ ਹੋਵੇ। ਹਾਂ ਹੁਣ ਅੱਜ ਕੱਲ ਅਸਾੜ ਹੈ, मेरे मन नू गर्मी ना लगे, गुरु पातशाह तुसी मेरा छाती शीतल मन सुखी कर दिता। वाह गुरु पातशाह तुसी मैनू सुमत बख्शी के मैं अंदर दा तपत कड़ाहा किवें बुझावां। वाह गुरु पातशाह मैनू तुसी क्या ना को बैरी नहीं बिगाना सगल संगम को बुनाई। वाह गुरु पातशाह तुसी मैनू सिखाया छाड़ पराई तात मूड़े। तुसी मेरे अंदर तुसी असाड़ दी गर्मी लगने नहीं देंदे। तुसी मनु वार्न कर दिता, आसाड़ तपंदा तिस लगे हर नाम ना जिन्ना पास। जिन्ना को सतगुर दी मत सतगुर जैसा शो नहीं है ना, उन्हां नूं बाहर ले आसाड़ दियां गर्मियां लगदियां ने। जिन्हां दे अंदर रब जी वसदे ने ना, उन्हां नूं बाहर वाली भी गर्मी नहीं लगदी और बाहर वाला पतझड़ भी बादर नहीं करदा, और बाहर दे बदले अंदर हमेशा बसंत हो जाती है। मन खिड़िया हरिया बाग बन जाता है। बाहरले बागां च कदी फुल नहीं भी आंदे ने, अंदर दे बाग ही 12 मास फलंत हो जाता है। बाहरले विच ते ए सिंबल रुख विच फल फिक्के फुल बक बके सन, अंदर मिठत नीवी नानका गुड़ चंगियाइयां तत वाले फल लगदे ने। अंदर दी सृष्टि ते सानू साजण वास्ते सतगुर दे मत लैके साजनी चाहिदी है। मेरे मन नू समझाया ओए मन तू बस मन की मत छड़, अंदर दी सृष्टि भी सुहावनी कर सकदा है। कपड़ रूप सुहावना तेरा हो सकदा है, बस छड़ दुनिया अंदर जावना अंदर जा। वीर जी जेड़े ना बाहरले रब दी असी गल करदे ना, बार बार गुरु पातशाह कहंदे ने घट अंतर पार ब्रह्म परमेश्वर ताका अंत ना पाया। अच्छा अंदर भी मेरे कोई रब है जिहदा अंत नहीं पाया, मैं ते बाहरले वाले रब दे अंत ना पाण दी गल्लां करदा रहिंदा सी। अच्छा मैं ना रब नूं टुरन लभण चलिया, पूजन चाली ब्रह्म ठाए सो ब्रह्म बताए गुरु मन ही माए। ਹੁਣ ਅਸੀਂ ਅੰਦਰ ਦੇ ਰੱਬ ਦੀ ਗੱਲ ਕਰ ਲਈ, ਅਸੀਂ ਕੀ ਕੁਰੈਤ ਕਰ ਦਿੱਤੀ, ਕੀ ਪਾਪ ਕਰ ਦਿੱਤਾ, ਅਸੀਂ ਕੀ ਇਨਸਾਨਾਂ ਨਾਲ ਦੁਸ਼ਮਣੀ ਕਰ ਦਿੱਤੀ। ਗੁਰੂ ਪਾਤਸ਼ਾਹ ਤੇ ਸਾਨੂੰ ਸਮਝਾ ਰਹੇ ਨੇ, ਸੋ ब्रह्म जोनी है भी होनी घट भीतर देख मुरारी जियो। अबे तेरे अंदर वसता है, कहाँ बाहर भूलेखे में पड़ा हुआ है, बाहर के भगवान की क्या बातें करता है, अंदर तेरे भगवान है, अंदर तेरे जल थल मैयल है, अंदर तेरे खंड मंडल पताला ने। तू सतगुर दी मत सुन लै, तेनू अंदर दे सुनिया ईश्वर बर्मा इंद समझ आ जाएंगे। सारी खेड अंदर वापर सकती है, ਉਹਦੇ ਵਾਸਤੇ ਸੁਮਤ ਲੈਣੀ ਪਏਗੀ। बस मैं सिविल इंजीनियर ते हाँ, पर मैं मकान नहीं बना सकता। अच्छा मैं किवें बना सकता, नक्शा होना चाहिए, नक्शा पास होना चाहिए। नक्शा पास वास्ते आर्कीटैक्ट बनाएगा। सो आर्कीटैक्ट और भूपिंदर सिंह पढ़ाई सारियां फेल,
क्योंकि आर्किटेक्ट को लाइसेंस नहीं है, नक्शा पास ही नहीं होता। और सतगुर पातशाह ने सानू लाइसेंस भी दे दिता, सतगुर पातशाह ने सानू अपनी सुमत दी पढ़ाई भी दे दी और कह रहे ने अंदर दी सृष्टि साज लेना, ले नक्शा पास तेरा, ते मेरी पढ़ाई दा नक्शा तेरे कोलों फेल ही नहीं होएगा, तू ले ते सही मेरा आर्किटेक्ट वाला नक्शा पढ़ाई। ਅਸੀਂ ਅੰਦਰ ਦੀ ਸ੍ਰਿਸ਼ਟੀ ਕਿਉਂ ਫਿਕਸ ਅਪ ਨਹੀਂ ਕਰਨਾ ਚਾਹੁੰਦੇ? ਅਸੀਂ ਸਾਰਿਆਂ ਨੇ ਭੂਆ ਜੀ ਦੇ 2-3 ਹਫ਼ਤੇ ਲਗਾਤਾਰ ਪ੍ਰੋਗਰਾਮ ਸੁਣੇ ਔਰ ਸਾਰਿਆਂ ਨੇ ਵਾਹ-ਵਾਹ ਕੀਤੀ, ਸੁਪਰ ਮਾਰਵਲਸ ਬਾ ਕਮਾਲ, ਤੇ ਉਹਨਾਂ ਨੇ ਸਾਰੀ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਕੀਤੀ ਸੀ। ਜਿਸ ਬੰਦੇ ਨੂੰ ਸਿਖਾ ਰਹੇ ਨੇ ਕਿ ਤੂੰ ਮਾਫੀ ਦੇ, ਫੋਰਗਿਵਨੈਸ ਕਰ, ਉਹਨੂੰ ਅੰਦਰ ਦਾ ਰੱਬ, ਅੰਦਰ ਦਾ ਧਰਮ ही ते सिखा रहे सन। कबीरा जहां ज्ञान ता धर्म है, जहां झूठ ता पाप, जहां लोभ ता काल है, जहां खिमा ते आप, लो जी तू अंदर से दूसरों को माफ कर दे, यहां पर रब जी है, अब तू नहीं है। ये रब जी ही माफ करने की अक्ल देते हैं और तू उसमें मर्ज हो जाता है। तेरी अपनी अहंकार आकड़ चितराई तो माफ करने ही नहीं देती थी, क्योंकि तू आकड़ा रहता था। आकड़े हुए तो डेड बॉडी होती है, मुर्दा आकड़े होते हैं। तेरे अंदर मृतक को पायो तन सासा, बिछड़े तान मिलाया, तेरे अंदर सतगुरु ने प्राण भर दिते, लो जी अब मैनू ताकत दे दी, मैं फॉरगिव कर सकदा। कितना ते प्यारा मेरा जीवियां दी सृष्टि गल करना सारी दुनिया बेनिफिट हो सकता है, भावें इत्थे क्यों ना होवे ओदा भी बेनिफिट हो सकता है। वाले गुण लेके नवी उत्पत्ति करके जीवन जीना है, असी फुल ऑफ स्पिरिचुअलिटी दे इंसान बन जाते हैं, असी स्टेबल हो जाते हैं, देंदा दे लैंदे थक पाए असी टिक जाते हैं। वीर जी तुहाडा क्वेश्चन हो गया कि नहीं, पर मैं इमोशनल हो गया, मनु खीमा भी कर दे। ਵੀਰ ਜੀ ਬਹੁਤ ਵਧੀਆ, ਬਹੁਤ ਬਿਹਤਰੀਨ ਤਰੀਕੇ ਨਾਲ ਆਪ ਜੀ ਨੇ ਅੰਦਰ ਦੀ ਸ੍ਰਿਸ਼ਟੀ ਨੂੰ ਸੁਧਾਰਨ ਦਾ ਆਪਨੇ ਜੋ ਦੱਸਿਆ ਬਹੁਤ ਕਮਾਲ ਦਾ ਹੈ। ਬਸ ਕਦੀ ਕਦੀ ਜਦੋਂ ਸ਼ਬਦ ਬਾਹਰ ਦੇ ਇੱਕਦਮ ਆ ਜਾਂਦੇ ਨੇ ਬਾਹਰ ਦੀ ਸ੍ਰਿਸ਼ਟੀ ਬਾਰੇ, ਤੇ ਉਹ ਜਦੋਂ ਮੇਲ ਕਰਨੀ, ਕਈ ਵਾਰ ਸੁਮੇਲ ਕਰਨਾ ਪੈਂਦਾ, ਤੇ ਉਹਦੇ ਥੋੜੀ ਜੀ, ਕਿਉਂਕਿ ਅਸੀਂ ਹਲੇ ਲੇਮੈਨ ਹੈਗੇ ਹਾਂ, ਸਾਨੂੰ ਇੰਨਾ ਗਿਆਨ ਨਹੀਂ ਹੈ, ਪਰ ਆਪ ਜੀ ਦੀ ਜਿਹੜੀ ਵਿਚਾਰ ਅੱਜ ਦੀ ਮੇਰੇ ਖਿਆਲ ਸਾਰੇ ਸੰਗਤ ਨੇ ਇਹਦਾ ਬੜਾ ਅੱਛਾ ਲਾਹਾ ਲਿੱਤਾ ਹੋਏਗਾ। You have really very well explained, very well explained. Thank you. देखो, thank you very much. ਜਦੋਂ ਅਸੀਂ ਬਾਹਰ ਜਾਂਦੇ ਹਾਂ ਨਾ ਤਾਂ ਗੁਰੂ ਸਾਹਿਬ ਮੈਨੂੰ ਕਹਿੰਦੇ ਨੇ, ਇਹ ਮਾਨਸ ਜਾਣੇ ਹਰ ਦੂਰ, ਤੈਨੂੰ ਪਤਾ ਨਹੀਂ ਹੈ, ਤੂੰ ਉਹਨੂੰ ਦੂਰ ਸਮਝਦਾ, ਉਹ ਰੱਬ ਵਰਤੇ ਜ਼ਾਹਰ, ਤੂੰ ਸਭ ਕੱਟ ਆ ਤੁਧ ਲੇਪ ਲਾਰਾ, ਇਹ ਨਾ ਮਨ ਇਹ ਰੱਬ ਤੋਂ ਦੂਰ ਸਮਝਦਾ ਸੀ। ਇਹਨੂੰ ਕਹਿੰਦੇ ਨੇ ਜਿਹੜਾ ਹੈ ਦੂਰ ਨਹੀਂ ਰਹੀ। हेलो, वाहिगुरु जी का खालसा, वाहिगुरु जी की फतेह। ਵਾਹਿਗੁਰੂ हेलो जी हाँ जी वीर जी, सूक्ष्म आवाज और अति सूक्ष्म आवाज, ਇਹਦੇ ਬਾਰੇ ਸਮਝਾਓਗੇ? ਤੁਸੀਂ ਦੋਨੋਂ ਭੈਣ ਜੀ ਤੁਹਾਡਾ ਸਵਾਲ ਜਵਾਬ ਸੈਸ਼ਨ ਵਿੱਚ ਲੈ ਲਈਏ ਅਗਰ ਇਜਾਜ਼ਤ ਦਿਓ ਤੇ। जी जी ਵੀਰ ਜੀ ਵੈਸੇ ਸਮਾਂ ਵੀ ਹੋ ਗਿਆ ਅੱਜ ਦਾ, ਅਸੀਂ ਲੈ ਲੈਂਦੇ ਆ ਕੁਐਸਚਨ, ਕੱਲ ਲੈ ਲਾਂਗੇ ਵਿਚਾਰ ਇਸ ਬਾਰੇ। ਜੀ ਧੰਨਵਾਦ ਹੈ ਅੱਜ ਗੁਰਪ੍ਰੀਤ ਜੋ- ਵੀਰ ਜੀ ਦਾ, ਜਿਨ੍ਹਾਂ ਨੇ ਬਹੁਤ ਸੋਹਣਾ ਸਵਾਲ ਪੁੱਛਿਆ, ਤੇ ਭੁਪਿੰਦਰ ਵੀਰ ਜੀ ਨੇ ਬਹੁਤ ਸੋਹਣਾ ਐਕਸਪਲੇਨ ਕੀਤਾ। ਗੁਰਪ੍ਰੀਤ ਵੀਰ ਜੀ ਆਪਣਾ ਭੁਪਿੰਦਰ ਵੀਰ ਜੀ, ਜੋ ਭੈਣ ਜੀ ਦਾ ਸਵਾਲ ਹੈ ਆਪ ਜੀ ਪਲੀਜ਼ ਇਹਦਾ ਜਵਾਬ ਦੇ ਦਿਓ ਜੀ। ਭੈਣ ਜੀ ਨੇ ਸਵਾਲ ਪਹਿਲੀ ਵਾਰ ਕੀਤਾ ਤੇ ਹਾਂਜੀ। ਪਲੀਜ਼ ਆਪ ਜੀ ਜਵਾਬ ਦੇ ਦਿਓ ਜੀ। ਜੀ ਸੂਖਸ਼ਮ ਤੇ ਅਤ ਸੂਖਸ਼ਮ ਬਾਰੇ ਭੈਣ ਜੀ ਜਾਨਣਾ ਚਾਹ ਰਹੇ ਹਨ।
ਤੇ ਭੁਪਿੰਦਰ ਵੀਰ ਜੀ ਜੀ ਜਵਾਬ ਦੇ ਦਿਓ ਜੀ। ਮੈਂ ਸਿਰਫ ਉਹਨਾਂ ਕੋਲ ਇੱਕ ਸੈਂਟੈਂਸ ਪੁੱਛਣਾ ਚਾਹੁੰਦਾ, ਉਹ ਸੂਖਸ਼ਮ ਅਤੇ ਅਤ ਸੂਖਸ਼ਮ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਨੇ। ਫਿਰ मतलब जैसे कई बारी ऐसे होता है कि अपने डीप सोचो और अंदर दी आवाज, जैसे एक ਉਹਨੂੰ ਜਿਹਨੇ ਸੂਖਮ ਆਵਾਜ਼ ਕਹਿੰਦੇ ਨੇ। ਨਹੀਂ, ਤੁਹਾਡਾ ਕੁਐਸਚਨ ਕਲੀਅਰ। ਹਾਂ, ਮੇਰੇ ਖਿਆਲ ਨਾਲ ਦੋ ਚੀਜ਼ਾਂ ਨੂੰ ਰਿਲੇਟ ਕਰਕੇ ਥੋੜੀ ਜਿਹੀ ਕਨਫਿਊਜ਼ਨ ਹੈ। ਸੂਖਸ਼ਮ ਤੋਂ ਬਹੁਤ ਹੀ ਬਰੀਕ ਵੈਸੇ ਹੁੰਦਾ जी। सुखविंदर वीर जी आप जी कुछ समझ आ रही है कुछ भैन जी का सवाल, या हरविंदर वीर जी आप जी जवाब देना चाहो सूक्ष्म ते अति सूक्ष्म में, या भैन जी आप जी एक्सप्लेन करना चाहो अच्छी तरीके नाल, पूरी तरह क्लियर नहीं होया। भुपिंदर वीर जी एक अपने मन दी आवाज ते एक अंदरली आवाज च डिफरेंस पूछ रहे ने शायद। भैन जी इस तरह ही है आ जाओ जी भैन जी। मैं सोची सानू तुसी मतलब एक्सप्लेन करके समझाओ जरा। नहीं, तुसी मन की आवाज और अंदर दी आवाज, रब की आवाज दा फर्क पूछ रहे हो। हाँ जी, एक मन दी आवाज होंदी है, एक मन तो हट के भी आवाज आंदी है। हाँ जी, महसूस होंदा है। हाँ देखो, जदों मैनू मंदे फुरने फुरदे हन जी, मेरे मन की मत वाली नेगेटिव आवाज है। आवाज मन जे निजकार दी आवाज नू सुन लवे तां फिर मैनू सिर्फ चंगे मैसेज। तो तुहाडा मतलब होया अत सूक्ष्म, मतलब रब जी दी आवाज जिन्हों असीं गुरमुख कहंदे आ, गुरमुख दे मुख तो निकली हुई। पर मन जदों नेगेटिव थॉट्स भेजदा है ते उन्हें गुरु दे मुख तो निकली हुई बात नहीं सुनी, अपनी तूती वजाण लग पिया। हाँ, जदों मन सतगुर दी मत सुन सुन के आवाजां सानू देवे सुने देवे, ओनू पट कहंदे ने। जदों मन ओ वाली बाणी उचारण लग पवे, ओनू अर्जन अवस्था मन दी कहंदे ने। उस वेले ना मन ने मन की मत वाली आवाज छड़ दी, ओनू कहंदे ने 4 दिन अपनी नौबत चले बजाए। मन अपनी तूती बजांदा रहिंदा सी और हुण चला गया। हुण सतगुर दी आवाज ही आंदी है, गुरमुख रिया समाई, ओदा ही नियम सिस्टम, ओदी ही आवाज दे अंदर मर जो के मन हुण इस शरीर दा राजा है, पर सानू गुड मैसेजेस भेजदा है। जदों मन सिर्फ गुड मैसेजेस भेजदा है ना, सिर्फ ते सिर्फ चंगे फुरने भेजदा है ना, ओनू गुरमति च सुन समाद अवस्था कहंदे हन। ठीक है। हाँ वीर जी, एक मन दी आवाज होंदी है, एक आवाज होर सूक्ष्म अजे मन विच भी नहीं आई होंदी, पर मन दे अंदर दा फुरना जिहड़ा अजे मन तक भी नहीं पहुंचा होंदा। शायद भैन जी उस बारे भी जिक्र कर रहे हैं। एक होर बरीक फुरना जिहड़ा अजे मन तक भी पूरी तरह नहीं पहुंचा होंदा। ठीक है, ਉਹ ਜਿਹੜੀ ਪੰਕਤੀ ਸੀ, ਜੇ ਅਸੀਂ ਉਹਦਾ ਸਥਾਨ ਲਈਏ, आत्मा है बस रब दी आवाज। आत्मा पर आत्मा है मेरा मन, मेरे मन दी अपनी सोचनी। जे मेरा मन सतगुर दी मत दे नाल आत्मा नाल मर्ज हो जाए, आत्मा पर आत्मा एको करे, नेगेटिव थॉट्स नु छोड़ दे, अंतर की दुबदा अंतर मरे। हुन फिर ते नेगेटिव फुरने खत्म हो गए ना। उन्हें कुट कुट मन कसवटी लावे, सो कूटन मुकतबो पावे, मुकत अवस्था प्राप्त कर दी ना। उन्हें अवगुणा दे सोचनी नु कुट कुट के कसवटी ला ला के इम्प्योरिटीज वाले सारा कुछ सुट दिता, प्योरिटीज वाला रख लिया। ठीक है जी जी, थैंक यू वीर जी। आज 2 पदियां दा पाठ होया, आओ रल मिल के पाठ कर लिए, फिर समाप्ति है। मारू महला तीजा, जुग 36 कियो गुबारा, तू आपे जाने सिरजनहारा, होर क्या को कहे
के आंख वखाणै तू आपे कीमत पाएंदा ओंकार सब श्रेष्ठ उपाई सब खेल तमाशा तेरी वड्याई आपे वेक करे सब साचा आपे भन कढ़ाएंदा आपे वेक करे सब साचा आपे भन कढ़ाएंदा ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।